ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ ਨੀਕੀ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਤਾਜ਼ਾ ਤਰੀਨ ਉਹ ਇਸ਼ੂ ਲੈਂਦੇ ਹਾਂ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਤੇ ਸਾਡੇ ਪੰਜਾਬ ਵਿੱਚ ਵਾਪਰੇ ਹੋਣ। ਤੇ ਮੇਰੀ ਗੁਜ਼ਾਰਿਸ਼ ਹੈ ਖੰਨਾ ਜੀ ਨੂੰ ਕਿ ਉਹ ਵਿਸ਼ੇ ਲਓ ਜਿਹੜੇ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ, ਜਿਹੜੇ ਬਿਲਕੁਲ ਭਖ ਰਹੇ ਨੇ। ਤੇ ਦੱਸੋ ਕਿਹੜੇ ਨੇ। ਦੇਖੋ, ਅਮਰੀਕਾ ਤੇ ਭਾਰਤ ਜੀ ਦੋਵਾਂ ਦੀ ਦੋਸਤੀ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਹੁਣ ਵਧੀਆ ਹੁੰਦੀ ਪਈ ਹੈ। ਖੈਰ, ਰਸ਼ੀਆ ਨਾਲ ਵੀ ਸੰਬੰਧ ਵਧੀਆ ਨੇ ਭਾਰਤ ਦੇ, ਔਰ ਅਮਰੀਕਾ ਕਿਉਂਕਿ ਉੱਭਰਦਾ ਦੇਸ਼ ਹੈ, ਹਮੇਸ਼ਾ ਤੋਂ ਹੀ ਉੱਭਰਦਾ ਰਿਹਾ, ਇਸ ਕਰਕੇ ਭਾਰਤ ਦੇ ਨਾਲ ਸੰਬੰਧ ਵਧੀਆ ਹੋਣ ਜਾ ਰਹੇ ਨੇ। ਹੁਣ ਕਿਤੇ ਨਾ ਕਿਤੇ ਭਾਰਤ ਦੀ ਡੈਮੋਕ੍ਰੇਸੀ ਵੀ ਅਮਰੀਕਾ ਦੀ ਡੈਮੋਕ੍ਰੇਸੀ ਦੀਆਂ ਲੀਹਾਂ ਤੇ ਤੁਰਨ ਦੀ ਕੋਸ਼ਿਸ਼ ਕਰਦੀ ਪਈ ਹੈ, ਮੈਚਿਓਰ ਹੁੰਦੀ ਪਈ ਹੈ। ਸੋ ਭਾਰਤ ਤੇ ਅਮਰੀਕਾ ਦੇ ਸੰਬੰਧ ਹੋਰ ਵਧੀਆ ਹੋਣ, ਇਸ ਲਈ ਵਿਦੇਸ਼ ਮੰਤਰੀ ਤੇ ਮੋਦੀ ਸਾਹਿਬ ਅਮਰੀਕਾ ਜਾਣ ਦੀ ਪਲੈਨਿੰਗ ਕਰ ਰਹੇ ਨੇ। ਜਾ ਕੇ ਹੋਰ ਉੱਥੇ ਟ੍ਰੇਡ ਸਾਈਨ ਹੋਣਗੇ ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਜਿੱਦਾਂ ਮਿਲਟਰੀ ਐਕਸਰਸਾਈਜ਼ਸ ਇਕੱਠੀਆਂ ਫੌਜੀਆਂ ਦੀਆਂ ਹੁੰਦੀਆਂ ਨੇ, ਉਹ ਵੀ ਹੋ ਸਕਦੀਆਂ ਨੇ, ਕੁਝ ਵੀ ਮਸ਼ਕਾਂ ਵੀ ਹੋ ਸਕਦੀਆਂ ਨੇ। ਸੋ ਇਹਦੇ ਉੱਤੇ ਕੰਮ ਕੀਤਾ ਜਾਣਾ। ਦੇਖੋ ਇਹ ਕਿੱਦਾਂ ਸੰਬੰਧ ਹੋਰ ਜ਼ਿਆਦਾ ਨਿਖਰ ਕੇ ਸਾਹਮਣੇ ਆਉਂਦੇ ਨੇ। ਫੋਰਨ ਪਾਲਿਸੀ ਦਾ ਤਾਂ ਇਹ ਹਿੱਸਾ ਯਕੀਨਨ ਤੌਰ ਤੇ ਹੈ। ਸੋ ਨੈਕਸਟ ਇਹ ਹੈ ਕਿ ਕੇਂਦਰ ਸਰਕਾਰ ਨੇ ਹੁਣ CM ਮਾਨ ਨੂੰ Z+ ਸਿਕਿਉਰਿਟੀ ਦਿੱਤੀ ਹੈ। ਜੀ CM ਮਾਨ ਨੇ, ਕਿਉਂਕਿ ਚੀਫ ਮਿਨਿਸਟਰ ਨੇ, ਬਣਦੀ ਵੀ ਹੈ, ਪਰ ਹਜੇ ਸਿੱਧੂ ਸਾਹਿਬ ਦੀ ਸਿਕਿਉਰਿਟੀ ਬਾਰੇ ਕੁਝ ਨਹੀਂ ਪਤਾ। ਉਹ ਵੀ Z+ ਸਿਕਿਉਰਿਟੀ ਦੀ ਮੰਗ ਕਰਦੇ ਪਏ ਨੇ। ਮੋਦੀ ਜੀ ਨੇ ਕਿਹਾ ਕਿ ਪਰਿਵਾਰਵਾਦ ਦੀ ਸਿਆਸਤ ਨੇ ਭਾਰਤ ਨੂੰ ਖਰਾਬ ਕੀਤਾ, ਭਾਰਤ ਦੀ ਤਰੱਕੀ ਦੇ ਰਸਤੇ ਦੇ ਵਿੱਚ ਅੜਿੱਕਾ ਪਾਇਆ। ਹੁਣ ਇਹ ਪਰਿਵਾਰਵਾਦ ਦੇ ਦੋਸ਼ ਤਾਂ ਸਾਰੀਆਂ ਪਾਰਟੀਆਂ ਤੇ ਲੱਗਦੇ ਨੇ। ਇਹ ਹਿਊਮਨ ਸਾਈਕੀ ਆ ਕਿ ਜਿਹੜੀ ਮੈਂ ਮਿਹਨਤ ਕੀਤੀ, ਮੈਂ ਕਮਾਇਆ, ਅੱਗੋਂ ਮੇਰੇ ਬੱਚੇ ਨਾ ਸਾਂਭਣਗੇ ਤੇ ਫਿਰ ਲੋਕਾਂ ਨੇ ਥੋੜਾ ਸਾਂਭਣੀ ਹੈ। ਇਹ ਹਿਊਮਨ ਸਾਈਕੀ ਹੈ। ਔਰ ਠੀਕ ਉਸੇ ਤਰ੍ਹਾਂ ਕੋਈ ਨੇਤਾ ਬਣਦਾ ਹੈ ਔਰ ਆਪਣਾ ਉਹ ਮਾਰਕੀਟ ਬਣਾਉਂਦਾ, ਮਾਰਕੀਟ ਹੀ ਬਣਾਉਣਾ ਕਿ ਆਪਣੇ ਕਸਟਮਰ ਨੇ ਸਾਰੇ ਜਿਹੜੇ ਉਹਨਾਂ ਨੂੰ ਵੋਟਾਂ ਪਾਉਂਦੇ ਨੇ, ਹੁਣ ਉਹ ਮੈਨੂੰ ਹੀ ਵੋਟਾਂ ਪਾਉਣ ਤੇ ਅੱਗੋਂ ਮੇਰੇ ਪੁੱਤਰਾਂ ਨੂੰ ਜਾਂ ਮੇਰੇ ਬੱਚਿਆਂ ਨੂੰ ਪਾਉਣ, ਕਿਉਂਕਿ ਇਹ ਮਾਰਕੀਟ ਬਣਾਈ ਹੈ ਤੇ ਲੋਕਾਂ ਦੇ ਕੰਮ ਕਿਉਂ ਆਵੇ, ਮੇਰੇ ਕੰਮ ਆਵੇ। ਤਾਂ ਇਹ ਜੇ ਆਪਾਂ ਦੇਖੀਏ ਨਾ, ਕਾਂਗਰਸ ਦੇ ਉੱਤੇ ਜੇ ਪਰਿਵਾਰਵਾਦ ਦੀ ਗੱਲ ਹੈ ਤੇ ਅਕਾਲੀ ਦਲ ਦੇ ਉੱਤੇ ਵੀ ਹੈ, ਦੇਸ਼ ਦੀਆਂ ਕਿ ਦੁਨੀਆ ਦੀਆਂ ਸਾਰੀਆਂ ਪਾਰਟੀਆਂ ਦੇ ਉੱਤੇ, ਇੱਥੋਂ ਤੱਕ ਕਿ BJP ਦੇ ਉੱਤੇ ਵੀ ਕਿਤੇ ਕਿਤੇ ਜਾ ਕੇ ਪਰਿਵਾਰਵਾਦ ਦਾ ਦੋਸ਼ ਲੱਗਦਾ ਹੈ। ਸੋ ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਨਵੀਂ ਖੇਤੀ ਨੀਤੀ ਬਣਾਉਣ ਵਾਸਤੇ ਪੰਜਾਬ ਸਰਕਾਰ ਪੂਰਾ ਹੀਲਾ ਕਰ ਰਹੀ, ਪੂਰਾ ਯਤਨ ਲਗਾ ਰਹੀ ਹੈ। ਸਾਰੇ ਐਕਸਪਰਟ ਜਿਹੜੇ ਸਾਇੰਟਿਸਟ ਨੇ ਖੇਤੀਬਾੜੀ ਦੇ, ਉਹ ਵੀ ਤੇ ਇਕੋਨੋਮਿਸਟ ਵੀ ਇਕੱਠੇ ਹੋਣ ਲੱਗੇ ਨੇ। ਦੇਖੋ ਇਹ ਕਿੱਧਰ ਨੇਪਰੇ ਚੜ੍ਹਦਾ ਕੰਮ। ਤੇ ਮੁੱਖ ਮੰਤਰੀ ਪੰਜਾਬ ਤੇ ਮਮਤਾ ਬੈਨਰਜੀ ਵੱਲੋਂ ਨੀਤੀ ਆਯੋਗ ਮੀਟਿੰਗ ਦਾ ਬਾਈਕਾਟ, ਕਿਉਂਕਿ ਇਹ ਨਵਾਂ ਆਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਬਣਾਇਆ ਸੀ ਪੁਰਾਣੇ ਆਯੋਗ ਨੂੰ ਖਤਮ ਕਰਕੇ। ਸੋ ਇਹਦਾ ਬਾਈਕਾਟ ਹੋਣ ਲੱਗਾ। ਦੇਖੋ ਇਹ ਗੱਲ ਕਿੱਥੇ ਤੱਕ ਜਾਂਦੀ ਹੈ। ਅੱਗੋਂ ਵੀ ਉਹ ਪਾਰਲੀਮੈਂਟ ਜਿਹੜੀ ਨਵੀਂ ਆਉਣੀ ਹੈ ਉਹਦਾ ਵੀ ਬਾਈਕਾਟ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਜਿਹੜੀ 28 ਮਈ ਨੂੰ ਉਹਦਾ ਉਦਘਾਟਨ ਹੈ। ਔਰ ਉਹਦੇ ਵਿੱਚ ਕਹਿੰਦੇ ਨੇ ਕਿ ਸਾਡੇ ਰਾਸ਼ਟਰਪਤੀ ਸਾਹਿਬਾ ਮੌਜੂਦ ਨਹੀਂ ਰਹਿਣਗੇ। ਤਾਂ ਕਾਂਗਰਸ ਕਹਿੰਦੇ ਨੇ ਕਿ ਇਹ ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡੀ ਸੱਟ ਹੈ ਕਿ ਪ੍ਰਾਈਮ ਮਿਨਿਸਟਰ ਉਹਦੀ ਉਦਘਾਟਨ ਦੀ ਸਾਰੀ ਕਾਰਵਾਈ ਕਰ ਰਹੇ ਨੇ ਔਰ ਉਹਦੇ ਵਿੱਚ ਪਰ ਸਾਡੇ ਰਾਸ਼ਟਰਪਤੀ ਨਹੀਂ ਆ ਰਹੇ। ਇਸ ਕਰਕੇ ਇਹ ਗੱਲ ਜ਼ਰੂਰੀ ਤੌਰ ਤੇ ਧਿਆਨ ਦੇਣ ਯੋਗ ਹੈ। ਅਗਲੀ ਗੱਲ ਇਹ ਹੈ ਕਿ ਅਮਿਤ ਸ਼ਾਹ ਜੀ ਵੱਲੋਂ, ਜੋ ਸਾਡੇ ਹੋਮ ਮਿਨਿਸਟਰ ਨੇ BJP ਦੇ ਨੇ, ਔਰ ਉਹ ਕਹਿੰਦੇ ਨੇ ਕਿ ਤੀਜੀ ਵਾਰ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਹੀ ਬਣਨਗੇ ਔਰ ਦੇਸ਼ ਦੇ ਲੋਕਾਂ ਨੂੰ ਉਹਨਾਂ ਦੇ ਵਿੱਚ ਵਿਸ਼ਵਾਸ ਹੈ। ਇਹ ਉਹਨਾਂ ਦੀ ਸਟੇਟਮੈਂਟ ਹੈ, ਇਹ ਭਵਿੱਖਬਾਣੀ ਹੈ, ਕੁਝ ਵੀ ਕਹਿ ਸਕਦੇ ਹੋ ਤੁਸੀਂ। ਸੋ ਬਾਕੀ ਰਿਹਾ ਕਿ ਮੌਸਮ ਵਿਭਾਗ ਦੀ ਜਾਣਕਾਰੀ ਇਹ ਹੈ ਕਿ ਮੀਂਹ ਦਾ ਮੌਸਮ ਬਣਿਆ ਹੋਇਆ ਪੰਜਾਬ ਦੇ ਵਿੱਚ, ਕਿਤੇ ਕਿਤੇ ਗੜੇਮਾਰੀ ਵੀ ਹੋਈ ਹੈ ਤੇ ਪਾਰਾ ਡਿੱਗਿਆ, ਗਰਮੀ ਤੋਂ ਰਾਹਤ ਮਿਲੀ ਹੈ। ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਆਪਾਂ ਸ਼ੁਰੂਆਤ ਕਰਦੇ ਹਾਂ, ਸਾਡੇ ਦਰਸ਼ਕ ਉਡੀਕਦੇ ਹੋਣਗੇ ਕਿ ਅਮਰੀਕਾ ਤੇ ਭਾਰਤ ਦੇ ਜਿਹੜੇ ਸੰਬੰਧ ਨੇ ਉਹ ਕਿੱਦਾਂ ਹੋਰ ਮਜ਼ਬੂਤ ਹੋਣ ਜਾ ਰਹੇ ਨੇ। ਇਹ ਮਸਲਾ ਬੜਾ ਇਸ ਵੇਲੇ ਚਰਚਾ ਦਾ ਵਿਸ਼ਾ ਬਣ ਚੁੱਕਿਆ, ਜਦੋਂ ਕਿ ਸਾਡੇ ਜਿੰਨੇ ਵੀ NRI ਵੀਰ ਨੇ ਉਹਨਾਂ ਨੂੰ ਪਤਾ ਹੈਗਾ ਕਿ ਅਮਰੀਕਾ ਤੇ ਭਾਰਤ ਦੇ ਜਿਹੜੇ ਸੰਬੰਧ ਆ, ਖਾਸ ਤੌਰ ਤੇ ਜਿਹੜੇ ਵਿਦੇਸ਼ੀ ਸੰਬੰਧ ਆ ਸਾਡੇ ਉਹਨਾਂ ਨਾਲ ਬਹੁਤ ਮਜ਼ਬੂਤ ਔਰ ਬੜੇ ਢੁਕਵੇਂ ਆ। ਕਿਉਂਕਿ ਵਾਰ-ਵਾਰ ਜਿਹੜੇ ਸਾਡੇ ਲੀਡਰ ਨੇ, ਨੇਤਾ ਨੇ, ਵਿਦੇਸ਼ ਮੰਤਰੀ ਸਾਹਿਬ ਨੇ ਔਰ ਸਾਡੇ ਜਿਹੜੇ ਉੱਥੋਂ ਦੇ ਐਮਬੈਸੀ ਦੇ ਇੰਚਾਰਜ ਨੇ, ਜਿਹੜੇ ਉੱਥੇ ਵਿਦੇਸ਼ ਸਕੱਤਰ ਨੇ, ਉਹ ਵੀ ਸਾਡੇ ਤਰਨਜੀਤ ਸੰਧੂ ਨੇ। ਔਰ ਇਸ ਤਰ੍ਹਾਂ ਐਮਬੈਸੀ ਨਾਲ ਵੀ ਉਹਨਾਂ ਨੇ ਕਹਿਤਾ ਬਾਈਡਨ ਜੀ ਨੇ ਕਿ ਜਿਹੜੇ ਵੀ ਜਿੰਨੀਆਂ ਲੋਕਾਂ ਦੀਆਂ ਅਰਜ਼ੀਆਂ ਆਉਂਦੀਆਂ, ਜਿੰਨੀਆਂ ਉਹਨਾਂ ਦੀਆਂ ਵੀਜ਼ਾ ਅਪਲਾਈ ਕਰਨ ਲਈ ਆ ਰਹੀਆਂ, ਉਹਨਾਂ 'ਤੇ ਤੁਸੀਂ ਚੰਗੀ ਤਰ੍ਹਾਂ ਵਿਚਾਰ ਨਾ ਕਰੋ, ਜਿਹਦੇ ਵਿੱਚ ਥੋੜ੍ਹੀ ਲੀਨੀਅੰਸੀ ਕਰਕੇ ਉਹਨਾਂ ਨੂੰ ਵੀਜ਼ਾ ਦਿਓ ਜਿਹੜੇ ਭਾਰਤੀ ਆਉਣਾ ਚਾਹੁੰਦੇ ਆ, ਵਪਾਰਕ ਦੇ ਨਾਤੇ ਜਾਂ ਉੱਥੇ ਘੁੰਮਣਾ ਚਾਹੁੰਦੇ ਆ। ਉਹ ਸਾਰਾ ਕੁਝ ਉਹਨਾਂ ਨੇ ਕਿਹਾ ਕਿ ਭਾਰਤ ਨਾਲ ਸਾਡੇ ਸੰਬੰਧ ਜਿਹੜੇ ਆ ਉਹ ਮਜ਼ਬੂਤ ਹੈ ਹੀ ਆ, ਪਰ ਅਸੀਂ ਆਉਣ ਜਾਣ ਦਾ ਜਿਹੜਾ ਰਸਤਾ ਉਹ ਪੂਰਾ ਖੋਲ੍ਹ ਦੇਵਾਂਗੇ ਸਾਰਿਆਂ ਲਈ। ਕਿਉਂਕਿ ਅੱਗੇ ਜਿਹੜੇ ਹੈਗੇ ਸੀ ਉਹ ਲੋਕਾਂ ਨੂੰ ਸਾਰਾ ਵੇਟਿੰਗ ਲਿਸਟ ਵਿੱਚ ਪਾਇਆ ਜਾਂਦਾ ਹੈਗਾ ਔਰ 6-6 ਮਹੀਨੇ ਲੱਗ ਜਾਂਦੇ। ਇਹ ਉਹਨਾਂ ਐਮਬੈਸੀ ਨੂੰ ਕਹਿਤਾ ਕਿ ਸਿੱਧੇ ਤੌਰ ਤੇ ਵੀਜ਼ਾ ਜਿਹੜਾ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਲਟਕਾਇਆ ਨਾ ਜਾਵੇ।
ਹੁਣੇ ਜਿਹੜੀ ਆ ਸਾਡੇ ਜੈ ਸ਼ੰਕਰ ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਤੇ ਨਾਲ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਹ ਐਸੇ ਮਹੀਨੇ 'ਚ ਜਾ ਰਹੇ ਆ ਔਰ ਬਾਈਡਨ ਸਾਹਿਬ ਦੇ ਇਨਵੀਟੇਸ਼ਨ ਤੇ ਪਹੁੰਚ ਰਹੇ ਉੱਥੇ। ਉਹਦੇ ਵਿੱਚ ਇਹਨਾਂ ਦੇ ਵਪਾਰਕ ਸੰਬੰਧਾਂ ਨਾਲ ਜਿਹੜੀ ਆਰਥਿਕਤਾ ਥੋੜ੍ਹੀ ਭਾਰਤ ਦੀ ਡਿੱਗੀ ਆ ਉਹਨੂੰ ਥੋੜਾ ਹੋਰ ਹਲੂਣਾ ਦੇਣ ਲਈ ਤੇ ਉਹਨਾਂ ਦਾ ਗੱਲਬਾਤ ਹੋਊਗੀ। ਔਰ ਹੁਣੇ ਪ੍ਰਧਾਨ ਮੰਤਰੀ ਆਸਟ੍ਰੇਲੀਆ ਤੋਂ ਵੀ ਹੋ ਕੇ ਆਏ ਆ, ਉੱਥੋਂ ਦੇ ਜਿਹੜੇ ਹਮਰੁਤਬਾ ਇਹਨਾਂ ਦੇ ਪ੍ਰਧਾਨ ਮੰਤਰੀ ਉਹਨਾਂ ਨਾਲ ਗੱਲਬਾਤ ਹੋਈ ਆ। ਉਸੇ ਪੈਟਰਨ ਤੇ ਇਹਨਾਂ ਨੇ ਹੁਣ ਅਗਲਾ ਜਿਹੜਾ ਵਿਜ਼ਿਟ ਆ ਜਿਹੜੀ ਆਪਣੀ ਜਿਹੜਾ ਦੌਰਾ ਹੈਗਾ ਬਾਹਰਲਾ ਦੇਸ਼ੀ ਦੌਰਾ ਉਹ ਅਮਰੀਕਾ ਦਾ ਰੱਖਿਆ। ਉਹਦੇ ਵਿੱਚ ਉਡੀਕਵਾਨ ਸਾਡੇ ਜਿਹੜੇ ਪੰਜਾਬੀ ਵੀ ਨੇ ਬਹੁਤ NRI ਜਿਹੜੇ ਭਾਰਤੀ ਲੋਕ ਨੇ ਬੈਠੇ ਉਹ ਵੀ, ਕਿਉਂਕਿ ਇਹਨਾਂ ਨੂੰ ਉੱਥੇ ਬੜਾ ਭਰਵਾਂ ਹੰਗਾਰਾ ਮਿਲਿਆ ਆਸਟ੍ਰੇਲੀਆ 'ਚ ਘੱਟੋ ਘੱਟ 30,000 ਤੋਂ ਜ਼ਿਆਦਾ ਲੋਕ ਜਿਹੜੇ ਹੈਗੇ ਆ ਉਹ ਉੱਥੇ ਪਹੁੰਚੇ ਇਹਨਾਂ ਕੋਲ। ਇਹਨਾਂ ਨਾਲ ਗੱਲਬਾਤ ਵੀ ਹੋਈ, ਇਹਨਾਂ ਨਾਲ ਕਨਵਰਸੇਸ਼ਨ ਹੋਈ ਔਰ ਇੰਡੀਆ ਦੇ ਬਾਰੇ ਜੋ ਉਹਨਾਂ ਨੇ ਪੁੱਛਿਆ ਗਿਆ ਕਿ ਤੁਸੀਂ ਹੋਰ ਅੱਗੇ ਕੀ ਸਰਾਈਆਂ ਤੁਹਾਡੀਆਂ ਕੀ ਪਲਾਨਿੰਗ ਹੈਗੀਆਂ, ਲੋਕਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ। ਉੱਥੇ ਇੱਕ ਕੋਈ ਨੀਂਹ ਪੱਥਰ ਰੱਖਣਾ ਸੀਗਾ, ਇਹਨਾਂ ਨੇ ਉਹਦੇ ਵਿੱਚ ਸ਼ਿਰਕਤ ਕੀਤੀ ਔਰ ਬਾਈਡਨ ਸਾਹਿਬ ਨਾਲ ਗੱਲਬਾਤ ਕਰਕੇ ਬਾਕਾਇਦਾ ਤੌਰ 'ਤੇ ਉਹਨਾਂ ਦਾ ਪ੍ਰੀਤੀ ਭੋਜਨ ਜਿਹੜਾ ਉਹਨਾਂ ਨੇ ਦਿੱਤਾ ਡਿਨਰ ਉਹਦੇ ਨਾਲ। ਔਰ ਉਹਦੇ ਵਿੱਚ ਸਾਡੇ ਜਿਹੜੇ ਜਿੰਨੇ ਵੀ ਕਰਤਾ ਧਰਤਾ ਆਗੂ ਨੇ ਉਹ ਮੋਦੀ ਸਾਹਿਬ ਨੂੰ ਮਿਲੇ। ਇੱਕ ਤਾਂ ਗੱਲ ਇਹ ਹੈਗੀ ਆ ਕਿ ਬਾਈਡਨ ਸਾਹਿਬ ਤਦ ਬੁਲਾ ਰਹੇ ਆ ਕਿਉਂਕਿ ਉੱਥੇ ਵੀ ਇਲੈਕਸ਼ਨ ਹੈਗੀ, ਇਲੈਕਸ਼ਨ ਵੀ ਸਾਡੇ ਨਾਲ ਲੱਗਦੀ 2024 'ਚ ਤੇ ਇੱਥੇ ਵੀ ਇਲੈਕਸ਼ਨ ਆ। ਇਸ ਕਰਕੇ ਹਮ ਰੁਤਬਾ ਦੋਨੇ ਜਾਣੇ, ਉਹ ਪ੍ਰੈਜ਼ੀਡੈਂਟ ਨੇ ਇਹ ਪ੍ਰਧਾਨ ਮੰਤਰੀ ਆ, ਇਹਨਾਂ ਨੂੰ ਹੁਣ ਆਪੋ ਤਾਪ ਪਈ ਹੈਗੀ ਕਿ ਅਗਲੀ ਇਲੈਕਸ਼ਨ ਦੇ ਵਿੱਚ ਅਸੀਂ ਦੁਬਾਰਾ ਫਿਰ ਆ ਜਾਈਏ। ਇੱਕ ਪਾਸੇ ਤੇ ਟਰੰਪ ਨੇ ਆਪਣਾ ਮੋਰਚਾ ਖੋਲ੍ਹ ਦਿੱਤਾ, ਉਹ ਵੀ ਇਸ ਰਿਪਬਲਿਕਨ ਪਾਰਟੀ ਨੂੰ ਬਿਲੋਂਗ ਕਰਦੇ ਆ। ਉਹਨਾਂ ਨੇ ਕਹਿਤਾ ਕਿ ਅਸੀਂ ਡੈਮੋਕ੍ਰੇਟਿਕ ਪਾਰਟੀ ਦੇ ਅਗੇਂਸਟ ਜਿਹੜਾ ਰੁਤਬਾ ਲੈਣ ਲਈ ਟਰੰਪ ਸਾਹਿਬ ਵੀ ਅੱਗੇ ਆਉਣਗੇ। ਔਰ ਇੱਥੇ ਜਿਹੜੀ ਆ ਕਾਂਗਰਸ ਵੀ ਥੋੜ੍ਹੀਆਂ ਜੇ ਲੰਗੋਟੇ ਕਰੀ ਫਿਰਦੀ ਹੈ, ਕਾਂਗਰਸ ਦੇ ਨਾਲ ਬਾਕੀ ਪਾਰਟੀਆਂ ਵੀ ਗੱਠਜੋੜ ਬਣ ਗਿਆ। ਇੱਥੇ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਲੱਗਿਆ, ਪਰ ਇਹਦੇ ਵਿੱਚ ਇਹ ਦੱਸ ਰਿਹਾ ਕਿ ਅਸੀਂ BJP ਨੇ ਕਹਿਤਾ ਕਿ ਅਸੀਂ ਇਸ ਵੇਲੇ ਜਿਹੜਾ ਵੀ ਲੋਕਾਂ ਨੂੰ ਜੋ ਕੁਝ ਸਹੂਲਤਾਂ ਦਿੱਤੀਆਂ ਉਹ ਵੀ ਆ, ਤੇ ਬਾਹਰਲੇ NRI ਜਿਹੜੇ ਸਾਡੇ ਹੈਗੇ ਆ ਉਹਨਾਂ ਦੇ ਰਿਸ਼ਤੇਦਾਰ ਆ ਉਹ ਵੀ ਲੋਕਾਂ ਨੂੰ ਕਹਿਣਗੇ ਕਿ ਆਪਣੇ ਭਰਾਵਾਂ ਭੈਣਾਂ ਨੂੰ ਕਿ ਵੋਟਾਂ ਇਸ ਪਾਸੇ ਪਾਓ ਕਿਉਂਕਿ ਤੁਹਾਨੂੰ ਇੰਨਾ ਕੁਝ ਸਹੂਲਤਾਂ ਮਿਲੀਆਂ। ਤੀਜੀ ਇਹਨਾਂ ਨੇ ਗੱਲ ਕਰਤੀ ਹੈ ਕਿ ਉੱਥੇ ਬਾਈਡਨ ਸਾਹਿਬ ਨਾਲ ਕਿ ਅਸੀਂ ਲੋਕਾਂ ਨੂੰ ਫ੍ਰੀ ਆਫ ਕਾਸਟ ਫੂਡ ਅਪਲਾਈ ਕਰ ਦਿੱਤਾ ਮੁਹੱਈਆ, ਜਿਹਦੇ 'ਚ ਕਣਕ ਆ, ਦਾਲਾਂ ਵਾ, ਉਹਦੇ ਵਿੱਚ ਸਰੋਂ ਦਾ ਤੇਲ ਆ, ਹੋਰ ਚੀਜ਼ਾਂ ਜਿਹੜੀਆਂ ਦਿੱਤੀਆਂ। ਹੁਣ ਇਸ ਵੇਲੇ ਮੈਂ ਤੁਹਾਨੂੰ ਦੱਸਦਾ ਕਿ 1 ਸਾਲ ਦੇ ਵਿੱਚ ਅਮਰੀਕਾ 'ਚ ਵੀ ਬੁਛਾਰ ਲੱਗੀ ਸਹੂਲਤਾਂ ਦੀ, ਇੱਥੇ ਵੀ ਉਦੋਂ ਦਾ ਕਿ 4 ਸਾਲ ਤਾਂ ਰਹਿੰਦੇ ਸੁੱਤੇ ਔਰ ਜਦ ਆਖਰੀ ਸਾਲ ਦੇ ਵਿੱਚ ਆਉਂਦੇ ਵੀ ਹੁਣ ਵਰਸ਼ਾ ਕਰ ਦਿਓ ਸਹੂਲਤਾਂ ਦੀ, ਹਾਂ ਦੇ ਦਿਓ, ਨੌਕਰੀਆਂ ਦੇ ਦਿਓ, ਲੋਕਾਂ ਨੂੰ ਪੈਸਾ ਦੇ ਦਿਓ, ਲੋਕਾਂ ਨੂੰ ਦਾਲ ਚੀਨੀ ਸਾਰਾ ਕੁਝ ਫ੍ਰੀ ਦੇ ਦਿਓ ਤਾਂ ਕਿ ਲੋਕ ਭੁੱਲ ਜਾਣ ਪਿਛਲੇ 4 ਸਾਲ। ਲੋਕ ਵੀ ਬੜੇ ਸਿਆਣੇ ਉਹ ਆਪਣੇ ਤਰੀਕੇ ਨਾਲ ਕਰਦੇ ਆ। ਹੁਣ ਦੇਖੋ ਅੱਗੇ ਕਿਸ ਪਾਸੇ ਤੇਲ ਜਾਂਦਾ ਤੇ ਕਿਸ ਪਾਸੇ ਧਾਰ ਜਾਂਦੀ। ਗੱਲ ਇਹ ਹੈ ਨਾ ਕਿ ਇਸ ਵਕਤ ਫ੍ਰੀ ਬੀਜ਼ ਪੋਲਿਟਿਕਸ, ਸਹੂਲਤਾਂ ਦੇ ਦਿਓ, ਲੋਕਾਂ ਦੇ ਮਨ ਜਿੱਤ ਲਵੋ, ਲੋਕਾਂ ਦੀ ਸੋਚ ਨੂੰ ਆਪਣੇ ਵੱਲ ਮੋੜ ਲਵੋ ਤੇ ਫਿਰ ਤੋਂ ਸੱਤਾ ਦੇ ਵਿੱਚ ਆ ਜਾਓ। ਇਹਦੇ ਵਿੱਚ ਦੇਸ਼ ਦਾ ਭਲਾ ਤਾਂ ਨਾ ਹੋਇਆ ਨਾ, ਬਿਲਕੁਲ। ਕਿਉਂਕਿ ਜੇ ਤੁਸੀਂ ਦੇਸ਼ ਦੀ ਪ੍ਰੋਗਰੈਸ ਚਾਹੁੰਦੇ ਹੋ ਤਾਂ ਤੁਸੀਂ ਸ਼ੁਰੂ ਤੋਂ ਕਿਉਂ ਨਹੀਂ ਫੜਦੇ? ਜਦੋਂ ਤੁਸੀਂ ਸੱਤਾ 'ਚ ਆ ਗਏ ਪੂਰੇ 4 ਸਾਲ ਕਿੱਥੇ ਗਏ? ਉਹ 4 ਸਾਲ ਕਿੱਥੇ ਗਏ? ਉਹ 4 ਸਾਲ ਪੂਰੇ ਕੰਮ ਕਿਉਂ ਨਹੀਂ ਕਰਦੇ? ਜੇ ਤੁਸੀਂ ਵਧੀਆ ਕੰਮ ਕਰੋ, ਸ਼ੁਰੂ ਤੋਂ ਨੌਕਰੀਆਂ ਦੇਵੋ, ਸਭ ਕੁਝ ਖੋਲ੍ਹ ਕੇ ਦਿਓ ਤੇ ਆਪਣੀ ਜਿਹੜੀ ਸੌੜੀ ਰਾਜਨੀਤੀ ਉਹਨੂੰ ਇੱਕ ਪਾਸੇ ਕਰ ਦਿਓ ਕਿ ਹੁਣ ਖੁੱਲ੍ਹ ਕੇ ਕੰਮ ਕਰੀਏ ਦੇਸ਼ ਵਾਸਤੇ, ਲੋਕਾਂ ਵਾਸਤੇ, ਤਾਂ ਤੁਹਾਨੂੰ ਲੋਕ ਆਪਣੇ ਆਪ ਸੱਤਾ 'ਚ ਲੈ ਆਉਣਗੇ। ਤੁਹਾਨੂੰ ਪਬਲਿਸਿਟੀ ਦੀ ਲੋੜ ਨਹੀਂ ਪਏਗੀ, ਇਹ ਜਿਹੜੇ ਵੱਡੇ ਕੈਂਪੇਨਸ ਕਰਨ ਦੀ ਲੋੜ ਨਹੀਂ ਪਏਗੀ, ਰੈਲੀਆਂ ਕਰਨ ਦੀ ਲੋੜ ਨਹੀਂ ਪਏਗੀ। ਲੋਕੀ ਇੰਨੇ ਸੂਝਵਾਨ ਹੈਗੇ ਨੇ ਕਿ ਉਹਨਾਂ ਨੂੰ ਕੰਮ ਕਰਨ ਵਾਲਾ ਬੰਦਾ ਚਾਹੀਦਾ, ਉਹ ਆਪੇ ਤੁਹਾਨੂੰ ਲੈ ਆਉਣਗੇ। ਇਸ ਵਕਤ ਸਾਨੂੰ ਸਾਰੀ ਦੁਨੀਆ ਨੂੰ ਹੀ ਪੋਲੀਟੀਕਲ ਲੀਡਰਸ ਦੇ ਵਿੱਚ ਨਾ ਸਟੇਟਸਮੈਨ ਚਾਹੀਦੇ ਨੇ, ਪੋਲੀਟੀਸ਼ੀਅਨਸ ਨਹੀਂ। ਸਟੇਟਸਮੈਨ ਜਿਹੜੇ ਹੁੰਦੇ ਨੇ ਉਹ ਅਗਲੀ ਜਨਰੇਸ਼ਨ ਬਾਰੇ ਸੋਚਦੇ ਨੇ ਕਿ ਨਵੀਂ ਪੀੜ੍ਹੀ ਜਿਹੜੀ ਆਉਣੀ ਹੈ ਉਹਨਾਂ ਦੇ ਪੱਲੇ ਕੀ ਪਾਉਣਾ ਹੈ, ਤੇ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਅਗਲੀਆਂ ਇਲੈਕਸ਼ਨਸ ਬਾਰੇ ਸੋਚਦੇ ਨੇ ਕਿ ਅਗਲੀ ਵਾਰ ਸੱਤਾ 'ਚ ਕਿਵੇਂ ਆਉਣਾ ਹੈ। ਇਹ ਬੜਾ ਫਰਕ ਪੈ ਜਾਂਦਾ ਹੈ। ਜਿਸ ਦੇਸ਼ ਨੂੰ ਕਾਬਿਲ ਲੋਕ ਮਿਲੇ ਨੇ ਉਹ ਦੇਸ਼ ਹਮੇਸ਼ਾ ਤਰੱਕੀ ਕਰਦਾ ਹੈ। ਔਰ ਬਾਕੀ ਰਿਹਾ ਕਿ ਅਸੀਂ ਅਮਰੀਕਾ ਦੀ ਗੱਲ ਕਰੀਏ ਕਿ ਡੈਮੋਕ੍ਰੇਟਸ, ਰਿਪਬਲਿਕਨਸ ਜਾਂ ਬਾਕੀ ਥਾਂ ਦੇ ਉੱਤੇ ਹੋਰ ਪਾਰਟੀਆਂ ਦੀ ਗੱਲ ਕਰੀਏ, A-B ਦੋ ਪਾਰਟੀਆਂ, A ਕਿੰਗ B ਕਿੰਗ, ਦੋਨਾਂ ਨੇ ਕਿੰਗ ਹੀ ਬਣਦਾ ਨਾ। A ਕਿੰਗ B ਕਿੰਗ ਬੋਥ ਆਰ ਦ ਸੇਮ ਥਿੰਗ, ਮਤਲਬ ਅੰਦਰੋਂ ਸਾਰੇ ਇੱਕੋ ਹੀ ਨੇ। ਇਹ ਉੱਤੋਂ ਹੀ ਦੇਖਣ ਵਾਸਤੇ ਵੱਖ-ਵੱਖ ਦਿਖਦੇ ਨੇ ਸਾਨੂੰ, ਅੰਦਰੋਂ ਗੱਠਜੋੜ ਹੀ ਹੈ, ਅੰਦਰੋਂ ਹੱਥ ਮਿਲੇ ਹੀ ਹੁੰਦੇ ਨੇ। ਇੱਕ ਦੂਜੇ ਨਾਲ ਰਿਸ਼ਤੇਦਾਰੀਆਂ, ਇੱਕ ਦੂਜੇ ਨਾਲ ਦੋਸਤੀਆਂ, ਭਾਈਵਾਲੀ, ਪਾਰਟਨਰਸ਼ਿਪਸ, ਉੱਤੋਂ ਵੱਖ-ਵੱਖ ਪਾਰਟੀਆਂ, ਅੰਦਰੋਂ ਕਈ ਵਾਰ ਬਿਜ਼ਨਸ ਵੀ ਇਕੱਠੇ ਹੁੰਦੇ ਨੇ, ਇਨਵੈਸਟਮੈਂਟਸ ਇਕੱਠੀਆਂ ਹੁੰਦੀਆਂ ਨੇ। ਮਲਟੀ ਪਾਰਟੀ ਸਿਸਟਮ ਹੈ ਨਾ ਇੰਡੀਆ 'ਚ, ਬਾਹਰ ਤਾਂ ਡੈਮੋਕ੍ਰੈਟਿਕ ਰਿਪਬਲਿਕਨ A और B ਹੈ, ਦੋਨੋਂ ਚੁਆਇਸ ਨੇ, ਆਈਦਰ ਕੋਕਾ ਕੋਲਾ ਔਰ ਪੈਪਸੀ, ਆਈਦਰ ਡੈਮੋਕ੍ਰੇਟਸ ਔਰ ਰਿਪਬਲਿਕਨਸ। ਆਪਸੀ ਰੌਲਾ ਇੰਨਾ ਨਹੀਂ ਹੁੰਦਾ। ਸਾਡੇ ਜਿਹੜੀਆਂ ਨਾ ਗੱਠਜੋੜ ਬਹੁਤ ਹੈ, ਪਾਰਟੀਆਂ ਵੀ ਹੈਗੀਆਂ,
ਉਹਦਾ ਰੌਲਾ ਜਿਹੜਾ ਹੈਗਾ ਨਾ, ਉਹਦੀ ਜਿਹੜੀ ਸਾਰੀ ਜਿਹੜੀ ਕਿਆਸ ਰਾਈਆਂ ਹੁੰਦੀਆਂ ਲੋਕਾਂ ਦੇ ਕਈ ਵਾਰੀ ਉਲਟ ਜਾਂਦੀਆਂ, ਬਿਲੋ ਦਾ ਬੈਲਟ ਖੇਡਦੇ ਹਾਂ ਅਸੀਂ। ਇਸ ਕਰਕੇ ਜਾਂਦੀਆਂ। ਇੰਡੀਆ 'ਚ ਨਾ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ 9 ਜਿਹੜੇ ਹੈਗੇ ਆ ਸਿਆਣੇ ਇੱਕ ਪਾਸੇ ਬਹਿ ਜਾਣਗੇ, 12 ਜਿਹੜੇ ਆ ਮੂਰਖ ਆ ਇੱਕ ਪਾਸੇ ਬਹਿ ਕੇ, ਤੇ ਜਿੱਤ ਕਿਹਦੀ ਹੋਣੀ ਆ? 12 ਵਾਲੀ ਦੀ। ਇਸ ਕਰਕੇ ਹੁੰਦਾ ਹਮੇਸ਼ਾ ਹੈਗਾ ਉਹ ਫਾਰ ਦਾ ਪੀਪਲ, ਬਾਈ ਦਾ ਪੀਪਲ, ਆਫ ਦਾ ਪੀਪਲ ਨਹੀਂ ਰਹਿੰਦੀ ਜਿਹੜੀ ਡੈਮੋਕ੍ਰੇਸੀ। ਡੈਮੋਕ੍ਰੇਸੀ ਦਾ ਹਾਲ ਇਹੀ ਰਿਹਾ। ਫਿਰ ਇਹਦੇ ਵਿੱਚ ਜਦੋਂ ਇਹ ਲੀਡਰ ਆਉਂਦੇ, ਸਾਰਾ ਕੁਝ ਆਉਂਦੇ ਆ, ਉਹ 1 ਸਾਲ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਕਿਹਾ ਸਹੂਲਤਾਂ, ਉਹਦੇ ਵਿੱਚ ਪੈਸਾ ਵੀ ਜਾਂਦਾ, ਉਹ ਇਲੈਕਸ਼ਨ ਫੰਡ ਦੇ ਲਿਹਾਜ਼ ਨਾਲ, ਗੱਡੀਆਂ ਵੀ ਜਾਂਦੀਆਂ ਹੈ ਨਾ, ਖਾਣ ਪੀਣ ਵੀ ਜਾਂਦਾ, ਲੋਕਾਂ ਨੂੰ ਦੀਆਂ ਅੱਖਾਂ ਝੁੰਦਿਆ ਦਿੰਦੇ ਸਮਾਨ ਦੇ ਵਿੱਚ। ਉਹਨਾਂ ਨੂੰ ਪਤਾ ਆਪਣੇ ਵਿੱਚ ਕੀ ਲੈਣਾ। ਇੱਕ ਪਾਸੇ ਗਰੀਬੀ ਵੀ ਬਹੁਤ ਹੈ, ਇਹਦੇ ਵਿੱਚ ਕਈ ਐਸਪੈਕਟ ਹੈਗਾ। ਗਰੀਬ ਜਿਹੜੇ ਵਿਚਾਰਾਂ ਦਾ ਅੱਜ ਤਾਂ ਮਿਲ ਜਾਵੇ ਯਾਰ ਸਾਰਾ ਕੁਝ, ਬਾਕੀ ਫਿਰ ਵੇਖ ਲਾਂਗੇ, ਅੱਜ ਤੇ ਰਜਮਾ ਖਾ ਲਈਏ, ਉਹ ਜਿਹੜੇ ਹੈਗੇ ਆ। ਤਾਦਾਦ ਗਰੀਬਾਂ ਦੀ ਜ਼ਿਆਦਾ ਹੈਗੀ ਆ, ਸੂਝਵਾਨ ਲੋਕ ਘੱਟ ਹੈਗੇ ਆ। ਗਰੀਬ ਪੈਸਾ ਲੈ ਕੇ, ਕੱਪੜਾ ਲੈ ਕੇ, ਹੈ ਨਾ, ਹੋਰ ਸਹੂਲਤਾਂ ਲੈ ਕੇ ਚੁੱਪ ਹੋ ਜਾਂਦੇ ਆ। ਇਸ ਕਰਕੇ ਕੋਈ ਵੀ ਵੱਡੇ ਤੋਂ ਵੱਡਾ ਜੇ ਜੋ ਮਰਜ਼ੀ ਹੈ, ਲੋਕਾਂ ਨੂੰ ਜਿਹੜਾ ਆਪਣੇ ਗ੍ਰਿਪ ਵਿੱਚ ਲਿਆਉਣਾ, ਆਪਣੇ ਹੱਥ ਵਿੱਚ ਲੈਣਾ, ਆਪਣੀ ਮੁੱਠੀ ਵਿੱਚ ਲੈਣਾ ਬਹੁਤ ਸੌਖਾ ਕੰਮ ਹੈ। ਪੈਸਾ ਹਿੰਦੁਸਤਾਨ ਵਿੱਚ ਪੈਸਾ ਵਰ ਗਿਆ, ਸਾਰਾ ਕੁਝ ਹੋ ਬਹੁਤ ਹੈ, ਬਹੁਤ ਪੈਸਾ ਹੈ ਪੋਲੀਟੀਕਲ ਪਾਰਟੀਆਂ ਕੋਲ, ਔਰ ਖੁੱਲ੍ਹ ਕੇ ਖਰਚ ਕਰਦੀਆਂ ਨੇ ਸੱਤਾ 'ਚ ਆਉਣ ਵਾਸਤੇ। ਸਹੀ ਗੱਲ। ਹੁਣ ਇਹ ਗੱਲ ਇੱਥੋਂ ਆਉਂਦੀ ਆ ਬਲਕਾਰ ਜੀ ਕਿ ਇਹ ਪੈਸਾ ਆਉਂਦਾ ਕਿੱਥੋਂ? ਇਹ ਸਵਾਲੀਆ ਚਿੰਨ੍ਹ ਹੈ। 2 ਨੰਬਰ। ਔਰ ਇਹਦੇ ਉੱਤੇ ਜੇ ਤੁਸੀਂ ਕੋਈ ਰਿਪੋਰਟ ਮੰਗੋ ਤਾਂ ਕਾਨੂੰਨ ਬਣਾਇਆ ਹੋਇਆ ਹੈ, ਪਾਲਿਸੀ ਬਣਾਈ ਹੋਈ ਹੈ ਕਿ ਤੁਸੀਂ ਇਹਦੇ ਉੱਤੇ ਕੋਈ ਵੀ RTI ਨਹੀਂ ਪਾ ਸਕਦੇ, ਕੋਈ ਤੁਹਾਨੂੰ ਇਨਫੋਰਮੇਸ਼ਨ ਲੈਣ ਦਾ ਕੋਈ ਹੱਕ ਨਹੀਂ ਹੈ। ਪ੍ਰਾਈਮ ਮਿਨਿਸਟਰ ਫੰਡ 'ਚ RTI ਪਾਈਆਂ, ਉਹਦਾ ਨਹੀਂ ਪਤਾ ਲੱਗਿਆ ਕਿੱਥੇ ਗਿਆ, ਕਿੱਥੋਂ ਪੈਸਾ ਆ ਰਿਹਾ। ਉਸ 'ਚ ਪੈਸਾ ਜਿਹੜਾ ਜਾਂਦਾ ਨਾ, ਉਹ ਬਿਪਤਾ ਮਾਰੇ ਲੋਕਾਂ ਨੂੰ ਦਿੱਤਾ ਜਾਂਦਾ। ਟੈਂਪਰੇਚਰ ਜਿਹੜੇ ਹੈਗੇ, ਜਿਹੜੇ ਕੁਦਰਤੀ ਆਫਤਾਂ ਨਾਲ ਜਿਹੜੇ ਵਿਚਾਰੇ ਹਫੜੇ ਹੁੰਦੇ ਆ, ਤੜਫੜੇ ਹੁੰਦੇ ਆ, ਉਹਨਾਂ ਨੂੰ ਬਚਾਉਣ ਲਈ ਪੈਸਾ ਹੁੰਦਾ ਕਿ ਵਿਚਾਰੇ ਜਿਹੜੇ ਮੁਸ਼ਕਿਲ 'ਚ ਆ ਰਹੇ ਆ, ਉਹਨਾਂ ਦੀ ਮੁਸ਼ਕਿਲ ਹੱਲ ਕਰ ਲਈ ਹੁੰਦਾ। ਪਰ ਲੋਕਾਂ ਨੇ RTI ਪਾਈ ਆ, ਰਾਹੁਲ ਗਾਂਧੀ ਨੇ ਵੀ ਪਾਈ ਆ, ਉਹਦਾ ਕੋਈ ਜਵਾਬ ਨਹੀਂ ਆਇਆ ਕਿੱਥੋਂ ਆ ਰਿਹਾ ਪੈਸਾ। ਕਿ ਜਿੱਦਾਂ ਤੁਸੀਂ ਗੱਲ ਕੀਤੀ ਪੈਸਾ ਕਿੱਥੋਂ ਆਉਂਦਾ, ਔਰ ਪੈਸੇ ਆਉਣ ਦਾ ਕੁਝ ਨਹੀਂ ਪਤਾ ਲੱਗਦਾ। ਕਾਰਪੋਰੇਟ ਬੈਠੇ ਆ ਪੈਸਾ ਵੰਡਣ ਲਈ, ਉਹ ਇਲੈਕਸ਼ਨ ਦਾ ਸਾਰਾ ਜਿੰਨਾ ਖਰਚਾ ਆਉਂਦਾ ਉਹ ਆਪੇ ਚੱਲ ਲੈਂਦੇ ਆ। ਉਹਨਾਂ ਦੇ ਤੁਸੀਂ ਲੰਮੀ ਚਾਦਰ ਲੈ ਕੇ ਸੌਂ ਜਾਓ, ਕੋਈ ਪ੍ਰੋਬਲਮ ਨਹੀਂ। ਗੱਡੀਆਂ ਸਾਡੀਆਂ ਜਾਣਗੀਆਂ, ਪੈਸਾ ਅਸੀਂ ਭੇਜਾਂਗੇ, ਜਿੱਥੇ ਵੀ ਵੋਟਰ ਇਕੱਠੇ ਕਰਨੇ ਉਹ ਉੱਥੇ ਆਉਣਗੀਆਂ, ਜਿੱਥੇ ਬਗਾਵਤ ਕਰਨੀ ਉਹ ਹੋ ਜਾਊਗਾ। ਜੋ ਐਨੀਥਿੰਗ ਕੈਨ ਹੈਪਨ, ਉਹ ਜੋ ਕੁਝ ਵੀ ਵਾਪਰ ਸਕਦਾ। ਬਿਲਕੁਲ ਸਹੀ ਕਹਿੰਦੇ ਹੋ, ਕੁਝ ਵੀ ਵਾਪਰ ਸਕਦਾ ਹੈ। ਔਰ ਇਹੀ ਚੀਜ਼ਾਂ ਨੇ ਜੋ ਗੱਲ ਚੱਲਦੀ ਹੈ ਭਾਰਤ ਦੇ ਵਿੱਚ ਕਿ $5 ਟ੍ਰਿਲੀਅਨ ਦੀ ਇਕਨੋਮੀ ਬਣੇਗੀ। ਤੇ ਅੱਗੋਂ ਸਵਾਲ ਪੁੱਛਿਆ ਜਾਂਦਾ ਕਿੰਨਾ ਵਾਸਤੇ? ਜਿਹੜੇ ਸੜਕਾਂ ਤੇ ਸੁੱਤੇ ਪਏ ਨੇ ਉਹਨਾਂ ਨੂੰ ਕੀ ਮਿਲੇਗਾ? ਅੱਜ ਵੀ ਕੀ ਮਿਲਦਾ ਪਿਆ? ਠੀਕ ਹੈ, ਮਤਲਬ ਇੱਕ ਤਰ੍ਹਾਂ ਨਾਲ ਇਹ ਹੈ ਕਿ ਸਭ ਨੂੰ ਮਿਹਨਤ ਕਰਨ ਦਾ, ਸਭ ਨੂੰ ਰੋਜ਼ਗਾਰ ਦਾ ਇੱਕ ਕੰਮ ਮਿਲਣਾ ਚਾਹੀਦਾ। ਗੱਲ ਇਹ ਹੈ ਕਿ ਜੇ ਤੁਸੀਂ ਇੱਦਾਂ ਫ੍ਰੀ ਵੰਡੋਗੇ ਤਾਂ ਲੋਕੀ ਦਿਮਾਗੀ ਤੌਰ ਦੇ ਉੱਤੇ ਅਪਾਹਿਜ ਹੋ ਜਾਣਗੇ, ਲੋਕੀ ਕੰਮ ਕਰਨਾ ਛੱਡ ਦੇਣਗੇ। ਇਹ ਫ੍ਰੀ ਵੰਡਣ ਦੀ ਬਜਾਏ ਕੁਝ ਇਨਵੈਸਟਮੈਂਟਸ ਹੋਣ, ਉਹਨਾਂ ਨੂੰ ਰੋਜ਼ਗਾਰ ਮਿਲੇ, ਹਰ ਹੱਥ ਨੂੰ ਕੰਮ ਮਿਲੇ, ਹਰ ਦਿਮਾਗ ਨੂੰ ਸੋਚਣ ਵਾਸਤੇ ਕੰਮ ਮਿਲੇ। ਤਾਂ ਉਹਨਾਂ ਦੇ ਜਿਹੜਾ ਹਿਊਮਨ ਸੋਰਸਿਸ ਸਾਡੇ ਕੋਲ ਹੈਗੇ ਨੇ, ਸਾਡੀ ਇੰਨੀ ਆਬਾਦੀ ਹੈ 140 ਕਰੋੜ ਦੀ, ਜੇ ਉਹਨਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ, ਮੈਨ ਪਾਵਰ ਸਾਰੀ ਇਸਤੇਮਾਲ ਕਰੋ, ਤਾਂ ਦੇਖੋ ਰਿਜ਼ਲਟ ਕਿੱਥੇ ਤੱਕ ਆਉਂਦੇ ਨੇ। ਮਤਲਬ ਅਸੀਂ ਉਹੀ ਗੱਲ ਆ ਜਾਂਦੀ ਹੈ ਨਾ ਕਿ ਜਦੋਂ ਅਸੀਂ ਦੇਸ਼ ਬਾਰੇ ਸੋਚਦੇ ਹਾਂ ਤਾਂ ਅਸੀਂ ਦੇਸ਼ ਦੇ ਵਾਸਤੇ ਕਿਹੜਾ ਇਨਫਰਾਸਟ੍ਰਕਚਰ ਬਣਾਉਣਾ ਉਹਦੇ ਬਾਰੇ ਸੋਚਾਂਗੇ। ਪਰ ਜੇ ਅਸੀਂ ਆਪ ਸੱਤਾ 'ਚ ਕਾਇਮ ਰਹਿਣ ਬਾਰੇ ਸੋਚਦੇ ਹਾਂ ਤਾਂ ਫਿਰ ਅਸੀਂ ਇਹੀ ਸੋਚਾਂਗੇ ਕਿੱਦਾਂ ਲੋਕਾਂ ਨੂੰ ਸਹੂਲਤਾਂ ਦੇ ਕੇ ਅੱਖਾਂ ਝੁੰਦਿਆ ਜਾਣ ਉਹਨਾਂ ਦੀਆਂ, ਦਿਮਾਗ ਸੁੰਨ ਕਰ ਦਈਏ ਤੇ ਉਹ ਸਾਡੇ ਹੱਕ 'ਚ ਵੋਟਾਂ ਪਾ ਕੇ ਸਾਨੂੰ ਫਿਰ ਤੇ ਸੱਤਾ ਤੇ ਬਿਠਾ ਦੇਣ। ਅਸੀਂ ਇਸ ਬਾਰੇ ਸੋਚਦੇ ਹਾਂ। ਮਤਲਬ ਅੱਜ ਕੀ ਹੈ ਕਿ ਹਰ ਗੇਮ ਖੁੱਲੀ ਹੈ, ਹਰ ਗੇਮ ਓਪਨ ਹੈ। ਹੁਣ ਤੁਸੀਂ ਆਪਣੇ ਆਪ ਨੂੰ ਕਿੱਥੇ ਤੱਕ ਬਚਾਉਂਦੇ ਹੋ, ਸਰਵਾਈਵ ਕਰਦੇ ਹੋ ਜਾਂ ਕਿੱਥੇ ਤੱਕ ਤਰੱਕੀ ਕਰਦੇ ਹੋ, ਤੁਹਾਡੇ ਉੱਤੇ ਹੁੰਦਾ ਹੈ। ਸੋ ਹਾਲਾਤ ਤੇ ਪੂਰੀ ਦੁਨੀਆ ਦੇ ਇੱਕੋ ਜਿਹੇ ਹੀ ਨੇ ਕਿ ਇਹ ਇੱਕ ਨੈਟਵਰਕ ਹੈ ਜਾਂ ਇੱਕ ਨੈਕਸਸ ਕਹਿ ਲਓ, ਜਿਹਦੇ 'ਚ ਵੱਡੇ ਵੱਡੇ ਪੋਲੀਟੀਸ਼ੀਅਨਸ ਨੇ, ਵੱਡੇ ਵੱਡੇ ਬਿਜ਼ਨਸਮੈਨ ਨੇ, ਵੱਡੇ ਵੱਡੇ ਬਿਊਰੋਕਰੇਟਸ ਨੇ, ਵੱਡੀਆਂ ਵੱਡੀਆਂ ਏਜੰਸੀਜ਼ ਨੇ। ਇਹ ਵੱਡੇ ਲੋਕ ਨੇ, ਇਹ ਕਲੱਬ ਹੈ। ਉਸ ਕਲੱਬ ਦੇ ਵਿੱਚ ਬਲਕਾਰ ਜੀ ਤੁਹਾਡੀ ਤੇ ਮੇਰੀ ਐਂਟਰੀ ਨਹੀਂ ਹੈਗੀ। ਨਾ ਬਿਲਕੁਲ। ਵੈਸੇ ਇਹ ਪਤਾ ਕੀ ਹੈ ਖੰਨਾ ਜੀ, ਸਾਡੇ ਦਰਸ਼ਕ ਜਾਣਦੇ, ਇਹ ਹੁਣੇ ਸਾਰਾ ਕੁਝ ਵਾਪਰ ਰਿਹਾ। ਪਹਿਲੀਆਂ ਸਰਕਾਰਾਂ ਪਿੱਛੇ ਨੂੰ ਚੱਲ ਜਾਓ ਤੇ ਇਸ ਤਰ੍ਹਾਂ ਦੀਆਂ ਨਹੀਂ। ਖਾਸ ਤੌਰ ਤੇ ਪੰਜਾਬ ਦੀ ਗੱਲ ਕਰਦੇ ਆਪਾਂ, ਪੰਜਾਬ 'ਚ ਬੈਠੇ ਹਾਂ। ਪਿਛਲੀ ਜਿਹੜੀ ਸਰਕਾਰਾਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਔਰ ਜਦੋਂ ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਸੀ, ਇਸ ਤਰ੍ਹਾਂ ਦਾ ਜਿਹੜਾ ਉਹ ਤਸ਼ੱਦਦ, ਇਸ ਤਰ੍ਹਾਂ ਦੀ ਜਿਹੜੀ ਲੋਕਾਂ ਨਾਲ ਜਿਹੜੀ ਵਾਧਾ ਘਾਟਾ ਨਹੀਂ ਸੀ ਹੁੰਦਾ। ਉਦੋਂ ਲੋਕ ਬੜੀ ਸੁੱਖ ਦੀ ਨੀਂਦੇ ਸੌਂਦੇ ਸੀ। ਸਾਨੂੰ ਯਾਦ ਹੈ ਵੀ 1966 ਤੋਂ ਲੈ ਕੇ 1962 64 ਜਿਹੜੀਆਂ ਸਰਕਾਰਾਂ ਬਣਦੀਆਂ ਰਹੀਆਂ, ਕੋਈ ਇਹਦੇ ਵਿੱਚ ਕੋਈ ਇੱਦਾਂ ਦਾ ਨਹੀਂ ਰਿਹਾ। ਦੇਸ਼ ਦੇ ਪ੍ਰਧਾਨ ਮੰਤਰੀ ਵੀ ਬੜੇ ਅੱਛੇ ਰਹੇ ਆ ਔਰ ਦੇਸ਼ ਵਿੱਚ ਪੰਚਸ਼ੀਲ ਯੋਜਨਾਵਾਂ ਚੱਲਦੀਆਂ ਰਹੀਆਂ, ਰੋਡ ਮੈਪ ਬਣਦੇ ਰਹੇ ਆ। ਉਦੋਂ ਤੋਂ ਹੁਣ ਤੱਕ ਦਾ ਵਿਕਾਸ ਜੇ ਵੇਖੀਏ ਤਾਂ ਬਹੁਤ ਜ਼ਬਰਦਸਤ ਵਿਕਾਸ ਹੋਇਆ ਹਿੰਦੁਸਤਾਨ ਵਿੱਚ। ਪੰਜਾਬ ਵਿੱਚ ਇਹ ਪੰਜਾਬ ਉਹ ਨਹੀਂ ਸੀਗਾ। ਦੋਵਾਂ ਪੰਜਾਬਾਂ ਨੂੰ ਜੇ ਅਸੀਂ ਵੇਖ ਲਈਏ, ਲਹਿੰਦਾ ਔਰ ਚੜ੍ਹਦਾ 2 ਪੰਜਾਬ ਹੈਗੇ ਆ। ਜੇ ਤੁਸੀਂ ਚੜ੍ਹਦੇ ਪੰਜਾਬ ਦੀ ਗੱਲ ਕਰੋ, ਜਿੱਥੇ ਅਸੀਂ ਬੈਠੇ ਹਾਂ, ਜਦੋਂ ਸੂਰਜ ਚੜ੍ਹਦਾ, ਇਹਦਾ ਵਿਕਾਸ
ਔਰ ਇਹ ਤਾਂ ਅੰਮ੍ਰਿਤਸਰ ਏਰੀਆ ਔਰ ਇਹਦਾ ਫਰੀਦਕੋਟ ਔਰ ਸੰਗਰੂਰ ਜਿਹੜਾ ਫਿਰੋਜ਼ਪੁਰ ਜਿੰਨੇ ਜ਼ਿਲ੍ਹੇ ਹੈਗੇ ਆ ਉਹਨਾਂ ਦਾ ਵਿਕਾਸ ਵੇਖੋ ਤੇ ਉੱਧਰ ਦੇਖੋ ਸਿਆਲਕੋਟ ਵੇਖੋ, ਮਿੰਟ ਗੁਮਰੀ ਦੇਖ ਲਓ ਜਾ ਕੇ, ਉੱਥੇ ਸ਼ੇਖੂਪੁਰ ਵੇਖ ਲਓ, ਉਹ ਦੋਵੇਂ ਅਸੀਂ ਇਕੱਠੇ ਹੋਏ ਆ ਆਜ਼ਾਦ, ਉਹ ਬਹੁਤ ਪਿੱਛੇ ਰਹਿ ਗਿਆ ਔਰ ਅਸੀਂ ਬਹੁਤ ਅੱਗੇ ਚਲੇ ਗਏ। ਇਸ ਕਰਕੇ ਅੱਗੇ ਚਲੇ ਗਏ ਕਿ ਲੋਕਾਂ ਦੀ ਸੋਚ, ਪੈਸਾ, ਲੋਕ ਬਾਹਰ ਵੀ ਚਲੇ ਗਏ, ਬਾਹਰਲਾ ਪੈਸਾ ਵੀ ਆਇਆ, ਹਰੀ ਕ੍ਰਾਂਤੀ ਆਈ, ਚਿੱਟੀ ਕ੍ਰਾਂਤੀ ਆਈ, ਕਿੰਨਾ ਕੁਛ ਇੱਥੇ ਹੋਇਆ। ਔਰ ਪੰਜਾਬ 'ਚ ਅਸੀਂ ਜਿੱਥੇ ਬੈਠੇ ਹਾਂ ਇੱਥੇ ਬੇਰੁਜ਼ਗਾਰੀ ਇੰਨੀ ਜ਼ਿਆਦਾ ਨਹੀਂ ਜਿੰਨੀ ਉੱਧਰ ਹੈਗੀ। ਗੋਲਡਨ ਕ੍ਰਾਂਤੀ ਵੀ ਆ ਰਹੀ ਹੈ ਜਿਹੜੀ ਇਹ ਸ਼ਹਿਦ ਦੀ, ਸਾਰਾ ਸ਼ਹਿਦ ਦਾ ਵਪਾਰ, ਨੀਲੀ ਕ੍ਰਾਂਤੀ ਵੀ ਆ ਰਹੀ ਹੈ ਜਿਹੜਾ ਮੱਛੀਆਂ ਦਾ ਵਪਾਰ, ਮੱਛੀ ਪਾਲਣ। ਇਸ ਕਰਕੇ ਬਹੁਤ ਕੰਮ ਹੋ ਰਿਹਾ, ਐਸੀ ਗੱਲ ਨਹੀਂ ਹੈ ਕੰਮ ਨਹੀਂ ਹੋ ਰਿਹਾ, ਪਰ ਇਹ ਗੱਲ ਹੈ ਕਿ ਜਿਹੜੇ ਕੰਮ ਹੋ ਸਕਦੇ ਨੇ ਉਹ ਵੀ ਨਹੀਂ ਕੀਤੇ ਜਾ ਰਹੇ। ਕਾਰਨ ਇਹ ਹੈ ਕਿ ਪੋਲਿਟਿਕਸ, ਪੋਲੀਟੀਕਲ ਪ੍ਰੈਸ਼ਰਸ ਮੌਜੂਦਾ ਸਰਕਾਰ ਕਰਦੇ ਹਨ, ਪੋਲੀਟੀਕਲ ਕੰਪਲਸ਼ਨ ਤੇ ਅੱਖਾਂ ਲੋਕਾਂ ਦੀਆਂ। ਜਿਹੜੇ ਮੌਜੂਦਾ ਸਰਕਾਰ ਬੈਠੀ ਹੈ, ਭਗਵੰਤ ਮਾਨ ਸਰਕਾਰ ਹੈ, ਅਸੀਂ ਉਹਨਾਂ ਨੂੰ ਬੜੇ ਓਪਨ ਮਾਈਂਡ ਨਾਲ ਕਹਿ ਰਹੇ ਹਾਂ ਔਰ ਦਰਸ਼ਕਾਂ ਵੱਲੋਂ ਕਿ ਉਹ ਕੀ ਕਰ ਦਿਖਾਉਂਦੇ ਆ। 1.5 ਸਾਲ ਵਿੱਚ ਉਹਨਾਂ ਕੀ ਕੀਤਾ, ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤਾ। ਇਹ ਨਾ ਹੋ ਜਾਏ ਕਿ ਲੰਮੀ ਤਾਣ ਕੇ ਸੌਂ ਜਾਣਾ ਔਰ ਉਸ ਤੋਂ ਬਾਅਦ 1 ਸਾਲ ਜਿੱਦਾਂ ਹੁਣ ਹੋ ਰਿਹਾ ਉਸੇ ਤਰ੍ਹਾਂ ਉਹ ਕਰਨ, ਵੀ ਇਲੈਕਸ਼ਨ ਦੇ ਨੇੜੇ ਜਾ ਕੇ ਕਰਨ। ਗੱਲ ਇਹੀ ਹੈ ਨਾ ਸਰ, ਸੂਝਵਾਨ ਨੇ। ਔਰ ਇੱਕ ਸ਼ਬਦ ਹੈ ਨਾ ਪੋਲੀਟੀਕਲ ਇਕਨੋਮੀ, ਮਤਲਬ ਪੈਸਾ ਉੱਥੇ ਖਰਚੋ ਜਿੱਥੇ ਪੋਲਿਟਿਕਸ ਨੂੰ ਫਾਇਦਾ ਹੋ ਰਿਹਾ ਹੈ, ਉੱਥੇ ਨਹੀਂ ਕਿ ਜਿੱਥੇ ਜ਼ਰੂਰਤ ਹੈਗੀ ਹੈ। ਪੋਲੀਟੀਕਲ ਇਕਨੋਮੀ ਬੜਾ ਪਿਆਰਾ ਸ਼ਬਦ ਇਸਤੇਮਾਲ ਕਰਦੇ ਨੇ। ਚਲੋ ਆਪਾਂ ਅੱਗੇ ਵਧੀਏ। ਜੀ ਹਾਂ, Z+ ਸਿਕਿਉਰਿਟੀ ਮਿਲਣ ਲੱਗੀ ਹੈ ਭਗਵੰਤ ਮਾਨ ਸਾਹਿਬ ਨੂੰ, ਕੇਂਦਰ ਸਰਕਾਰ ਨੇ ਇਹ ਹੁਕਮ ਜਾਰੀ ਕਰ ਦਿੱਤੇ ਨੇ। ਹੁਣੇ ਇਹ ਅਨਾਉਂਸ ਹੋਇਆ ਕਿ ਇਹਨਾਂ ਨੂੰ Z+ ਸਿਕਿਉਰਿਟੀ ਮੁਹੱਈਆ ਕੀਤੀ ਜਾ ਰਹੀ ਹੈ। ਕੇਂਦਰ ਵੱਲੋਂ ਹੋਇਆ, ਹੋਮ ਮਿਨਿਸਟਰੀ ਵੱਲੋਂ ਹੋਇਆ, ਉਹਦੇ 'ਚ ਅਮਿਤ ਸ਼ਾਹ ਜੀ ਜਿਹੜੇ ਹੋਮ ਮਿਨਿਸਟਰ ਨੇ ਉਹਨਾਂ ਵੱਲੋਂ ਐਲਾਨ ਹੋਇਆ ਕਿ ਇਹਨਾਂ ਨੂੰ ਦਿੱਤੀ ਜਾਵੇ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕੁਝ ਖਤਰਾ ਮਹਿਸੂਸ ਹੋ ਰਿਹਾ, ਉਹਨਾਂ ਦੇ ਪਿੱਛੇ ਇਹਦਾ ਬੈਕਗਰਾਉਂਡ ਹੈਗੀ ਆ, ਪਿਛੋਕੜੇ ਦੱਸਿਆ ਉਹਨਾਂ ਨੇ। ਕਿਉਂਕਿ ਬਾਕੀ ਜਿਹੜੇ ਮੁੱਖ ਮੰਤਰੀ ਉਹਨਾਂ ਕੋਲ ਬਹੁਤਿਆਂ ਕੋਲ ਨਹੀਂ Z+, ਉਹਨਾਂ ਨੂੰ ਦਿੱਤੀ ਜਾਂਦੀ ਜਿਹਨਾਂ ਨਾਲ ਇਹ ਹੁੰਦਾ, ਜਿਹਦੇ ਵਿੱਚ CRPF ਹੈਗੀ ਆ, ਜਿਹਦੇ ਵਿੱਚ ਨੈਸ਼ਨਲ ਸਿਕਿਉਰਿਟੀ ਦੇ ਕੁਝ ਲੋਕ ਹੈਗੇ ਆ, ਜਿਹਦੇ ਵਿੱਚ ਪੰਜਾਬ ਪੁਲਿਸ ਹੈਗੀ ਹੈ। ਇਹ ਮਿਲ ਕੇ ਸਾਰੇ ਇੱਕ ਜੁਆਇੰਟ ਆਪਣਾ ਫਰੰਟ ਬਣਾ ਕੇ ਸੁਰੱਖਿਆ ਦਾ ਇੱਕ ਗਰੁੱਪ ਬਣਾ ਕੇ ਨਾਲ ਰਹਿਣਗੇ ਉਹਨਾਂ ਦੇ। ਔਰ ਇਹਦੇ ਵਿੱਚ ਇਹਨੂੰ ਪਹਿਲਾਂ ਜਿਹੜੀ ਹੈਗੀ ਆ ਸਿੱਧੂ ਮੂਸੇਵਾਲੇ ਨੂੰ ਸਿਕਿਉਰਿਟੀ ਦਿੱਤੀ ਸੀ, ਉਹ ਇਹਨਾਂ ਨੇ ਇੱਕਦਮ ਲਾ ਲਈ ਸੀ, ਉਹਦਾ ਪੰਜਾਬ ਵਿੱਚ ਬਹੁਤ ਰੌਲਾ ਪਿਆ। ਫਿਰ ਇਹਨਾਂ ਨੇ ਜਿਹੜਾ ਉਹਨੂੰ ਸੋਸ਼ਲ ਮੀਡੀਆ 'ਤੇ ਵੀ ਪੋਸਟ ਉਦੋਂ ਕਰ ਦਿੱਤਾ, ਉਹਦਾ ਕਰਕੇ ਉਹਦਾ ਫਾਇਦਾ ਉਠਾ ਕੇ ਜਿਹੜੇ ਗੈਂਗ ਸੀ, ਗੈਂਗਵਾਦ ਦੇ ਮੁੰਡੇ, ਉਹਦੇ ਵਿੱਚੋਂ ਗਰੁੱਪ ਉੱਠ ਕੇ ਉਹਨਾਂ ਨੂੰ ਦਿਨ ਦਿਹਾੜੇ ਹੀ ਉਹਨਾਂ ਦਾ ਕਤਲ ਕਰ ਦਿੱਤਾ, ਉਹਨਾਂ ਨੂੰ ਗੋਲੀ ਮਾਰ ਦਿੱਤੀ। ਔਰ ਪੰਜਾਬ ਵਿੱਚ ਕਿਤੇ ਨਾ ਕਿਤੇ ਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੂਚਨਾਵਾਂ ਮਿਲਦੀਆਂ ਰਹਿੰਦੀਆਂ। ਉਦੋਂ ਬਾਅਦ ਜਦੋਂ ਨਵਜੋਤ ਸਿੱਧੂ ਨੂੰ ਜਦੋਂ 1 ਸਾਲ ਕੈਦ ਹੋ ਗਈ ਸੀ, ਜਿਹੜਾ ਰੋਡ 'ਤੇ ਜਾ ਕੇ ਉਹਨਾਂ ਕਿਸੇ ਨਾਲ ਮੁੱਕਾ ਮਾਰਿਆ ਸੀ ਤੇ ਉਹਦੀ ਡੈਥ ਹੋ ਗਈ ਬਾਅਦ 'ਚ, ਉਹਨਾਂ ਨੂੰ 1 ਸਾਲ ਦੀ ਹੋਈ, ਪਰ ਥੋੜ੍ਹਾ ਸਮਾਂ ਉਹਨਾਂ ਨੇ ਜੇਲ੍ਹ ਵਿੱਚ ਕੱਟਿਆ, 10 ਮਹੀਨੇ ਦੇ ਕਰੀਬ। ਉਦੋਂ ਪਹਿਲੋਂ ਉਹ ਆ ਗਏ ਔਰ ਉਹਨਾਂ ਦੇ ਪਹਿਲੋਂ Z ਸਿਕਿਉਰਿਟੀ ਸੀ, ਪਰ ਉਹਨਾਂ ਦੀ ਸਿਕਿਉਰਿਟੀ ਵਿਡਰਾ ਕਰ ਲਈ। ਫਿਰ ਉਹਨਾਂ ਨੂੰ ਕਿਹਾ ਤੁਹਾਨੂੰ ਆਉਣ 'ਤੇ ਦਿੱਤੀ ਜਾਊਗੀ, ਉਹਨਾਂ ਨੂੰ ਨਹੀਂ ਦਿੱਤੀ। ਫਿਰ ਉਹਨਾਂ ਨੇ ਫਿਰ ਕੋਰਟ 'ਚ ਕੇਸ ਕੀਤਾ, ਕੋਰਟ ਨੇ ਤਲਬ ਕੀਤਾ ਪੰਜਾਬ ਨੂੰ, ਪੰਜਾਬ ਕੋ ਮੰਗਿਆ ਉਹਨਾਂ ਕੋ ਕਿ ਕੀ ਦੱਸੋ ਇਹਨੂੰ ਕਿਉਂ ਸਿਕਿਉਰਿਟੀ ਲਾਏਗੀ। ਐਕਚੁਅਲੀ ਪਰ ਉਹ ਇਸ ਮੁੱਖ ਮੰਤਰੀ ਇਹਦੇ ਲਈ ਐਲੀਜੀਬਲ ਹੈ, ਉਹਨਾਂ ਨੂੰ ਮਿਲ ਸਕਦੀ ਹੈ। ਪਰ Z+ ਸਿਕਿਉਰਿਟੀ ਜਿਹੜੀ ਹੈ ਇਹ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਜਿਹੜਾ ਹੋਮ ਮਿਨਿਸਟਰ ਔਰ ਉਹਦੇ ਨਾਲ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਮਿਲਦੀ ਹੈ, ਜਿਹੜੇ ਉੱਚ ਪਦਵੀ 'ਤੇ ਆ। ਨਵਜੋਤ ਸਿੱਧੂ ਤਾਂ ਹੁਣ MLA ਆ, ਉਹਦੇ ਤੋਂ ਕੋਈ ਇਸ ਤਰ੍ਹਾਂ ਦਾ ਨਹੀਂ। ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੀਗੇ ਉਦੋਂ ਮਿਲ ਸਕਦੀ ਸੀ। ਉਹ ਬੜਿੰਗ ਸਾਹਿਬ ਨੇ, ਅੱਜ ਕੱਲ੍ਹ ਅਮਰਿੰਦਰ ਬੜਿੰਗ, ਉਹਨਾਂ ਨੂੰ ਨਹੀਂ। ਔਰ ਇਹਦੇ ਨਾਲ ਬਹੁਤ ਲੰਬੀ ਗਰੁੱਪ ਹੁੰਦਾ ਇਹਨਾਂ ਦਾ ਸਿਕਿਉਰਿਟੀ ਦਾ, ਸੁਰੱਖਿਆ ਜਿਹੜੀ ਹੁੰਦੀ ਹੈ ਕੇਂਦਰ ਵੱਲੋਂ ਹੁੰਦੀ ਸੈਂਕਸ਼ਨ, ਔਰ ਇਹਨਾਂ ਨੂੰ ਇਹ ਵੈਸੇ ਦੇ ਦਿੱਤੀ ਗਈ ਆ। ਹੋ ਸਕਦਾ ਕਿ ਇਹਨਾਂ ਨੂੰ ਜਾਣਾ ਪੈਂਦਾ ਕਰਨਾਟਕ, ਦਿੱਲੀ, ਕਈ ਜਗ੍ਹਾ ਦੌੜੇ ਫਿਰਦੇ ਹੁੰਦੇ ਆ, ਔਰ ਉਹ ਵੀ ਨਾਲ ਹੈਲੀਕਾਪਟਰ 'ਤੇ ਜਾਣਗੇ, ਇਹਨਾਂ ਨੂੰ ਅਗਵਾਈ ਕਰਨਗੇ ਇਹਨਾਂ ਦੀ। ਔਰ ਇਸ ਕਰਕੇ ਦਿੱਤੀ ਜਾਂਦੀ ਹੈ ਕਿਉਂਕਿ ਜਿੱਥੋਂ ਖਤਰੇ ਦੀ ਕੋਈ ਨਾ ਕੋਈ ਗੱਲਬਾਤ ਹੋਵੇ, ਜਦੋਂ ਖੁਫੀਆ ਏਜੰਸੀਆਂ ਨੂੰ ਪਤਾ ਲੱਗ ਜੇ ਉਸ ਵੇਲੇ ਕਰਦੀ ਹੈ। ਇਹਨਾਂ ਦੀ ਡਿਮਾਂਡ ਨਹੀਂ ਕੋਈ ਵੀ, ਨਾ ਇਹਨਾਂ ਮੰਗੀ ਹੈ। ਐਕਚੁਅਲੀ ਜੋ ਇਹਨਾਂ ਦਾ ਅਹੁਦਾ ਹੈ ਨਾ, ਜੀ Z+ ਸਿਕਿਉਰਿਟੀ ਬਣਦੀ ਕਿਉਂਕਿ ਇਕੁਇਲੈਂਟ ਜਿੱਦਾਂ ਪ੍ਰਾਈਮ ਮਿਨਿਸਟਰ ਨੇ, ਉਹਨਾਂ ਦੀ ਸਪੈਸ਼ਲ ਸਿਕਿਉਰਿਟੀ, ਉਹਨਾਂ ਦਾ ਸਪੈਸ਼ਲ ਗਰੁੱਪ ਹੈ ਸਿਕਿਉਰਿਟੀ ਦਾ, ਠੀਕ ਉਸੇ ਤਰ੍ਹਾਂ ਜਿਹੜੇ CM ਨੇ, ਹਰ ਸੂਬੇ ਦਾ CM ਹੈ, ਉਹ Z+ ਸਿਕਿਉਰਿਟੀ ਉਹਨਾਂ ਵਾਸਤੇ ਬਣਦੀ ਹੈ, ਅਹੁਦੇ ਦੇ ਮੁਤਾਬਿਕ ਬਣਦੀ ਹੈ। ਔਰ ਜੋ ਸਿੱਧੂ ਸਾਹਿਬ ਵੀ ਆਪਣੇ ਵਾਸਤੇ Z+ ਸਿਕਿਉਰਿਟੀ ਦੀ ਡਿਮਾਂਡ ਕਰ ਰਹੇ ਨੇ, ਉਹ ਦੇਖੋ ਹੁਣ ਕਿੱਥੇ ਜਾ ਕੇ ਗੱਲ ਖੜਦੀ ਹੈ, ਕਿਉਂਕਿ ਹਜੇ ਤੱਕ ਕੋਰਟ ਦੇ ਵਿੱਚ ਪੈਂਡਿੰਗ ਹੈ ਮਾਮਲਾ। ਦੇਖੋ ਉਹ ਗੱਲ ਕਿੱਥੇ ਖੜਦੀ ਹੈ। ਤੁਹਾਨੂੰ ਮਿਲ ਜਾਣੀ ਅਜੇ ਉਹ ਪੈਂਡਿੰਗ ਇਸ ਕਰਕੇ ਹੈਗਾ ਕਿ ਉੱਤੇ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਕਰਕੇ ਨਹੀਂ ਹੋ ਰਹੀ ਕਿ ਇੱਕ ਜਿਹੜਾ ਬੰਦਾ ਖਿਡਾਰੀ ਹੋਵੇ, ਜਾਂ ਜਿੱਦਾਂ ਇਮਰਾਨ ਖਾਨ ਉੱਧਰ ਹੈਗੇ ਹੈ ਨਾ, ਜਾਂ ਜਿਸ ਤਰ੍ਹਾਂ ਦੇ ਕੋਈ ਇੱਧਰ ਦੇ ਆਪਣੇ ਵੱਡੇ ਖਿਡਾਰੀ ਆ, ਉਹਨਾਂ ਨੂੰ ਨਹੀਂ ਇਸ ਤਰ੍ਹਾਂ ਦੀ ਦਿੱਤੀ ਜਾਂਦੀ। ਛੋਟੀ ਸਿਕਿਉਰਿਟੀ ਦੇ ਸਕਦੇ ਆ। ਹੁਣ MLA ਨੇ, ਜਾਂ ਉਦੋਂ ਬਾਅਦ ਕਿਤੇ ਮੰਤਰੀ ਬਣੇ ਰਹੇ ਆ, ਜਾਂ ਸਾਬਕਾ ਮੰਤਰੀਆਂ ਨੂੰ ਨਹੀਂ ਦਿੱਤੀ ਜਾਂਦੀ।
ਹਾਂ ਇਹ ਗੱਲ ਹੈਗੀ ਆ। जी ये भी है, पर देखो कोर्ट की फैसला करता है। खैर सिक्योरिटी बहुत रेयर है बिकॉज खर्चा बहुत है खर्चा ना, बहुत। खर्चा बहुत है। और ਉੱਪਰ ਤਾਂ ਹੈ ਹੀ ਨਹੀਂ ਸਿਕਿਉਰਿਟੀ, ਤਾਂ- ਇਹ ਤਾਂ ਸਿਖਰ ਦੀ ਸਿਕਿਉਰਿਟੀ। ਇਸ ਤੋਂ ਉੱਤੇ ਤੇ ਫਿਰ ਉਹ ਪ੍ਰਾਈਮ ਮਿਨਿਸਟਰ ਜੀ ਦੀ ਆਪਣੀ ਸਿਕਿਉਰਿਟੀ ਹੈ ਉਹ ਤਾਂ ਆਪਣੀ ਪਰਸਨਲ, ਉਹ ਅਲੱਗ ਗਰੁੱਪ ਹੈ। ਉਹ ਆਪ ਉਹਦੇ ਸਿਰ ਕੱਪੜਿਆਂ 'ਚ ਹੁੰਦੇ ਆ। ਹਾਂਜੀ ਉਹ ਆਪਣੀ ਉਹਨਾਂ ਦੀ ਸਿਕਿਉਰਿਟੀ ਹੈ। ਬਾਕੀ ਸਭ ਤੋਂ ਵੱਡੀ Z+ ਹੀ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਜਦੋਂ ਆਉਂਦਾ ਤਾਂ ਕਮਿਊਨੀਕੇਸ਼ਨ ਜੈਮ ਕਰ ਦਿੰਦੇ ਆ। ਉਹ ਅਲੱਗ ਚੀਜ਼ ਹੈ, ਉਹ ਟੋਟਲ ਅਲੱਗ ਚੀਜ਼ ਬਣਦੀ ਹੈ। ਹਾਂ ਨਹੀਂ ਸੈਂਸਿਟਿਵ ਮਤਲਬ ਏਰੀਆ ਬਿਲਕੁਲ ਜ਼ਰੂਰੀ ਹੈ, ਜਿਹੜੇ ਅਹੁਦਿਆਂ ਵਾਸਤੇ ਜੋ ਚੀਜ਼ ਜ਼ਰੂਰੀ ਹੈ ਉਹ ਜ਼ਰੂਰ ਕੀਤੀ ਜਾਂਦੀ ਹੈ। ਸੋ ਆਪਾਂ ਅੱਗੇ ਵਧੀਏ ਜੀ। ਮੋਦੀ ਸਾਹਿਬ ਜੋ ਪ੍ਰਾਈਮ ਮਿਨਿਸਟਰ ਸਾਡੇ ਭਾਰਤ ਦੇ ਨੇ, ਉਹ ਕਹਿ ਰਹੇ ਨੇ ਕਿ ਪਰਿਵਾਰਵਾਦ ਦੀ ਸਿਆਸਤ ਨੇ ਦੇਸ਼ ਦੀ ਤਰੱਕੀ ਰੋਕ ਦਿੱਤੀ ਹੈ। ਇਹਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਰੇਹੜੀ ਕਲਚਰ ਦਾ। ਉਹਦੇ ਵਿੱਚ ਇਹਨਾਂ ਕਿਹਾ ਵੀ ਰੋੜੀਆਂ ਅੰਨਾ ਵੰਡੇ ਰੇੜੀਆਂ ਤੇ ਮੁੜਕੜ ਆਪਣਿਆਂ ਨੂੰ ਦੇ, ਉਹ ਜਿਹੜਾ ਇੱਕ ਅਖਾਣ ਆ ਪੰਜਾਬ ਦਾ, ਉਹਦੇ ਤੇ ਇਹਨਾਂ ਨੇ ਵੱਡਾ ਮੀਲ ਪੱਥਰ ਰੱਖ ਕੇ ਐਲਾਨ ਕੀਤਾ। ਫਿਰ ਹੁਣ ਇਹਨਾਂ ਨੇ ਐਲਾਨ ਕੀਤਾ ਕਿ ਪਰਿਵਾਰਵਾਦ ਜਿਹੜਾ ਹੈਗਾ ਇਹ ਸਰਕਾਰ ਦੇ ਵਿਕਾਸ ਲਈ ਬੜਾ ਰੋਕੂ ਜਾਂ ਰਾਹ ਵਿੱਚ ਰੋੜਾ। ਔਰ ਇਹਨਾਂ ਨੇ ਐਲਾਨ ਕੀਤਾ ਕੱਲ੍ਹ ਕਿਤੇ ਇੱਕ ਨੀਂਹ ਪੱਥਰ ਰੱਖ ਰਹੇ ਸੀਗੇ ਉਸ ਸੂਬੇ 'ਚ, ਇਹਨਾਂ ਨੇ ਸਭ ਤੋਂ ਪਹਿਲਾਂ ਇਹ ਐਲਾਨ ਕੀਤਾ ਕਿ ਇਸ ਚੀਜ਼ ਤੋਂ ਦੂਰ ਰਹੋ, ਕਿਉਂ ਨਹੀਂ ਇਹਦੇ ਵਿੱਚ ਪ੍ਰੋਬਲਮ ਆ ਰਹੀ ਆ। ਪਰ ਆਲੋਚਨਾ ਕਰਨ ਵਾਲੇ ਨੇ ਇਹ ਕਿਹਾ ਕਿ ਇਹਨਾਂ ਤੇ ਆਪ ਸ਼ਾਦੀ ਨਹੀਂ ਕਰਵਾਈ, ਇਹਨਾਂ ਦਾ ਤਾਂ ਕੋਈ ਬਾਲ ਬੱਚਾ ਹੈ ਨਹੀਂ। ਬਾਕੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਸ਼ੁਰੂ ਵਿੱਚ ਕਿ ਬਹੁਤ ਜਿਹੜੇ ਵੱਡੇ ਨੀਤੀਵਾਨ ਜਾਂ ਜਿਹੜੇ ਬੰਦੇ ਨੇਤਾ ਨੇ ਜਾਂ ਸਾਡੇ ਆਗੂ ਰਹਿ ਚੁੱਕੇ ਆ, ਉਹ ਇੱਕ ਹਿਊਮਨ ਸਾਈਕੀ ਆ, ਕੁਛ ਨਾ ਕੁਛ ਤਾਂ ਧਿਆਨ ਜਾਂਦਾ ਬੱਚਿਆਂ ਵੱਲ, ਸਾਰਿਆਂ ਵੱਲ ਹੁੰਦਾ ਹੈ। ਉਹ ਅਸੀਂ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਜਾਂ ਪਿਛਲੇ ਜਦੋਂ ਦੇਸ਼ ਆਜ਼ਾਦ ਹੋਇਆ ਹੁਣ ਤੱਕ ਵੇਖੀ, ਹਰ ਪਾਰਟੀ ਦੇ ਨੇਤਾ ਨੇ ਕੁਛ ਨਾ ਕੁਛ ਕੀਤਾ। ਅਟਲ ਬਿਹਾਰੀ ਵਾਜਪਾਈ ਵੀ ਇਸੇ ਤਰ੍ਹਾਂ ਸੀ, ਛੜੇ ਸੀ, ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਪਰਿਵਾਰ ਨਹੀਂ ਸੀਗਾ। ਉਹ ਬੜੇ ਬਹੁਤ ਖੁੱਲ੍ਹੇ ਦਿਲ ਦੇ ਔਰ ਬਹੁਤ ਕੁਛ ਉਹਨਾਂ ਨੇ ਵੇਖਿਆ ਸੀਗਾ। ਔਰ ਉਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇਤਾ ਨਾਲ ਮਿਲਦੀਆਂ ਜੁਲਦੀਆਂ, ਜਿਹੜੇ ਤਾਂ ਛੜੇ ਸੀ ਉਹਨਾਂ ਨੂੰ ਤਾਂ ਕੋਈ ਪਰਿਵਾਰ ਹੈ ਹੀ ਨਹੀਂ। ਜਿਨ੍ਹਾਂ ਦਾ ਪਰਿਵਾਰਵਾਦ ਹੈਗਾ ਉਹਨਾਂ ਦਾ ਨੈਚੁਰਲੀ ਧਿਆਨ ਜਾਊਗਾ, ਸਾਰਾ ਕੁਝ ਹੈਗਾ। ਪਰ ਇਹਨਾਂ ਨੇ ਗੱਲ ਕਿਹਾ ਕਿ ਗੱਲ ਵੈਸੇ ਸੌੜੀ ਹੈ, ਇਹ ਨੈਰੋ ਗੱਲ ਹੈਗੀ ਆ। ਸਾਰਾ ਪਰਿਵਾਰ ਤਾਂ ਉਹਨਾਂ ਦਾ ਹੁੰਦਾ, ਦੇਸ਼ ਦੇ ਮੈਂਬਰ ਉਹ ਸਾਰਾ ਪਰਿਵਾਰ ਆ। ਉਹਨਾਂ ਵੱਲ ਵੇਖਣ ਜਿਨ੍ਹਾਂ ਦੀ ਐਲੀਜੀਬਿਲਟੀ ਬਣਦੀ ਹੈ ਉਹਨਾਂ ਨੂੰ ਅੱਗੇ ਲਿਆਓ, ਜਿਹੜੇ ਪੜ੍ਹੇ ਲਿਖੇ ਲੋਕ ਹੈਗੇ ਨੇ, ਜਿਹੜੇ ਸੂਝਵਾਨ ਨੇ, ਜਿਨ੍ਹਾਂ ਕੋਲ ਲਿਆਕਤ ਹੈਗੀ ਆ, ਜਿਹੜੇ ਅੱਗੇ ਆਉਣਾ ਚਾਹੁੰਦੇ ਆ, ਜਿਹਨਾਂ ਰਾਜਨੀਤੀ ਨੂੰ ਜਾਣਦੇ ਆ, ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਪੜ੍ਹਿਆ, ਜਿਨ੍ਹਾਂ ਨੂੰ ਪ੍ਰੀਐਂਬਲ ਦਾ ਨਹੀਂ ਪਤਾ ਉਹਨਾਂ ਨੇ ਅੱਗੇ ਆ ਕੇ ਕੀ ਕਰਨਾ, ਜਿਨ੍ਹਾਂ ਨੂੰ ਫੰਡਾਮੈਂਟਲ ਰਾਈਟਸ ਦਾ ਨਹੀਂ ਪਤਾ, ਜਿਨ੍ਹਾਂ ਨੂੰ ਆਪਣੇ ਫਰਜ਼ਾਂ ਤੇ ਅਧਿਕਾਰਾਂ ਦਾ ਨਹੀਂ ਪਤਾ, ਜਿਨ੍ਹਾਂ ਨੂੰ ਆਜ਼ਾਦੀ ਦਾ ਨਹੀਂ ਪਤਾ ਕਿਸ ਤਰ੍ਹਾਂ ਮਿਲੀ ਆ, ਜਿਹਨੂੰ 1957 ਦੇ ਗਦਰ ਦਾ ਨਹੀਂ ਪਤਾ, ਉਹਨਾਂ ਨੇ ਕੀ ਕਰਨਾ ਹੈਗਾ, ਉਹ ਫਿਰ ਸਿੱਧੀ ਲੀਡਰੀ ਚਮਕਾਉਂਦੇ ਆ। ਗੱਲ ਤਾਂ ਉਹਨਾਂ ਦੀ ਬਹੁਤ ਅੱਛੀ ਵੀ ਹੈਗੀ। ਐਕਚੁਅਲੀ ਕੀ ਹੈ ਕਿ ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ, ਜੇ ਪੁਰਾਣੇ ਸਮੇਂ 'ਚ ਵੀ ਜਾਈਏ, ਜੋ ਚਾਣਕਯ ਦੀ ਆਪਾਂ ਗੱਲ ਕਰਦੇ ਹਾਂ, ਜਿਹਨੇ ਅਰਥ ਸ਼ਾਸਤਰ ਦਿੱਤਾ, ਚਾਣਕਯ, ਉਹਨਾਂ ਦਾ ਵੀ ਵਿਆਹਤਾ ਜੀਵਨ ਨਹੀਂ ਹੈਗਾ, ਇਕੱਲੇ ਹੀ ਨੇ। ਔਰ ਇਦਾਂ ਸਾਡੇ ਭਾਰਤ ਦੀਆਂ ਪਰੰਪਰਾਵਾਂ ਨੇ, ਬੜੇ ਅਰਿਸਟੋਟਲ, ਪਲੇਟੋ, ਬੜੇ ਪੁਰਾਣੇ ਰਿਸ਼ੀ ਮੁਨੀ ਜਿਹੜੇ ਵਿਚਾਰਕ ਨੇ, ਜ਼ਿਆਦਾਤਰ ਉਹਨਾਂ ਵਿੱਚੋਂ ਉਹਨਾਂ ਦਾ ਪਰਿਵਾਰ ਨਹੀਂ ਹੈ, ਉਹਨਾਂ ਦੀ ਪਤਨੀ ਨਹੀਂ, ਕਿਉਂਕਿ ਉਹਨਾਂ ਨੇ ਵਿਵਾਹ ਨਹੀਂ ਕੀਤਾ। ਇਹ ਹੈ, ਬਾਕੀ ਇਹ ਪਰਸਨਲ ਲਾਈਫ ਹੈ। ਦੂਜੀ ਗੱਲ ਇਹ ਰਹੇਗੀ ਕਿ ਹਰੇਕ ਦੀਆਂ ਪਰਸਨਲ ਲਾਈਫ ਦੀਆਂ ਆਪਣੀਆਂ ਹਾਲਾਤ ਹੁੰਦੇ ਨੇ, ਉਹ ਕਿੱਦਾਂ ਚੱਲਣਾ ਉਹ ਉਹਨਾਂ ਦੀ ਆਪਣੀਆਂ ਗੱਲਾਂ ਨੇ। ਬਾਕੀ ਜਿਹੜੀ ਇਹ ਪਰਿਵਾਰਵਾਦ ਦੀ ਗੱਲ ਹੈ ਨਾ, ਜੇ ਤੁਹਾਡਾ ਪਰਿਵਾਰ ਹੈਗਾ ਵੀ ਹੈ, ਤੁਹਾਡੇ ਪਤਨੀ ਆ, ਬੱਚੇ ਆ, ਲੇਕਿਨ ਜਦੋਂ ਤੁਸੀਂ ਇੰਨਾ ਵੱਡੇ ਅਹੁਦਿਆਂ ਤੇ ਆਉਂਦੇ ਹੋ, ਤੁਹਾਡੀ ਸੋਚ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਪੂਰੇ ਦੇਸ਼ ਨੂੰ, ਦੇਸ਼ ਦੇ ਸਾਰੇ ਬੱਚਿਆਂ ਨੂੰ ਆਪਣਾ ਪਰਿਵਾਰ ਮੰਨੋ। ਜੇ ਛੋਟੀ ਸੋਚ ਹੈ ਤਾਂ ਤੁਹਾਡਾ ਰਾਜਨੀਤੀ ਦੇ ਵਿੱਚ ਕੋਈ ਥਾਂ ਨਹੀਂ ਹੈ। ਜੇ ਸਿਰਫ ਆਪਣੇ ਪਰਿਵਾਰ, ਆਪਣੇ ਬੱਚਿਆਂ ਤੱਕ ਤੁਸੀਂ ਲਿਮਿਟ ਰੱਖਦੇ ਹੋ ਆਪਣੀ, ਤਾਂ ਤੁਹਾਡਾ ਰਾਜਨੀਤੀ ਦੇ ਵਿੱਚ ਕੋਈ ਸਥਾਨ ਨਹੀਂ, ਕਿਉਂਕਿ ਤੁਹਾਡਾ ਅਹੁਦਾ ਇਸ ਚੀਜ਼ ਦੀ ਡਿਮਾਂਡ ਕਰਦਾ ਹੈ ਕਿ ਤੁਸੀਂ ਹਰ ਬੰਦੇ ਨੂੰ, ਹਰ ਨਾਗਰਿਕ ਨੂੰ ਆਪਣਾ ਬੱਚਾ ਸਮਝੋ, ਹਰ ਪਰਿਵਾਰ ਨੂੰ, ਪੂਰੇ ਦੇਸ਼ ਨੂੰ, ਪੂਰੀ ਦੁਨੀਆ ਨੂੰ ਆਪਣਾ ਬੱਚਾ ਸਮਝੋ। ਹਾਲਾਂਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਇਹ ਸਮਝਾਇਆ ਕਿ ਪੂਰੀ ਦੁਨੀਆ ਇੱਕੋ ਹੀ ਪਰਿਵਾਰ ਹੈ, ਤਾਂ ਸਭ ਦੇ ਭਲੇ ਵਾਸਤੇ, ਸਰਬੱਤ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ। ਸੋ ਆਪਾਂ ਅੱਗੇ ਵਧੀਏ। ਮੋਦੀ ਸਾਹਿਬ ਦੀ ਉਹ ਗੱਲ ਲੈਂਦੇ ਆ। ਅਮਿਤ ਸ਼ਾਹ ਕਹਿੰਦੇ ਨੇ, ਜੋ ਸਾਡੇ ਹੋਮ ਮਿਨਿਸਟਰ ਨੇ, ਕਿ ਤੀਜੀ ਵਾਰ ਵੀ ਜੋ 2024 ਦੀਆਂ ਇਲੈਕਸ਼ਨਸ ਹੋਣੀਆਂ ਨੇ, ਉਹਦੇ ਵਿੱਚ ਵੀ ਅਸੀਂ ਹੀ ਸੱਤਾ ਚਾਹਾਂਗੇ, ਬੀਜੇਪੀ ਸੱਤਾ 'ਚ ਆਏਗੀ ਤੇ ਪ੍ਰਾਈਮ ਮਿਨਿਸਟਰ ਮੋਦੀ ਬਣਨਗੇ ਤੀਜੀ ਵਾਰ। ਇਹ ਅਮਿਤ ਸ਼ਾਹ ਕਹਿ ਰਹੇ ਨੇ। ਔਰ ਕਿਉਂਕਿ ਦੇਸ਼ ਦੇ ਲੋਕਾਂ ਦਾ ਮੋਦੀ ਜੀ ਤੇ ਵਿਸ਼ਵਾਸ ਹੈ, ਇਸ ਕਰਕੇ ਤੀਜੀ ਵਾਰ ਵੀ ਉਹ ਪ੍ਰਾਈਮ ਮਿਨਿਸਟਰ ਬਣ ਸਕਦੇ ਨੇ ਜਾਂ ਬਣਨਗੇ, ਜਿੱਦਾਂ ਵੀ ਉਹ ਕਹਿ ਰਹੇ ਨੇ। ਬੀਜੇਪੀ ਦੇ ਜਿੰਨੇ ਨੇਤਾ ਨੇ, ਇਹ ਤਾਂ ਅਮਿਤ ਸ਼ਾਹ ਜੀ ਨੇ ਐਲਾਨ ਕੀਤਾ, ਔਰ ਜਿੰਨੇ ਨੇਤਾ ਨੇ ਔਰ ਜਿੰਨੇ ਉਹਨਾਂ ਦੇ ਪੈਰੋਕਾਰ ਆ, ਜਿੰਨੇ ਉਹਨਾਂ ਨੂੰ ਅੱਗੇ ਲਿਆਉਣ ਵਾਲੇ ਲੋਕ ਨੇ, ਉਹਨਾਂ ਦਾ ਇਹੋ ਹੀ ਭਵਿੱਖਬਾਣੀ ਹੈ ਕਿ ਆਉਣ ਵਾਲਾ ਸਮਾਂ 2024 ਦੀ ਲੋਕ ਸਭਾ ਚੋਣਾਂ ਦੇ ਵਿੱਚ ਅਗਲੇ ਪ੍ਰਧਾਨ ਮੰਤਰੀ ਭਾਰਤ ਦੇ ਨਰਿੰਦਰ ਮੋਦੀ ਜੀ ਹੋਣਗੇ। ਉਹਨਾਂ ਨੇ ਐਗਜ਼ੈਕਟ ਪੋਲ ਦੀ ਵੀ ਥੋੜ੍ਹੀ ਜਿਹੀ ਗੱਲ ਕੀਤੀ ਆ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵੀ ਇਹ ਸ਼ਾਖਾ ਬਣਾ ਰੱਖੀ ਹੈ ਕਿ ਇਹਦੇ ਵਿੱਚ ਅਗਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋ ਸਕਦੇ ਆ। ਪਰ ਹੁਣ ਇਹਨੂੰ ਕਿਸੇ ਠੋਸ ਤਰੀਕੇ ਨਾਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਲੋਕਾਂ ਦੇ ਮਨ ਦੇ ਅੰਦਰ ਝਾਤ ਪਾਉਣੀ ਔਖੀ ਵੀ ਹੈਗੀ ਆ।
ਜੇ ਅਸੀਂ ਜਿਸ ਧਰਤੀ ਤੇ ਬੈਠੇ ਪੰਜਾਬ 'ਚ ਕਿਸੇ ਨੂੰ ਪਤਾ ਸੀ, ਐਗਜ਼ੈਕਟ ਪੋਲ ਵਾਲਿਆਂ ਨੂੰ ਪਤਾ ਸੀਗਾ ਕਿ 92 ਸੀਟਾਂ ਲੈ ਕੇ ਆਪ ਅੱਗੇ ਆ ਜੂਗੀ। ਜਦੋਂ ਕਿ ਵੱਡੇ ਪੜੁੱਲ ਬਣਾ ਕੇ ਅਕਾਲੀ ਦਲ, ਜਦੋਂ ਕਿ ਕਾਂਗਰਸ, ਜਦੋਂ ਕਿ ਬੀਜੇਪੀ, ਬਾਕੀ ਪਾਰਟੀਆਂ ਬੈਠੀਆਂ ਸੀ, ਇੱਕਦਮ ਹੀ ਇਹ ਸ਼ੁਰਲੀ ਚੱਲੀ, ਇੱਕਦਮ ਹੀ ਹੈਰਾਨੀਜਨਕ ਫੈਸਲਾ ਹੋਣ ਤੋਂ ਬਾਅਦ ਆਪਣੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ, ਪੰਜਾਬ ਦੇ ਮੁੱਖ ਮੰਤਰੀ ਤਖਤ ਤੇ ਭਗਵੰਤ ਮਾਨ ਜੀ ਆ ਕੇ ਬਹਿ ਗਏ। ਕਿਸੇ ਨੂੰ ਨਹੀਂ ਸੀ ਪਤਾ ਇੱਕ ਕਮੇਡੀਅਨ ਮੁੰਡਾ ਜਿਹੜਾ ਹੈਗਾ ਜਿਹਨੇ ਸਟੇਜਾਂ ਤੇ ਸ਼ੋਅ ਕੀਤੇ ਆ, ਉਹ ਆਪਣੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਬਣ ਜੂਗਾ, ਕਿਉਂਕਿ ਪੰਜਾਬ ਸੂਬਾ ਸਾਰੇ ਸੂਬਿਆਂ ਨਾਲ ਉੱਭਰਦਾ ਸੂਬਾ ਹੈਗਾ। ਇੱਥੋਂ ਦਾ ਮੁੱਖ ਮੰਤਰੀ ਬਣਨਾ ਜਿਹੜਾ ਹੈਗਾ ਬਹੁਤ ਵੱਡਾ ਰੁਤਬਾ ਹੈਗਾ, ਬੜੀ ਵੱਡੀ ਉਪਾਧੀ ਹੈਗੀ ਆ। ਪਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਹੋਰ ਵੀ ਉੱਪਰ ਤੇ ਸਿਖਰ ਦੀ ਪਦਵੀ ਆ। ਔਰ ਉਹਦੇ ਤੇ ਜੇ ਪਹਿਲੋਂ ਕਿਆਸ ਰਾਈਆਂ ਇਸ ਤਰ੍ਹਾਂ ਦੀਆਂ ਕੀਤੀਆਂ ਜਾਣ, ਇਸ ਤਰ੍ਹਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਜਾਣ ਤੇ ਲੋਕ ਮਨਾਂ ਵਿੱਚ ਝਾਤ ਪਾਉਣੀ, ਲੋਕਾਂ ਦੇ ਜਿਹੜੀ ਉਹਨਾਂ ਦੀ ਸੂਝ ਆ ਜਾਂ ਉਹਦੇ ਤੇ ਆਪਾਂ ਵੇਖਣਾ ਪਿਓ ਕਿਸ ਪਾਸੇ ਉਲਰ ਸਕਦੇ ਆ, ਇਹ ਥੋੜ੍ਹਾ ਜਿਹਾ ਔਖਾ ਵੀ ਹੈਗਾ। ਹੋ ਸਕਦਾ ਇਹਨਾਂ ਦੇ ਕਾਰਪੋਰੇਟ ਅਦਾਰੇ ਨੇ, ਇਹਨਾਂ ਦੇ ਬਾਕੀ ਲੋਕ ਨੇ, ਜਾਂ ਕੁਝ ਏਜੰਸੀਆਂ ਹੈਗੀਆਂ ਜਾਂ NGOs ਹੈਗੀ ਆ ਜਿਹੜੇ ਲੋਕਾਂ ਨੂੰ ਫੇਸ ਟੂ ਫੇਸ ਮਿਲ ਰਹੇ ਆ। ਖਾਸ ਤੌਰ ਤੇ ਇਹ ਯੂਪੀ ਤੋਂ ਜਿੱਤਦੇ ਰਹੇ ਆ ਮੋਦੀ ਸਾਹਿਬ, ਬਨਾਰਸ ਦੇ ਏਰੀਏ ਤੋਂ। ਔਰ ਉਸ ਤੋਂ ਬਾਅਦ ਜਿਹੜਾ ਯੂਪੀ ਦਾ ਏਰੀਆ ਸਾਰਾ ਹੈਗਾ, ਇਹ ਯੂਪੀ ਦਾ ਵਿੱਚ ਸੀਟਾਂ ਵੀ ਜ਼ਿਆਦਾ 40 ਤੋਂ ਅਬਵ ਹੈਗੀਆਂ ਲੋਕ ਸਭਾ ਲਈ। ਔਰ ਉਦੋਂ ਬਾਅਦ ਮੱਧ ਪ੍ਰਦੇਸ਼ ਹੈਗਾ, ਬਿਹਾਰ ਹੈਗਾ, ਕਰਨਾਟਕ ਹੈਗਾ, ਕੇਰਲਾ, ਮਦਰਾਸ, ਸਾਰਾ ਏਰੀਆ ਇਹਨਾਂ ਦਾ ਉੱਥੇ ਥੋੜ੍ਹਾ ਬਹੁਤ ਹੈ ਤਾਂ ਹੈਗਾ, ਕਿਉਂਕਿ ਸਾਡੀ ਇਹਨਾਂ ਦੀ ਪਹੁੰਚ ਹੈਗੀ ਆ। ਔਰ ਬਾਕੀ ਸੂਬਿਆਂ 'ਚ ਇਹਨਾਂ ਨੇ ਬਣਾ ਲੈਣੀ ਆ। ਇਹਦੇ ਵਿੱਚ ਦੇਖੋ ਕਿ ਕੀ ਕੁਝ ਕਰ ਰਹੇ। ਹੁਣ ਸਮਾਂ ਰਹਿ ਗਿਆ ਥੋੜ੍ਹਾ, ਇਸ ਸਮੇਂ ਦੇ ਵਿੱਚ ਜੋ ਇਹਨਾਂ ਨੇ ਇਸ ਵੇਲੇ ਚਾਨਣ ਕਰਨਾ ਦੁਨੀਆ ਨੂੰ, ਜਾਂ ਦੁਨੀਆ ਨੇ ਇਹਨਾਂ ਨੂੰ ਚਾਨਣ ਕਰਨਾ, ਇਹ ਦੋ ਪਾਸੜ ਗੱਲ ਹੋ ਜੂਗੀ। ਔਰ ਇਹਦੇ ਵਿੱਚ ਵੇਖੋ ਇਸ ਵੇਲੇ ਸਾਰਿਆਂ ਦੀਆਂ BJP ਦੇ ਕਰਤਾ ਧਰਤਾ ਜਿਹਨੇ ਉਹਨਾਂ ਦੀਆਂ ਨਿਗਾਹ ਨਰਿੰਦਰ ਮੋਦੀ ਸਾਹਿਬ 'ਤੇ ਆ ਕਿ ਉਹ ਅਗਲੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ। ਦੂਜੇ ਪਾਸੇ ਜੇ ਅਸੀਂ ਗੱਲ ਕਰ ਲਈਏ ਤਾਂ ਕਾਂਗਰਸ ਦੇ ਵੀ ਪੱਲੇ ਕੁਝ ਇਸ ਤਰ੍ਹਾਂ ਦੀ ਗੱਲ ਹੈ ਨਹੀਂ। ਕਾਂਗਰਸ ਪਾਰਟੀ ਭਾਵੇਂ ਨੈਸ਼ਨਲ ਪਾਰਟੀ ਹੈ, ਪਰ ਉਹਨਾਂ ਦੇ ਆਗੂ, ਉਹਨਾਂ ਦੇ ਨੇਤਾ ਜਿਹੜੇ ਆ ਆਪ ਦਫਾੜ ਹੋਇਆ ਹਰ ਸਟੇਟ ਦੇ ਵਿੱਚ। ਅਸੀਂ ਪੰਜਾਬ 'ਚ ਬੈਠੇ, ਪੰਜਾਬ 'ਚ ਇਹਨਾਂ ਦਾ ਗੁੱਥਾ ਰੌਲਾ ਝਗੜਾ ਕਲੇਸ਼ ਇਹਨਾਂ ਦੇ ਵਿੱਚ ਰਿਹਾ। ਅਮਰਿੰਦਰ ਸਿੰਘ ਮੁੱਖ ਮੰਤਰੀ ਤੋਂ ਬਾਅਦ ਦੌੜ ਗਏ ਇੱਥੋਂ ਅਸਤੀਫਾ ਦੇ ਕੇ BJP 'ਚ। ਉਸ ਤੋਂ ਬਾਅਦ ਜਾਖੜ ਸਾਹਿਬ ਵੀ ਇੱਥੋਂ ਚਲੇ ਗਏ। ਉਸ ਤੋਂ ਬਾਅਦ ਜਿਹੜੇ ਸਰਸਾ ਜੀ ਨੇ ਉੱਥੋਂ ਦੇ ਦਿੱਲੀ ਦੇ, ਉਹ ਵੀ BJP 'ਚ। ਕਿਹੜੇ ਬੰਦੇ ਜਿਹੜੇ BJP 'ਚ ਨਹੀਂ ਗਏ, ਵੱਡੇ ਤੋਂ ਵੱਡੇ BJP 'ਚ ਜਾ ਬੈਠੇ ਆ। ਔਰ ਇਹਦੇ ਵਿੱਚ ਜਿਹੜੀ ਖੋਖਲਾ ਹੋ ਗਈਆਂ ਪਾਰਟੀਆਂ ਬਾਕੀ, ਔਰ ਇਸੇ ਕਰਕੇ ਹੋਈਆਂ ਕਿਉਂਕਿ ਉਹਨਾਂ ਨੂੰ ਉੱਥੇ ਰੁਤਬਾ ਮਿਲਣ ਦੀ ਥੋੜ੍ਹੀ ਉਮੀਦ ਸੀ। ਅਮਰਿੰਦਰ ਸਿੰਘ ਉਹਨਾਂ ਨੂੰ ਕਿਹਾ ਪਤਾ ਸੀ ਕਿ ਸ਼ਾਇਦ ਕਿਤੇ ਗਵਰਨਰ ਬਣਾ ਦੇਣਗੇ, ਪਰ ਅਜੇ ਤੱਕ ਨਹੀਂ ਬਣਾਇਆ। ਹੋ ਸਕਦਾ ਬਣਾ ਕੇ ਜਾਣ ਉਹਨਾਂ ਨੂੰ। ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਪਾਰਟੀ ਨੂੰ ਦੋਗਲਾ ਖੋਖਲਾ ਕਰ ਦਿੱਤਾ, ਘੁਣ ਲੱਗ ਗਿਆ ਉਹਨਾਂ ਨੂੰ, ਇਹਦਾ ਫਾਇਦਾ BJP ਨੇ ਚੁੱਕਣਾ। ਜੇ ਅਸੀਂ ਕਹਿ ਲਈਏ ਨਾ, ਜੇ ਕਾਂਗਰਸ ਮਜ਼ਬੂਤ ਹੋਵੇ, ਕਾਂਗਰਸ ਅੱਗੇ ਸਟਰੋਂਗ ਹੋਵੇ, ਜਾਂ ਕਾਂਗਰਸ ਕੋ ਵੱਡੀ ਪਾਵਰ ਹੋਵੇ, ਫਿਰ ਲੋਕ ਕਹਿ ਸਕਦੇ ਆ। ਕਾਂਗਰਸ ਵਿੱਚ ਨੇਤਾਗਿਰੀ ਦੀ ਬਹੁਤ ਘਾਟ ਹੈ ਇਸ ਵੇਲੇ। ਜਿਹੜੇ ਵੀ ਇਹਨਾਂ ਦੇ ਪ੍ਰਧਾਨ ਬਣੇ, ਜੋ ਇਹਨਾਂ ਦੇ ਵਿੱਚੋਂ ਵੀ ਬੜੀ ਸ਼ਾਂਤੀ ਹੋ ਗਈ ਆ। ਦਿੱਲੀ ਦੇ ਵਿੱਚ ਸਾਰੇ ਇਸ ਵੇਲੇ ਸੋਨੀਆ ਗਾਂਧੀ ਲੇਡੀ ਦੇ ਕਰਕੇ ਉਹ ਥੋੜ੍ਹਾ ਬਹੁਤ ਅੱਗੇ ਲੀਡਰਸ਼ਿਪ ਨਹੀਂ ਚਮਕਾਈ ਉਹਨਾਂ ਨੇ। ਪ੍ਰਿਯੰਕਾ ਥੋੜ੍ਹੀ ਜਿਹੀ ਅੱਗੇ ਆ ਸਕਦੀ ਆ, ਉਹ ਬੜੀ ਸੁਲਝੀ ਸਿਆਣੀ ਕੁੜੀ ਹੈ। ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਫੈਕਟਰ ਕਾਊਂਟ ਕਰਦੇ ਆ ਪਾਰਟੀ ਨਾਲ। ਹੁਣ ਇਹ ਪਾਰਟੀ ਅਗਲੇ ਪਾਸੇ ਤਾਂ ਉਹਨੂੰ ਜ਼ੀਰੋ ਹੀ ਮੰਨ ਰਹੇ ਆ, ਕਿਉਂਕਿ ਇਹਦੇ ਵਿੱਚ ਰਾਹੁਲ ਗਾਂਧੀ ਵੀ ਥੋੜ੍ਹੇ ਜਿਹੇ ਇਸ ਤਰ੍ਹਾਂ ਦੀ ਗੱਲ ਸਟਰੋਂਗਲੀ ਉਹਨਾਂ ਅੱਗੇ ਨਹੀਂ ਆਉਣ ਦੀ ਕੋਸ਼ਿਸ਼ ਕੀਤੀ, ਜਦੋਂ ਤੱਕ ਅਜੇ ਜਿਹੜਾ ਸਮਾਂ ਥੋੜ੍ਹਾ ਰਹਿ ਗਿਆ। ਜੇ ਪਾਰਟੀ ਅੱਗੇ ਆ ਕੇ ਆਪਣਾ ਪੜੋਲ ਬਣਾ ਕੇ ਛਾਲ ਮਾਰੂਗੀ, ਫਿਰ ਇਹ ਖੇਡ ਅੱਗੇ ਖੇਡੀ ਜਾ ਸਕਦੀ, ਨਹੀਂ ਤੇ ਖੇਡ ਬਿਲਕੁਲ ਜ਼ੀਰੋ ਹੋ ਜਾਊਗੀ। ਐਕਚੁਅਲੀ ਨਾ ਬਹੁਤ ਪਹਿਲਾਂ ਖੇਡ ਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ PV ਨਰਸਿਮਹਾ ਰਾਓ ਜੀ ਹਾਂ, ਉਹਨਾਂ ਨੇ ਇੱਕ ਲੈਕਚਰ ਦੇ ਵਿੱਚ ਇਹ ਗੱਲ ਕਹੀ ਸੀ ਕਿ ਤੁਸੀਂ ਹਮੇਸ਼ਾ ਸ਼ਿਕਾਇਤ ਕਰਦੇ ਹੋ, ਭਾਰਤ ਵਾਸੀਆਂ ਨੂੰ ਕਿਹਾ ਸੀ ਕਿ ਤੁਸੀਂ ਹਮੇਸ਼ਾ ਸ਼ਿਕਾਇਤ ਕਰਦੇ ਹੋ ਐਦਾਂ ਦਾ ਲੀਡਰ ਨਹੀਂ ਹੈਗਾ ਸਾਡੇ ਕੋਲ, ਐਦਾਂ ਦਾ ਲੀਡਰ ਨਹੀਂ ਹੈਗਾ ਸਾਡੇ ਕੋਲ। ਕਹਿੰਦੇ ਬਈ ਹੁਣ ਜਿੱਦਾਂ ਦੇ ਲੀਡਰ ਹੈਗੇ ਨੇ ਤੁਹਾਡੇ ਸਾਹਮਣੇ ਹੀ ਨੇ, ਇਹਨਾਂ ਨਾਲ ਹੀ ਕੰਮ ਚਲਾਉਣਾ ਪੈਣਾ। ਬਸ ਜਾਂ ਫਿਰ ਉਡੀਕ ਕਰੋ ਕਿ ਜਿੱਦਾਂ ਦਾ ਲੀਡਰ ਤੁਹਾਨੂੰ ਚਾਹੀਦਾ ਹੈ ਉੱਦਾਂ ਦਾ ਲੀਡਰ ਕੁਦਰਤ ਭੇਜ ਦੇਵੇ ਤਾਂ ਫਿਰ ਉਹਨੂੰ ਅੱਗੇ ਲੈ ਆਈਓ। ਇਹ ਉਹਨਾਂ ਨੇ ਗੱਲ ਕਹੀ ਸੀ, ਔਰ ਉਹ ਹਮੇਸ਼ਾ ਹਰ ਵੇਲੇ ਢੁਕਵੀਂ ਹੈ ਕਿ ਹੁਣ ਜੋ ਸਾਹਮਣੇ ਹੈ ਉਹਦੇ ਵਿੱਚੋਂ ਚੁਣਨਾ ਹੈ। ਦੇਖੋ ਅੱਗੇ ਕੀ ਬਣਦਾ, ਕੀ ਹੁੰਦਾ, ਲੋਕ ਕੀ ਕਹਿੰਦੇ। 2024 ਦੇ ਵਾਸਤੇ ਕੀ ਮੂਡ ਬਣਦਾ ਜਨਤਾ, ਇਹ ਤੇ ਹੁਣ 2024 ਦੇ ਇਲੈਕਸ਼ਨਸ ਤੋਂ ਬਾਅਦ ਹੀ ਪਤਾ ਲੱਗੂਗਾ। ਤੇ ਕਿਉਂਕਿ ਇਸ ਵਕਤ ਤਾਂ ਸਾਰੀਆਂ ਪਾਰਟੀਆਂ, ਸਾਰੇ ਲੀਡਰਸ ਗੱਲ ਕਰ ਰਹੇ ਨੇ ਔਰ ਆਪਣੇ ਵੱਲ ਦੀ ਗੱਲ ਕਰ ਰਹੇ ਨੇ। ਇਹ ਤਾਂ ਨਾ ਤਾਂ ਰਾਜਨਾਥ ਜੀ ਨੇ ਬਣਾਉਣਾ ਇਹਨਾਂ ਨੂੰ, ਤੇ ਨਾ ਅਮਿਤ ਸ਼ਾਹ ਜੀ ਨੇ ਬਣਾਉਣਾ ਵਾ, ਤੇ ਨਾ ਸੀਤਾਰਮਨ ਨੇ ਬਣਾਉਣਾ ਵੋਟਰਾਂ ਨੇ, ਲੋਕਾਂ ਨੇ ਬਣਾਉਣਾ ਪ੍ਰਧਾਨ ਮੰਤਰੀ। ਹੁਣ ਦੇਖ ਲਓ, ਜੇ ਉਹਨਾਂ ਦੀ ਨਿਗਾਹ ਸਵੱਲੀ ਹੋ ਗਈ, ਜਿਹਨੂੰ ਅਸੀਂ ਪੰਜਾਬੀ 'ਚ ਸਵੱਲੀ ਹੁੰਦੇ ਹਾਂ, ਜਾਂ ਬਰਕਤ ਪੈ ਗਈ ਉਹਨਾਂ ਦੇ ਸਾਰੇ ਨਜ਼ਰ ਦੇ ਵਿੱਚ, ਤੇ ਇਹ ਬਣ ਸਕਦੇ, ਮੇਬੀ ਹੋ ਵੀ ਸਕਦੇ ਆ। ਔਰ ਇਹ ਹੋ ਸਕਦਾ ਵੀ ਨਾ ਵੀ ਹੋਣ। ਇਹਦੇ ਵਿੱਚ ਹੱਥ ਉਹਨਾਂ ਦੇ ਹੈਗੇ, ਇੱਕ ਬੰਦੇ ਦੇ ਹੱਥ ਨਹੀਂ ਕਿ ਬਣਾ ਦੋ, ਦੋ ਬੰਦਿਆਂ ਦੇ ਹੱਥ ਨਹੀਂ। ਜਾਂ ਦਿੱਲੀ ਵਿੱਚ ਬੈਠੀ ਕੋਈ ਚੌਕੜੀ ਨਹੀਂ ਹੈਗੀ, ਜਾਂ ਲੌਬੀ ਨਹੀਂ ਬਣਾ ਦੂਗੀ, ਜੇ ਵੀ ਸਾਈਨ ਕਰ ਦੂ। ਸਹੀ ਹੈ ਨਾ, ਇਹ ਤਾਂ ਲੋਕਾਂ ਦੇ ਔਰ ਲੋਕਾਂ ਦੇ ਹੱਥ ਹੈ। ਔਰ ਅਟਲ ਬਿਹਾਰੀ ਵਾਜਪਾਈ ਜੀ ਦੀ ਤੁਸੀਂ ਗੱਲ ਕੀਤੀ, ਉਹਨਾਂ ਨੇ ਵੀ ਇੱਕ ਲੈਕਚਰ 'ਚ ਕਿਹਾ ਸੀ, ਪਹਿਲਾਂ ਭਾਰਤੀ ਜਨਤਾ ਪਾਰਟੀ ਸੀ ਪਾਵਰ ਦੇ ਵਿੱਚ, ਫਿਰ ਉਸ ਤੋਂ ਬਾਅਦ ਕਾਂਗਰਸ ਆ ਗਈ,
ਤੇ ਕਾਂਗਰਸ ਦੇ ਆਉਣ ਤੋਂ ਬਾਅਦ ਬੀਜੇਪੀ ਜਦੋਂ ਪਾਵਰ ਵਿੱਚ ਨਹੀਂ ਰਹੀ ਤਾਂ ਅਟਲ ਬਿਹਾਰੀ ਵਾਜਪਾਈ ਕਹਿੰਦੇ ਨੇ ਕਿ ਜਦੋਂ ਸਾਡੀ ਗਵਰਨਮੈਂਟ ਸੀ ਭਾਰਤੀ ਜਨਤਾ ਪਾਰਟੀ ਦੀ ਤੇ ਅਸੀਂ 2 ਰੁਪਏ ਕਿਲੋ ਚੀਨੀ ਵੇਚਦੇ ਸੀ ਤੇ ਹੁਣ ਕਾਂਗਰਸ ਪਾਰਟੀ ਆ ਗਈ ਹੈ, ਕਾਂਗਰਸ ਪਾਰਟੀ 5 ਰੁਪਏ ਕਿਲੋ ਚੀਨੀ ਵੇਚਦੀ ਹੈ। ਤੁਸੀਂ ਗੱਲ ਦੱਸੋ, ਸਾਡੀ ਚੀਨੀ ਦੇ ਵਿੱਚ ਮਿੱਠਾ ਘੱਟ ਸੀਗਾ, ਨਹੀਂ ਘੱਟ ਵੇਚਦੇ, ਚੀਨੀ ਦੇ ਵਿੱਚ ਮਿੱਠਾ ਘੱਟ ਸੀ। ਬੜੇ ਅੱਛੇ ਕਵੀ ਹੀ, ਬੜੇ ਸੂਝਵਾਨ ਵਧੀਆ ਪੋਇਟ, ਬਿਲਕੁਲ। ਔਰ ਸੂਝਵਾਨ ਲੋਕ ਆਉਣ ਅੱਗੇ ਬਹੁਤ ਵਧੀਆ ਰਵੇ। ਉਹਨਾਂ ਕੰਮ ਕੀਤੇ ਬਹੁਤ, 2 ਵਾਰੀ ਜੀ ਇੱਕ ਵਾਰੀ ਸ਼ਾਰਟ ਟਾਈਮ ਰਹੇ, ਫਿਰ ਦੂਜੀ ਵਾਰੀ ਰਹੇ ਆ। ਔਰ ਜਿਹੜੀਆਂ ਬੱਸਾਂ ਤੇ ਰੇਲਾਂ ਟ੍ਰੇਨਾਂ ਚਲਾਈਆਂ, ਪਾਕਿਸਤਾਨ ਨਾਲ ਜੋੜਿਆ, ਬੜਾ ਇਹਨਾਂ ਨੇ ਕੀਤਾ। ਖੁਦ ਪਾਕਿਸਤਾਨ ਆਪ ਵੀ ਗਏ ਸੀ। ਉਹ ਬਹੁਤ ਵੈਸੇ ਮੌਕੇ ਦੀਆਂ ਗੱਲਾਂ ਕਰਦੇ ਸੀ। ਚੀਨੀ 'ਚ ਮਿੱਠਾ ਘੱਟ ਸੀ, ਇਹ ਵੀ ਗੱਲ। ਇੱਕ ਵਾਰੀ ਤਰਬੂਜ ਖਾਣ ਲੱਗੇ ਤੇ ਉਦੋਂ ਤਰਬੂਜ ਖਾਣ ਲੱਗੇ ਤੇ ਗੱਲ ਕੀ ਹੋਈ ਕਿ ਉਹਨਾਂ ਨੂੰ ਵੀ ਇਦਾਂ ਸਵਾਲ ਪੁੱਛ ਲਿਆ ਕਿ ਤੁਹਾਨੂੰ ਕੀ ਲੱਗਦਾ ਕਿ ਅਗਲੀ ਵਾਰ ਕਿਹੜੀ ਸਰਕਾਰ ਬਣੂਗੀ। ਕਹਿੰਦਾ ਹਜੇ ਮੌਸਮ ਨਹੀਂ ਹੈਗਾ, ਜਦੋਂ ਮੌਸਮ ਹੋਏਗਾ ਉਦੋਂ ਹੀ ਗੱਲ ਕਰਾਂਗੇ, ਹਜੇ ਤਾਂ ਚੁਣਾਵਾਂ ਦਾ ਮੌਸਮ ਨਹੀਂ ਹੈਗਾ। ਜਿਵੇਂ ਆ ਤਰਬੂਜ ਪਿਆ ਨਾ, ਇਹ ਬੇਮੌਸਮੀ ਹੈ, ਫਿੱਕਾ ਹੈ। ਫੇਸ ਕਰਕੇ ਗੱਲ ਟੁਕਵੀਂ ਕਰਦੇ ਸੀ, ਫਿੱਕੀ ਗੱਲ। ਹੁਣ ਆਪਾਂ ਗੱਲ ਬਹੁਤ ਔੜਦੀ ਸੀ। ਸੋ ਆਪਾਂ ਅੱਗੇ ਚੱਲਦੇ ਹਾਂ ਜ਼ਰੂਰ। ਅੱਗੇ ਫਿਰ ਆਪਾਂ ਗੱਲ ਕਰਦੇ ਹਾਂ ਮੋਦੀ ਸਾਹਿਬ ਦੀ ਕਿ ਜਿਹੜਾ ਨਵਾਂ ਸੰਸਦ ਭਵਨ ਬਣਾਇਆ ਉਹਦਾ 28 ਮਈ ਨੂੰ ਉਦਘਾਟਨ ਹੈ। ਔਰ ਉਹਦੇ ਵਿੱਚ ਸਾਡੇ ਜਿਹੜੇ ਭਾਰਤ ਦੇ ਰਾਸ਼ਟਰਪਤੀ ਸਾਹਿਬਾਨ ਨੇ ਦ੍ਰੋਪਦੀ ਮੁਰਮੂ ਜੀ, ਉਹ ਉਹਦੇ ਵਿੱਚ ਮੌਜੂਦ ਨਹੀਂ ਰਹਿਣਗੇ। ਉਦਘਾਟਨ ਪ੍ਰਧਾਨ ਮੰਤਰੀ ਸਾਹਿਬ ਕਰਨਗੇ। ਇੱਕ ਇਸ ਗੱਲ ਦੇ ਉੱਤੇ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਉਹ ਬਾਈਕਾਟ ਕਰਨ ਦੀ ਗੱਲ ਕਰ ਰਹੀਆਂ ਨੇ ਕਿ ਇਹਦੇ ਨਾਲ ਕਾਂਗਰਸ ਪਾਰਟੀ ਵੀ ਕਹਿ ਰਹੀ ਹੈ ਕਿ ਡੈਮੋਕ੍ਰੇਸੀ ਦੇ ਉੱਤੇ ਇੱਕ ਅਟੈਕ ਹੈ ਕਿ ਸਾਡੇ ਰਾਸ਼ਟਰਪਤੀ ਸਾਹਿਬਾ ਕਿੱਥੇ ਨੇ। ਔਰ ਦੂਜਾ ਜਿਹੜੀਆਂ ਸਾਰੀਆਂ ਪੰਚਾਇਤਾਂ ਨੇ, ਖਾਪ ਪੰਚਾਇਤ ਤੋਂ ਬਾਅਦ ਮਹਾ ਪੰਚਾਇਤ ਹੋਈ, ਔਰ ਜੋ ਸਾਰੀਆਂ ਪੰਚਾਇਤਾਂ ਇਸਤਰੀ ਸਭਾਵਾਂ ਜੋ ਸਪੋਰਟ ਵਿੱਚ ਆ ਰਹੀਆਂ ਨੇ, ਸਪੋਰਟਸ ਗਰਲਸ ਜਿਹੜੀਆਂ ਬੈਠੀਆਂ ਨੇ, ਖਿਡਾਰਨਾਂ ਬੈਠੀਆਂ ਨੇ ਜੰਤਰ ਮੰਤਰ ਦੇ ਉੱਤੇ, ਉਹਨਾਂ ਨੇ ਵੀ 28 ਮਈ ਹੀ ਚੁਣਿਆ ਪ੍ਰਦਰਸ਼ਨ ਵਾਸਤੇ। ਸੋ ਇਹ 2-3 ਘਟਨਾਵਾਂ ਇਕੱਠੀਆਂ ਹੋਣ ਜਾ ਰਹੀਆਂ। ਹਾਂਜੀ ਸਰ। ਹਾਂ, ਇਹ ਬੜਾ ਜ਼ਿਆਦਾ ਗੁੰਝਲਦਾਰ ਮਸਲਾ ਬਣ ਗਿਆ ਕਿਉਂਕਿ ਇਹਨਾਂ ਨੇ ਅਨਾਉਂਸ ਕਰ ਦਿੱਤਾ ਸੀ, ਇਨਵੀਟੇਸ਼ਨ ਦਿੱਤਾ ਇਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ, ਉਹ ਉਦਘਾਟਨ ਕਰਨਗੇ ਨਵੀਂ ਬਣੀ ਇਮਾਰਤ ਦਾ। ਜਦੋਂ ਕਿ ਪਹਿਲੀ ਇਮਾਰਤ ਜਿਹੜੀ ਆ ਉਹਦੇ 'ਤੇ 1947 ਤੋਂ ਪਹਿਲੋਂ ਦਾ ਜਿਹੜਾ ਸੀ ਸਾਡਾ ਸੈਸ਼ਨ ਚੱਲਦਾ ਰਿਹਾ, ਔਰ ਉਹਦੀ ਵੀ ਜਿਹੜੀ ਹੁਨਰ ਸੀ ਜਾਂ ਉਹਦੀ ਇਮਾਰਤ ਸਾਜੀ ਸੀ, ਉਹ ਵੀ ਬੜੀ ਕਾਬਲੇ ਜ਼ਿਕਰ ਸੀ, ਬਹੁਤ ਪਿਆਰੀ ਔਰ ਵੇਖਣ ਲਾਇਕ ਸੀਗੀ। ਜਿਹੜਾ ਹੁਣ ਬਣਾਇਆ ਇਹ ਜੇ ਪਤਾ ਲੋਕਾਂ ਨੇ ਦੇਖਿਆ ਨਹੀਂ ਵੀ ਇਹਦਾ ਆਰਕੀਟੈਕਚਰ ਕੀ ਆ। ਵੈਸੇ ਤਾਂ ਆਮ ਬੰਦੇ ਨੂੰ ਉੱਥੇ ਜਾਣ ਦਾ ਵੈਸੇ ਆਰਡਰ ਨਹੀਂ ਹੁੰਦਾ, ਜਿਹੜੇ ਜਾਣਗੇ ਲੀਡਰ ਉਹ ਦੇਖਣਗੇ, ਪਰ ਇਹਦਾ ਉਦਘਾਟਨ ਆਉਣ ਵਿੱਚ ਬਹੁਤ ਸਮਾਂ ਘੱਟ ਰਹਿ ਗਿਆ। ਔਰ ਇਹਦੇ ਵਿੱਚ ਦ੍ਰੋਪਦੀ ਮੁਰਮੂ ਜੀ ਦੇ ਬਾਰੇ ਬਹੁਤ ਲੋਕਾਂ ਦਾ ਜ਼ਿਆਦਾ ਸੀਗਾ ਖਿਆਲ ਕਿ ਉਹ ਆ ਕੇ ਉਦਘਾਟਨ ਕਰਨਗੇ, ਜਿਹਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ, 28 ਰਾਜਨੀਤਿਕ ਪਾਰਟੀਆਂ ਇੱਕ ਪਾਸੇ ਹੋ ਗਈਆਂ। ਉਹਨਾਂ ਨੇ ਕਹਿਤਾ ਸਾਡੇ ਵੱਲੋਂ ਬਾਈਕਾਟ, ਅਸੀਂ ਨਹੀਂ ਜਾਵਾਂਗੇ। ਜਿਸ ਤਰ੍ਹਾਂ ਤੁਸੀਂ ਦੱਸਿਆ, ਨਾਲ ਜਿਹੜੀ ਫੈਡਰੇਸ਼ਨ ਹੈ ਕੁਸ਼ਤੀ ਵਾਲੇ, ਇਹ ਵੀ ਉੱਥੇ ਪਹੁੰਚ ਰਹੇ ਆ। ਕਿਸਾਨਾਂ ਦਾ ਹਜੂਮ ਵੀ ਉੱਥੇ ਜਾਊਗਾ, ਖੱਪ ਪੰਚਾਇਤ ਵੀ ਉੱਥੇ ਜਾ ਰਹੀ ਹੈ ਜੀ। ਔਰ ਉੱਥੇ ਬੜਾ ਕੁਝ ਹੋਏਗਾ ਕਿਉਂਕਿ ਇਹ ਪਾਰਲੀਮੈਂਟ ਜਿਹੜੀ ਹੈ ਸ਼ੋਕਾ ਰੋਡ ਤੋਂ ਅੰਦਰ ਨੂੰ ਜਾ ਕੇ ਜੰਤਰ ਮੰਤਰ ਤੋਂ ਸਿੱਧਾ ਹੀ ਹੈਗਾ, ਜਿਹਦੇ ਨਾਲ ਸੂਚਨਾ ਭਵਨ ਦੇ ਬਿਲਕੁਲ ਨਾਲ ਲੱਗਦਾ ਹੈਗਾ ਏਰੀਆ। ਔਰ ਉਹਦੇ ਵਿੱਚ ਸਿਕਿਉਰਿਟੀ ਬੜੀ ਟਾਈਟ ਹੁੰਦੀ ਹੈ, ਉਹ ਤਾਂ ਪਹਿਲਾਂ ਵੀ ਬੜੀ ਟਾਈਟ ਹੁੰਦੀ ਹੈ। ਉੱਥੇ ਤੁਹਾਡੀ ਰੈਪਿਡ ਫੋਰਸਿਸ ਜਿਹੜੀਆਂ ਉੱਥੇ ਤਾਇਨਾਤ ਰਹਿੰਦੀਆਂ। ਔਰ ਅੱਜ ਤੋਂ ਪਹਿਲਾਂ ਹੀ ਇਹਦੇ ਬਾਰੇ ਅਨਾਉਂਸ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਸਾਹਿਬ ਆਉਣਗੇ, ਪਰ ਲੋਕਾਂ ਨੂੰ ਇਹ ਸੀਗਾ ਕਿ ਜਦੋਂ ਅਸੀਂ ਅਨਾਉਂਸ ਕਰ ਦਿੱਤਾ ਕਿ ਰਾਸ਼ਟਰਪਤੀ ਆਉਣੇ ਚਾਹੀਦੇ, ਸ਼ਾਇਦ ਇਹ ਇਸ ਗੱਲ ਵੱਲ ਮੋੜਾ ਖਾਣ। ਪਰ ਜਿਹੜੀ ਫਾਈਨਾਂਸ ਮਿਨਿਸਟਰ ਸੀਤਾਰਮਨ ਜੀ, ਉਹਨਾਂ ਨੇ ਕਹਿਤਾ ਅੱਜ ਕਿ ਇਹਦੇ ਵਿੱਚ ਕੋਈ ਚੇਂਜ ਨਹੀਂ ਹੋਗੀ। ਇਹਨਾਂ ਪਾਰਟੀਆਂ ਨੂੰ ਦੁਬਾਰਾ ਸੋਚਣਾ ਚਾਹੀਦਾ ਕਿ ਇਹਨਾਂ ਨੇ ਕੀ ਐਲਾਨ ਕਰ ਦਿੱਤਾ, ਇਹਨਾਂ ਨੂੰ ਦੁਬਾਰਾ ਥਿੰਕ ਓਵਰ ਕਰਨਾ ਚਾਹੀਦਾ ਕਿ ਇਹਨਾਂ ਨੇ ਕਿਉਂ ਕਿਹਾ ਕਿ ਪ੍ਰੈਜ਼ੀਡੈਂਟ ਨੂੰ ਬੁਲਾਓ। ਤੇ ਦੂਜੇ ਪਾਸੇ ਬਾਕੀ ਕਾਂਗਰਸ ਪਾਰਟੀ ਨੇ ਕਿਹਾ ਕਿ ਇਹਦੇ ਵਿੱਚ ਜਿਹੜਾ ਗਣਰਾਜ ਡੈਮੋਕ੍ਰੇਸੀ ਨੂੰ ਇੱਕ ਤਰ੍ਹਾਂ ਦਾ ਅਪਮਾਨ ਆ। ਜਦੋਂ ਪ੍ਰਧਾਨ ਮੰਤਰੀ ਆਊਗਾ, ਜਦੋਂ ਉੱਚ ਪਦਵੀ ਜਿਹੜੀ ਹੈਗੀ ਆ ਉਦਘਾਟਨ ਕਰਨ ਲਈ, ਉਹ ਰਾਸ਼ਟਰਪਤੀ ਹੁੰਦੇ ਆ। ਰਾਸ਼ਟਰਪਤੀ 1947 ਤੋਂ ਲੈ ਕੇ ਹੁਣ ਤੱਕ ਵੱਡੇ ਜਿਹੜੇ ਅਧਿਕਾਰਾਂ ਦਾ ਕੰਮ ਜਿਹੜਾ ਹੁੰਦਾ, ਸਨਮਾਨ ਜਿੱਥੇ ਕੀਤਾ ਜਾਂਦਾ, ਰਾਸ਼ਟਰਪਤੀ ਸਾਹਿਬ ਵੀ ਉੱਥੇ ਆਉਂਦੇ ਆ। ਔਰ ਇਹਦੇ ਵਿੱਚ ਪਾਰਟੀਆਂ ਵੱਲੋਂ ਤਾਂ ਹੁਣ ਸਾਰਾ ਬਾਈਕਾਟ ਕਰ ਦਿੱਤਾ ਕਿ ਨਹੀਂ ਆਉਣਗੀਆਂ। ਦੂਜੇ ਵਿੱਚ ਬਾਕੀ ਜਿਹੜੇ ਐਜੀਟੇਸ਼ਨ ਕਰਨ ਵਾਲੇ ਜਾਂ ਬਗਾਵਤ ਕਰਨ ਵਾਲੇ ਲੋਕ ਵੀ ਉੱਥੇ ਆਉਣਗੇ। ਔਰ ਇਹਦੇ ਵਿੱਚ ਉਦਘਾਟਨ ਕਰਨ ਤੋਂ ਪਹਿਲਾਂ ਹਮਨ ਹੋਊਗਾ। ਉਹਦੇ ਵਿੱਚ ਜੋ ਮਟੀਰੀਅਲ ਜੋ ਕੁਝ ਹੋ ਗਿਆ, ਜਿਹਦੇ ਵਿੱਚ ਪੁਜਾਰੀ ਆਉਣਗੇ। ਉਹਦੇ ਵਿੱਚ ਇਹਨਾਂ ਇਹ ਵੀ ਕਿਹਾ ਹੈਗਾ ਕਿ ਪਾਰਲੀਮੈਂਟ ਜਿਹੜੀ ਹੈਗੀ ਆ ਸਾਰੇ ਧਰਮਾਂ ਨਾਲ ਸਾਂਝੀ ਹੈਗੀ ਆ, ਸਰਵਪੱਖੀ ਇਤਿਹਾਸ ਇਹਦਾ ਹੈਗਾ, ਸੈਕੂਲਰਿਜ਼ਮ ਨਾਲ ਜੁੜੀ ਹੈਗੀ ਹੈ। ਇਹਦੇ ਵਿੱਚ ਤਰੀਕੇ ਨਾਲ ਦੇਖਣਾ ਚਾਹੀਦਾ ਕਿ ਕੀ ਕਰਨਾ ਚਾਹੀਦਾ। ਧਰਮ ਤਾਂ ਫਿਰ ਬਰਾਬਰ ਸਾਰੇ ਹੀ ਹੈਗੇ, ਕੋਈ ਵੀ ਆ ਗਿਆ ਧਰਮ, ਇੱਕ ਧਰਮ ਤਾਂ ਨਹੀਂ ਹੈਗਾ, ਸਾਡੇ ਡਿਫਰੈਂਟ ਤਰ੍ਹਾਂ ਦੇ ਰਿਲੀਜਨ ਹੈਗੇ ਆ। ਹੁਣ ਜੇ ਯੂਨਾਈਟਿਡ ਤੌਰ 'ਤੇ ਕਹੀਏ ਤਾਂ ਕੋਈ ਧਰਮ ਇੱਦਾਂ ਦਾ ਨਹੀਂ ਹੈਗਾ ਵੀ ਜਿਹੜਾ ਤੁਸੀਂ ਕਹਿ ਦਿਓ ਕਿ ਆਹ ਇੱਕ ਧਰਮ ਸਾਰੇ ਲੋਕਾਂ ਲਈ ਹੈਗਾ। ਇਹਦੇ ਵਿੱਚ ਵੀ ਥੋੜ੍ਹਾ ਜਿਹਾ ਆਲੋਚਨਾਤਮਕ ਪਹਿਲੂ ਹੈਗਾ ਸੀਗਾ ਕਿ ਇਸ ਪਾਸੇ ਸੋਚਣਾ ਜ਼ਰੂਰੀ ਹੈਗਾ, ਪਰ ਉਹ ਇੰਨਾ ਜ਼ਿਆਦਾ ਨਹੀਂ ਜਿੰਨਾ ਪ੍ਰੈਜ਼ੀਡੈਂਟ 'ਤੇ ਰੌਲਾ ਪੈ ਰਿਹਾ। ਪਰ ਹੁਣ ਪਾ ਲਾ ਕੇ ਵੈਸੇ ਫਾਈਨਲ ਜੋ ਹੋ ਗਿਆ ਪ੍ਰਧਾਨ ਮੰਤਰੀ ਸਾਹਿਬ ਦਾ ਹੀ ਹੋ ਗਿਆ। ਦਿਨ 'ਤੇ ਰਹਿ ਗਏ ਥੋੜ੍ਹੇ, ਹੁਣ ਤਾਂ 26 ਤੇ 2 ਦਿਨ ਰਹਿ ਜਾਣੇ ਆ।
ਉਹਨਾਂ 2 ਦਿਨਾਂ ਦੇ ਵਿੱਚ ਦੇਖੋ ਕੀ ਕੁਝ ਹੁੰਦਾ। ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਆਉਣਗੇ, ਪ੍ਰਧਾਨ ਮੰਤਰੀ ਸਾਹਿਬ ਕਰਨਗੇ। ਇੱਕ ਗੱਲ ਹੋਰ ਹੈਗੀ ਆ, ਸਾਡੇ ਦਰਸ਼ਕ ਜਾਣਦੇ ਆ, ਇਹ ਜਦੋਂ ਪਾਰਲੀਮੈਂਟ ਦੀ ਬਣਾਈ ਆ ਤਜਵੀਜ਼ ਨਵੀਂ ਬਣਾਉਣ ਦੀ, ਇਹ ਇਹਨਾਂ ਦੀ ਟਰਮ ਦੇ ਵਿੱਚ ਹੋਈ ਹੈ, ਮੋਦੀ ਸਾਹਿਬ ਦੇ ਵਿੱਚ ਇਹਨਾਂ ਦੀ ਸਲਾਹ ਮਸ਼ਵਰਾ ਚੱਲਿਆ। ਇਹਨਾਂ ਨੇ ਕਿਹਾ ਕਿ ਨਵੀਂ ਪਾਰਲੀਮੈਂਟ ਚਾਹੀਦੀ ਹੈ। ਜਿੱਦਾਂ ਸਰਦਾਰ ਵੱਲਭ ਭਾਈ ਪਟੇਲ ਦਾ ਇੱਕ ਬਣਾ ਕੇ ਇਹਨਾਂ ਨੇ ਸਟੈਚੂ ਬੁੱਤ ਬਣਾਇਆ ਸੀਗਾ, ਦੁਨੀਆ 'ਚ ਸਭ ਤੋਂ ਉੱਚਾ ਹਾਈਐਸਟ ਬਣਾਇਆ ਸੀਗਾ। ਦੂਜਾ ਮਸਲਾ ਇਹ ਸੀਗਾ ਪਾਰਲੀਮੈਂਟ ਦਾ, ਇਹਨਾਂ ਨੇ ਕਿਹਾ ਸੀਗਾ ਕਿ ਮੇਰਾ ਹੁਣ ਟਰਨ ਥੋੜ੍ਹੀ ਘੱਟ ਰਹਿ ਗਈ, ਇਹਦੇ ਪਹਿਲੋਂ ਬਣਾ ਕੇ ਇਹਦਾ ਉਦਘਾਟਨ ਕਰਕੇ ਲੋਕਾਂ ਦੇ ਹਵਾਲੇ ਕਰਦਾ, ਦੁਨੀਆ ਨੂੰ ਪਤਾ ਲੱਗ ਜਾਏ ਕਿ ਨਵਾਂ ਜਿਹੜਾ ਬਣਾ ਦਿੱਤਾ। ਇਹ ਅਮਰੀਕਾ ਤੱਕ ਵੀ ਗੂੰਜ ਚਲੇ ਗਏ ਇਸ ਗੱਲ। ਇੱਦਾਂ ਕਈਆਂ ਨੇ ਕ੍ਰਿਟਿਸਾਈਜ਼ ਵੀ ਕੀਤਾ ਹੈ ਆਹ ਕਿ ਨਵੀਂ ਬਣਾਉਣ ਦੀ ਲੋੜ ਕੀ ਪਈ ਸੀ। ਸਹੀ ਗੱਲ। ਇਹ ਕਹਿੰਦੇ ਨੇ ਕਿ ਜਿਹੜੀ ਪੁਰਾਣੀ ਹੈ ਉਹ ਅੰਗਰੇਜ਼ਾਂ ਨੇ ਬਣਾਈ ਸੀ, ਇਸ ਕਰਕੇ ਉਹ ਗੁਲਾਮੀ ਦਾ ਪ੍ਰਤੀਕ ਹੈ। ਕਹਿੰਦੇ ਇਹ ਤੇ ਸੋਚ ਹੈ, ਕਰਨਾ ਤੇ ਕੰਮ ਨਹੀਂ। ਲਾਲ ਕਿਲਾ ਵੀ ਪਠਾਣਾ ਨੇ ਬਣਾਇਆ, ਕਿਨੇ ਬਣਾਇਆ ਉਹ ਵੀ ਤਾਂ ਉਹਨਾਂ ਦਾ ਹੈਗਾ। ਉਹ ਚੀਜ਼ਾਂ ਪਤਾ ਨਹੀਂ ਕੀ ਕੁਝ ਬਣਾਇਆ ਹੋਇਆ, ਕੁਤਬ ਮੀਨਾਰ ਉਹਨਾਂ ਨੇ ਬਣਾਇਆ। ਨਹੀਂ, ਉਹ ਅੰਗਰੇਜ਼ਾਂ ਦੀ ਗੱਲ ਕਰਦੇ ਨੇ ਕਿ ਜਿਹੜੀ ਇਹ ਪਾਰਲੀਮੈਂਟ ਹੈ ਇਹ ਅੰਗਰੇਜ਼ਾਂ ਦੀ ਬਣੀ ਹੋਈ ਹੈ। ਪਠਾਣੇ ਕਿਹੜੇ ਆਪਣੇ ਪਠਾਣਾ ਨੇ ਬਣਾਇਆ, ਮੁਗਲਾਂ ਨੇ ਬਣਾਇਆ। ਗੱਲ ਇਹ ਹੈ, ਹਮਲਾਵਰਾਂ ਨੇ ਬਣਾਇਆ। ਕਈ ਜਿਹੜੇ ਐਕਸਪਰਟ ਨੇ ਉਹ ਗੱਲ ਇਹ ਕਹਿੰਦੇ ਨੇ ਕਿ ਗੱਲ ਇਹ ਹੈ ਕਿ ਕਰਨਾ ਤੇ ਕੰਮ ਹੈ ਨਾ ਦੇਸ਼ ਦੀ ਬਿਹਤਰੀ ਵਾਸਤੇ। ਉਹ ਅੰਗਰੇਜ਼ਾਂ ਨੇ ਬਣਾਈ ਜਾਂ ਅੰਗਰੇਜ਼ਾਂ ਨੇ ਨਹੀਂ ਬਣਾਈ, ਉਹਦੇ 'ਚ ਬਹਿ ਕੇ ਕੰਮ ਕੀ ਕਰਨਾ ਹੈ ਇਹ ਦੱਸੋ। ਹੁਣ ਜਿਹੜੀ ਨਵੀਂ ਪਾਰਲੀਮੈਂਟ ਬਣੂਗੀ ਕੰਮ ਤਾਂ ਉਹਦੇ 'ਚ ਵੀ ਉਹੀ ਕਰਨਾ ਹੈ, ਉਹੀ ਠੀਕ ਹੈ ਨਾ। ਔਰ ਤੁਸੀਂ ਉਹਦੇ ਵਿੱਚ ਕੁਝ ਹੋਰ ਨਵੀਆਂ ਚੇਂਜਸ ਕਰਦੇ ਜਾ ਰਹੇ ਹੋ, ਪਰ ਜੋ ਦੇਸ਼ ਨੂੰ ਬਦਲਾਓ ਚਾਹੀਦਾ, ਜੋ ਦੇਸ਼ ਨੂੰ ਕੰਮ ਚਾਹੀਦਾ, ਉਹ ਕਿੱਦਾਂ ਕਰਨਾ ਹੈ, ਪਲੈਨਿੰਗ ਇਹ ਹੋਣੀ ਚਾਹੀਦੀ ਹੈ। ਵੈਸੇ ਇਹ ਗੱਲ ਹੈਗੀ ਹੈ, ਜਿਹੜਾ ਤੁਸੀਂ ਗੱਲ ਕੀਤੀ ਬਿਲਕੁਲ ਸਹੀ ਗੱਲ ਕੀਤੀ ਹੈ। ਬਹੁਤ ਲੋਕਾਂ ਨੇ ਕਿਹਾ ਕਿ ਜਿਹੜਾ ਪੈਸਾ ਅਜਾਈ ਤੌਰ ਤੇ ਇੱਧਰ ਲਾਤਾ, ਇੱਕ ਛੱਤ ਤਾਂ ਬਣੀ ਆ, ਉੱਤੇ ਸਮਾਂ ਹੈਗਾ ਲੋਕਾਂ ਦਾ, ਪਾਰਲੀਮੈਂਟ ਦੇ ਜਿੰਨੇ ਮੈਂਬਰ ਬੈਠਦੇ ਉਹਦੇ 'ਚ ਸਾਰੇ ਸੈਸ਼ਨ ਹੁੰਦੇ ਆ। ਦੂਜੀ ਫਿਰ ਨਾਲ ਬਰਾਬਰ ਬਣਾ ਕੇ ਰੱਖ ਦਿੱਤੀ, ਉਹੀ ਪੈਸਾ ਲੋੜੀਂਦਾ ਲੋਕ ਜਿਹੜੇ ਹੈਗੇ ਆ, ਗਰੀਬ ਲੋਕ ਟੱਪਰੀਆਂ 'ਚ ਰਹਿ ਰਹੇ ਆ, ਸੜਕਾਂ 'ਤੇ ਸੁੱਤੇ ਆ, ਫੁੱਟਪਾਥਾਂ 'ਤੇ ਲੰਮੇ ਪਏ ਆ, ਉਹਨਾਂ ਲੋਕਾਂ ਲਈ ਤਾਂ ਕੁਝ ਕਰਨਾ ਚਾਹੀਦਾ ਸੀ ਨਾ। ਉਹਨਾਂ ਵੱਲ ਕਦੋਂ ਧਿਆਨ ਹੋਣਾ। ਇਹ ਹੈਗਾ ਕਿ ਇੱਕ ਚੀਜ਼ ਬਣ ਜੇ ਤਾਂ ਲੋੜ ਹੁੰਦੀ ਬਣਾ ਦਿਓ, ਜੇ ਨਹੀਂ, ਜੇ ਤਾਂ ਤੁਸੀਂ ਨਿੱਧਰੇ ਬਹਿ ਕੇ ਕਿਸੇ ਪਾਰਕ 'ਚ ਬਹਿ ਕੇ ਸੈਸ਼ਨ ਕਰਦੇ ਫਿਰ ਤਾਂ ਮੰਨ ਲਿਆ। ਔਰ ਇੰਨਾ ਸੋਹਣਾ ਇੰਨਾ ਵਧੀਆ ਬਣਾਇਆ ਤੁਸੀਂ ਉਹਨੂੰ, ਇੱਕ ਪਾਸੇ ਇਮਾਰਤ ਨੂੰ ਕਹਿਤਾ ਕਿ ਇਹ 'ਚ ਨਹੀਂ ਹੋਗਾ, ਦੂਜੀ ਇਮਾਰਤ ਬਣਾ ਕੇ ਰੱਖੋ, ਉਹ 'ਚ ਕਰੋੜਾਂ ਅਰਬਾਂ ਮਿਲੀਅਨ ਟ੍ਰਿਲੀਅਨ ਪੈਸਾ ਲਾਤਾ। ਇਹ ਗਰੀਬਾਂ 'ਤੇ ਕਿਉਂ ਨਹੀਂ ਵੰਡਿਆ ਗਿਆ, ਬੇਰੁਜ਼ਗਾਰਾਂ 'ਤੇ ਕਿਉਂ ਨਹੀਂ ਵੰਡਿਆ ਗਿਆ, ਜਿਹੜੇ ਲੋਕ ਵਿਚਾਰੇ ਚਾਹੁੰਦੇ ਨੇ। ਇਹ ਲੋਕਾਂ ਨੇ ਕਿਹਾ, ਜਿਹੜੇ ਸੂਝਵਾਨ ਬੁੱਧੀਜੀਵੀ ਇੰਟੈਲੈਕਚੁਅਲ। ਔਰ ਇਹ ਉਦੋਂ ਵੀ ਗੱਲ ਹੋਈ ਸੀ ਜਦੋਂ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਮੂਰਤੀ ਬਣਾਈ ਗਈ, ਉਦੋਂ ਵੀ ਇਹ ਗੱਲ ਹੋਈ ਸੀ ਕਿ ਇੰਨਾ ਪੈਸਾ ਤੁਸੀਂ ਉੱਥੇ ਲਗਾ ਰਹੇ ਹੋ। ਔਰ ਕਈ ਜਿਹੜੇ ਆਲੋਚਕ ਨੇ ਉਹ ਇੱਥੇ ਤੱਕ ਵੀ ਆਲੋਚਨਾ ਕਰਦੇ ਪਏ ਨੇ ਕਿ ਇਹ ਮੋਦੀ ਸਾਹਿਬ ਇਸ ਕਰਕੇ ਬਣਾ ਰਹੇ ਨੇ ਕਿ ਮੈਨੂੰ ਦੇਸ਼ ਵਾਸੀ ਯਾਦ ਰੱਖਣ ਕਿ ਇਹ ਮੂਰਤੀ ਕਿਹਨੇ ਬਣਵਾਈ, ਇਹ ਮੋਦੀ ਜੀ ਨੇ ਬਣਵਾਈ, ਉਹਨਾਂ ਦੇ ਰਾਜਕਾਲ 'ਚ ਬਣੀ। ਇਹ ਪਾਰਲੀਮੈਂਟ ਕਿਹਨੇ ਬਣਵਾਈ, ਇਹ ਮੋਦੀ ਜੀ ਨੇ ਬਣਾਈ, ਉਹਨਾਂ ਦੇ ਰਾਜਕਾਲ 'ਚ ਬਣੀ। ਕਹਿੰਦੇ ਨਿਸ਼ਾਨੀਆਂ ਰਹਿਣ, ਉਹ ਆਪਣੀਆਂ ਨਿਸ਼ਾਨੀਆਂ ਛੱਡਣਾ ਚਾਹੁੰਦੇ ਨੇ। ਜਿਹੜੇ ਆਲੋਚਕ ਨੇ ਉਹ ਇੱਥੋਂ ਤੱਕ ਵੀ ਗੱਲ ਕਰਦੇ ਪਏ। ਸਹੀ ਗੱਲ। ਔਰ ਜਦ ਕਿ ਆਲੋਚਕ ਕਹਿੰਦੇ ਨੇ ਕਿ ਇਹਦੀ ਲੋੜ ਨਹੀਂ ਸੀ। ਲੋੜ ਇਹ ਹੈ ਕਿ ਤੁਸੀਂ ਕੰਮ ਕੀ ਕਰਦੇ ਪਏ ਹੋ, ਦੇਸ਼ ਵਾਸੀਆਂ ਦਾ ਭਲਾ ਕਿੱਦਾਂ ਹੁੰਦਾ ਪਿਆ, ਦੇਸ਼ ਦਾ ਪੈਸਾ ਕਿੱਥੇ ਖਰਚ ਹੁੰਦਾ ਪਿਆ, ਉਹਦਾ ਕੀ ਰਿਜ਼ਲਟ ਆਉਂਦਾ ਪਿਆ, ਗੱਲ ਇਹ ਕਰਨਾ ਚਾਹੁੰਦੇ ਨੇ ਆਲੋਚਕ ਜਿਹੜੇ ਨੇ। ਖੈਰ, ਹਰ ਤਰ੍ਹਾਂ ਦੀ ਸੋਚ ਹੈ, ਪਰ ਹੁਣ 28 ਮਈ ਨੂੰ ਉਦਘਾਟਨ ਹੈ। ਬਾਈਕਾਟ ਕਰਨ ਵਾਲੇ ਬਾਈਕਾਟ ਵੀ ਕਰਦੇ ਪਏ ਨੇ। ਇਹਦਾ ਕੀ ਨਤੀਜਾ ਆਉਣਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ। 28 ਮਈ ਤੋਂ ਬਾਅਦ ਹੀ ਪਤਾ ਲੱਗਣਾ। ਸੋ ਅੱਗੇ ਆਪਾਂ ਚੱਲਦੇ ਹਾਂ। ਬਾਈਕਾਟ ਦੀ ਗੱਲ ਕੀਤੀ ਹੈ ਤੇ ਅੱਗੇ ਵੀ ਬਾਈਕਾਟ ਹੋਣ ਜਾ ਰਿਹਾ। ਜਿਹੜਾ ਨੀਤੀ ਆਯੋਗ ਬਣਿਆ ਹੈ ਉਹਦਾ ਬਾਈਕਾਟ ਕਰਨ ਲੱਗੇ ਨੇ ਮੁੱਖ ਮੰਤਰੀ ਪੰਜਾਬ ਦੇ ਤੇ ਮਮਤਾ ਬੈਨਰਜੀ ਜੋ ਬੰਗਾਲ ਤੋਂ ਆਉਂਦੇ ਨੇ। ਇਹ ਬਾਈਕਾਟ ਕਰਨ ਲੱਗੇ ਨੇ ਉਹਨਾਂ ਦੀ ਮੀਟਿੰਗ ਦਾ, ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਨੀਤੀ ਆਯੋਗ ਦੀ, ਕਿਉਂਕਿ ਪੁਰਾਣਾ ਪਲੈਨਿੰਗ ਕਮਿਸ਼ਨ ਤੋੜ ਦਿੱਤਾ ਗਿਆ। ਮੌਜੂਦਾ ਸਰਕਾਰ, ਕੇਂਦਰ ਸਰਕਾਰ ਨੇ ਤੋੜ ਕੇ ਇੱਕ ਨਵਾਂ ਨੀਤੀ ਆਯੋਗ ਬਣਾਇਆ ਔਰ ਉਹਦੇ ਬਾਰੇ ਜਿਹੜੀ ਸਾਰੀ ਗੱਲਬਾਤ ਹੈ ਉਹ ਬਾਈਕਾਟ ਕਰਨ ਜਾ ਰਹੇ ਨੇ ਮੀਟਿੰਗ ਦੀ। ਇਹ ਨੀਤੀ ਆਯੋਗ ਦੀ ਜਿਹੜੀ ਮੀਟਿੰਗ ਹੈ 27 ਮਈ ਨੂੰ ਹੋਣ ਜਾ ਰਹੀ ਹੈ। ਇਹਦੇ ਵਿੱਚ ਦਿਨ ਤੇ 1-2 ਦਾ ਰਹਿ ਗਏ ਆ ਔਰ ਇਹਦੇ ਵਿੱਚ ਸਾਰੇ ਸੂਬਿਆਂ ਦੇ, ਸਾਰੇ ਪ੍ਰਾਂਤਾਂ ਦੇ, ਸਟੇਟਾਂ ਦੇ ਮੁੱਖ ਮੰਤਰੀ ਬੁਲਾਏ ਆ। ਔਰ ਉਹ ਬੁਲਾਉਣ ਤੋਂ ਬਾਅਦ ਇਹ 22 'ਚ ਵੀ ਇੱਕ ਵਾਰੀ ਇੱਥੇ ਚਰਚਾ ਹੋਈ ਸੀ। ਉਦੋਂ ਆਪਣੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਇੱਕ ਵਾਰੀ ਹੋ ਕੇ ਆਏ ਉੱਥੇ, ਉਦੋਂ ਤੇ ਹੈ ਹੀ ਸੀਗੇ ਉਹਦੇ 'ਚ ਇਹ ਮੈਂਬਰ ਪਾਰਲੀਮੈਂਟ ਸੀਗੇ। ਔਰ ਉਦੋਂ ਪਹਿਲੋਂ ਜਿੰਨੀਆਂ ਵੀ ਨੀਤੀ ਆਯੋਗ ਦੀਆਂ ਹੋਈਆਂ ਮੀਟਿੰਗਾਂ ਉਹਨਾਂ 'ਚ ਮੁੱਖ ਮੰਤਰੀ ਨੂੰ ਬੁਲਾਉਂਦੇ ਰਹੇ ਆ। ਪਰ ਇਹਦੇ ਵਿੱਚ ਇਹਨਾਂ ਨੇ ਰੋਸ ਪ੍ਰਗਟਾਇਆ ਪੰਜਾਬ ਦੀ ਮੌਜੂਦਾ ਸਰਕਾਰ ਨੇ ਕਿ ਜਿਹੜਾ ਸਾਡਾ ਰੂਰਲ ਫੰਡ ਸੀਗਾ, ਵਿਕਾਸ ਫੰਡ ਸੀਗਾ, ਉਹ ਰੋਕ ਲਿਆ। ਉਹ ਰੋਕਣ ਦੇ ਵਿੱਚ ਜਿਹੜਾ ਇਸ ਵੇਲੇ ਮੁੱਦਾ ਸੀਗਾ, ਕਹਿੰਦੇ ਮੈਂ ਕੋਰਟ ਤੱਕ ਵੀ ਗਿਆ, ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਮੈਨੂੰ ਇਹ ਰੋਸ ਹੈਗਾ, ਮੈਨੂੰ ਇਹ ਹੈਗਾ ਕਿ ਲੋਕਾਂ ਨੇ ਮੈਨੂੰ ਕਹਿਣਾ ਹੈਗਾ ਕਿ ਤੂੰ ਪੂਰੀ ਤਰ੍ਹਾਂ ਵਿਕਾਸ ਨਹੀਂ ਕੀਤਾ, ਜਿਹਦੇ 'ਚ ਕੇਂਦਰ ਦਾ ਹੱਥ ਵੀ ਹੈਗਾ, ਇਕੱਲਾ ਸਟੇਟ ਨਹੀਂ ਕਰਦਾ, ਕੇਂਦਰ ਵੀ ਕਰਦਾ। ਕੁਝ ਜਿਹੜੇ ਹੈਗੀ ਆ ਵਿਕਾਸ ਦੀਆਂ ਕਾਰਜ ਉਹ ਸਟੇਟ ਨੇ ਕਰਕੇ ਪੈਸਾ ਭੇਜਣਾ ਹੁੰਦਾ। ਔਰ ਉਹਨਾਂ ਨੇ ਲਿਸਟ ਕੱਢ ਕੇ ਦਿਖਾਈ ਵੀ ਆ ਕਿ ਪਿਛਲੀ ਸਰਕਾਰਾਂ ਨੂੰ ਪੈਸਾ ਦਿੱਤਾ ਗਿਆ। ਹੁਣ ਉਹ ਉੱਥੇ ਆ ਗਈ ਫਿਰ ਡਬਲ ਇੰਜਨ ਵਾਲੀ ਗੱਲ। ਹੁਣ ਮਮਤਾ ਬੈਨਰਜੀ ਦਾ ਵੀ ਉਹੀ ਹਾਲ ਹੈ ਤੇ ਸਟੇਟ ਪੰਜਾਬ ਦਾ ਵੀ ਇਹੀ ਹਾਲ ਹੈ। ਬੰਗਾਲ ਦੇ ਵਿੱਚ ਵੀ ਪੈਸਾ ਨਹੀਂ ਪਹੁੰਚਿਆ ਔਰ ਇੱਥੇ ਵੀ ਨਹੀਂ ਪਹੁੰਚਿਆ।
ਹੁਣ ਇਹਨਾਂ ਨੇ ਨੀਤੀ ਆਯੋਗ ਨੂੰ ਦੀ ਆਲੋਚਨਾ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਉਹ 'ਚ ਮੀਟਿੰਗ ਨਹੀਂ ਜਾਵਾਂਗੇ, ਪਰ ਜੇ ਮੀਟਿੰਗ 'ਚ ਨਹੀਂ ਜਾਣਗੇ ਉਹਨਾਂ ਦੇ ਪਾਸ ਕਰ ਦੇਣਾ। ਜੇ 2 ਮੁੱਖ ਮੰਤਰੀ ਨਹੀਂ ਜਾਂਦੇ ਬਾਕੀ ਪਹੁੰਚ ਜਾਣੇ ਆ, ਔਰ ਉਹ 'ਚ ਸੈਂਟਰ ਬੈਠਾ, ਉਹ 'ਚ ਸਾਂਸਦ ਬੈਠੇ ਆ, ਪਾਰਲੀਮੈਂਟ ਦੇ ਨੁਮਾਇੰਦੇ ਬੈਠੇ ਆ, ਮੰਤਰੀ ਮੰਡਲ ਬੈਠਾ ਪੂਰਾ, ਸਿਲੈਕਟਡ ਲੋਕ ਕਮੇਟੀ ਬੈਠੀ ਆ, ਉਹਨਾਂ ਨੇ ਕਰ ਲੈਣਾ ਸਾਰਾ ਕੁਝ। ਪਰ ਇਸ ਨੀਤੀ ਆਯੋਗ ਨਾਲ ਜਿਹੜਾ ਸਭ ਤੋਂ ਵੱਡਾ ਘਾਟਾ ਪੰਜਾਬ ਨੂੰ ਪਿਆ, ਪੰਜਾਬ ਦੇ ਵਿੱਚ ਜਿੰਨਾ ਵਿਕਾਸ ਹੋਣਾ ਸੀਗਾ ਨਹੀਂ ਨੇਪਰੇ ਚੜ੍ਹ ਸਕਿਆ, ਜਿਹਦੇ ਵਿੱਚ ਹੋ ਸਕਦਾ ਹੈ ਥੋੜ੍ਹਾ ਹੋਰ ਪਿੱਛੇ ਹੋ ਜਾਊਗਾ, ਕਿਉਂਕਿ ਇਹ 'ਚ ਸੜਕਾਂ, ਨਹਿਰਾਂ, ਪੁਲ, ਜਿਹਦੇ ਵਿੱਚ ਜਿਹੜੇ ਆ ਉਹ ਬਾਕੀ ਗੱਡੀਆਂ ਦੀ ਆਵਾਜਾਈ, ਜਿਹੜਾ ਨਿਤਨ ਗਡਕਰੀ ਜੀ ਜਿਹੜੇ ਹੈਗੇ ਨੇ ਉਹਦੇ ਮੰਤਰੀ ਆਵਾਜਾਈ ਦੇ, ਉਹ ਕੁਛ ਉਹ ਜਿਹੜੀਆਂ ਸਾਰੀਆਂ ਨੀਤੀਆਂ ਇਹ ਸਟੇਟਾਂ ਦੀਆਂ ਆਉਂਦੀਆਂ, ਉਹਨਾਂ ਤੋਂ ਇਹਨਾਂ ਨੇ ਪਿੱਛੇ ਹੱਥ ਖਿੱਚ ਲਿਆ ਆਪਣਾ। ਉਹਨਾਂ ਨੇ ਕਿਹਾ ਕਿ ਜਿੱਥੇ ਵਿਕਾਸ ਨੇ ਰੂਰਲ, ਉਹਨਾਂ ਨੂੰ ਅਸੀਂ ਪੈਸਾ ਦੇਣਾ ਬੰਦ ਕਰ ਦਿੱਤਾ, ਇੱਕ ਵਾਰੀ ਐਲਾਨ ਹੋ ਗਿਆ ਸੀਗਾ। ਔਰ ਉਹਦੇ ਵਿੱਚ ਇਹਨਾਂ ਨੇ ਆਪਣੀ ਕਮੇਟੀ ਦੀ ਇੱਕ ਮੀਟਿੰਗ ਕਰਕੇ, ਪਰ ਆਪਣੇ ਮੁੱਖ ਮੰਤਰੀ ਨੇ ਉਹਦੇ ਵਿੱਚ ਇਹਨਾਂ ਨੇ ਉਹਦਾ ਨੌਕ ਕੀਤਾ ਦਰਵਾਜ਼ਾ ਹਾਈ ਕੋਰਟ ਦਾ। ਹਾਈ ਕੋਰਟ 'ਚ ਇਹਨਾਂ ਨੇ ਕੀਤਾ, ਫਿਰ ਸੁਪਰੀਮ ਕੋਰਟ ਤੱਕ ਗਏ ਆ। ਹੁਣ ਉਦੋਂ ਤੱਕ ਅਜੇ ਕੋਈ ਫੈਸਲਾ ਤਾਂ ਹੋਇਆ ਨਹੀਂ। ਹੁਣ ਜੇ ਕੋਰਟ ਤੱਕ ਜਾਣ ਤੋਂ ਬਾਅਦ ਨੀਤੀ ਆਯੋਗ ਦੀ ਜਿਹੜੀ ਮੀਟਿੰਗ ਹੈਗੀ ਆ, ਮਮਤਾ ਬੈਨਰਜੀ ਨਾਲ ਵੀ ਬਹੁਤ ਅੱਛੇ ਨਹੀਂ ਰਹੇ ਸੰਬੰਧ ਵਿਕਾਸ ਦੇ ਪੈਸੇ ਲਈ। ਹੋਰ ਵੀ ਸੂਬੇ ਹੈਗੇ ਆ ਜਿੱਥੇ ਇੱਥੇ ਇਹਨਾਂ ਦੀਆਂ ਸਰਕਾਰਾਂ ਨਹੀਂ ਹੈਗੀਆਂ। ਹੁਣ ਇਹ ਪਾ ਲਾ ਕੇ ਇਹ ਲੋਕਾਂ ਨੂੰ ਜੋਖਮ ਝੱਲਣਾ ਪੈਂਦਾ, ਜਿਹੜੇ ਉੱਥੋਂ ਦੇ ਰਹਿਣ ਵਾਲੇ ਲੋਕ ਨੇ, ਵਸਨੀਕ ਨੇ, ਉਹਨਾਂ ਨੂੰ ਪੈਸਾ ਨਹੀਂ ਮਿਲਦਾ ਤੇ ਉਹਦੇ ਵਿੱਚ ਕੁਝ ਨਹੀਂ ਹੁੰਦਾ। ਐਜੂਕੇਸ਼ਨ ਦੀ ਵੀ ਹੈਗੀ ਨੇ, ਐਜੂਕੇਸ਼ਨ ਦੀ ਵੀ ਇੱਕ ਨੀਤੀ ਆ ਰਹੀ ਆ, ਉਹਦੇ 'ਚ ਵੀ ਜਿਹੜਾ ਹੈਗਾ ਹੁਣ 12ਵੀਂ ਦਾ ਜਿਹੜਾ ਇਮਤਿਹਾਨ ਹੋਊਗਾ, 10ਵੀਂ ਦਾ ਜਿਹੜਾ ਨਹੀਂ ਬੋਰਡ ਦਾ ਹੋਊਗਾ, ਇੱਦਾਂ ਦੀ ਨੀਤੀਆਂ ਆ ਰਹੀਆਂ। ਬੜਾ ਕੁਝ ਨੀਤੀਆਂ 'ਚ ਬਦਲਾਅ ਆ ਰਿਹਾ, ਚੰਗੀ ਗੱਲ ਆ, ਮਾੜੀ ਵੀ ਨਹੀਂ, ਮਾੜੀ ਬਦਲਣੀ ਚਾਹੀਦੀ। ਬਟ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜੇ ਸੂਬੇ ਦੇ ਅਧਿਕਾਰ ਹੁੰਦੇ ਨੇ ਨਾ, ਸਟੇਟਸ ਦੇ ਅਧਿਕਾਰ, ਉਹ ਵੀ ਸੈਂਟਰ ਆਪਣੇ ਕੋਲ ਲੈ ਗਈ ਹੈ, ਕਿਉਂਕਿ ਨੀਤੀ ਦਾ ਅਧਿਕਾਰ ਸੂਬਿਆਂ ਦਾ ਹੁੰਦਾ ਕਿ ਹਰ ਸੂਬੇ ਦੇ ਮੁਤਾਬਿਕ ਕਿੱਦਾਂ ਦੀ ਐਜੂਕੇਸ਼ਨ ਚਾਹੀਦੀ ਹੈ, ਉਹ ਵੀ ਸੈਂਟਰ ਕੋਲ ਚਲਾ ਗਿਆ। ਔਰ ਜਿਹੜੀਆਂ ਸਿਹਤ ਸੁਵਿਧਾਵਾਂ ਨੇ ਉਹ ਵੀ ਸੈਂਟਰ ਕੋਲ ਜਾ ਰਿਹਾ ਹੈ, ਕਿਉਂਕਿ ਨਿੱਜੀਕਰਨ ਹੋਣ ਜਾ ਰਿਹਾ ਹੈ ਹਸਪੀਟਲਸ ਦਾ। ਇਸ ਕਰਕੇ ਬਹੁਤ ਸਾਰੇ ਐਸੇ ਮੁੱਦੇ ਨੇ ਜੋ ਸੂਬੇ ਦੇ ਅਧਿਕਾਰਾਂ ਦੇ ਵਿੱਚ ਆਉਂਦੇ ਨੇ, ਸਾਡੇ ਸੰਘੀ ਢਾਂਚੇ ਦੇ ਮੁਤਾਬਿਕ, ਕਨਸਟੀਟਿਊਸ਼ਨ ਦੇ ਮੁਤਾਬਿਕ, ਫੈਡਰਲ ਸਟਰਕਚਰ ਦੇ ਮੁਤਾਬਿਕ, ਉਹ ਵੀ ਸੈਂਟਰ ਆਪਣੇ ਕੋਲ ਲੈ ਕੇ ਜਾ ਰਿਹਾ ਹੈ। ਹਰ ਚੀਜ਼ ਦਾ ਕੇਂਦਰੀਕਰਨ ਹੁੰਦਾ ਜਾ ਰਿਹਾ ਹੈ। ਤਾਂ ਐਕਸਪਰਟਸ ਇਹ ਕਹਿੰਦੇ ਨੇ ਕਿ ਅਸੀਂ ਡੈਮੋਕ੍ਰੇਸੀ ਤੋਂ ਡਿਕਟੇਟਰਸ਼ਿਪ ਵੱਲ ਵੱਧਦੇ ਪਏ ਹਾਂ। ਸਭ ਕੁਝ ਕੇਂਦਰ ਦੇ ਹੱਥ 'ਚ ਚਲਾ ਗਿਆ ਤਾਂ ਫਿਰ ਸੂਬਿਆਂ ਦਾ ਕੀ ਮਤਲਬ ਰਹੇਗਾ? ਇਲੈਕਸ਼ਨ ਕਰਕੇ ਜਿਹੜੀਆਂ ਗਵਰਨਮੈਂਟਸ ਚੁਣਦੇ ਆ ਸੂਬਿਆਂ ਦੇ ਵਿੱਚ, ਉਹਨਾਂ ਦਾ ਕੀ ਮਤਲਬ ਰਹਿ ਜਾਏਗਾ? ਔਰ ਖਾਸ ਕਰਕੇ ਜਿਹੜਾ ਹੁਣੇ ਦਿੱਲੀ ਦੇ ਵਿੱਚ ਰਾਜ ਸਭਾ ਦੇ ਵਿੱਚ ਬਿੱਲ ਪਾਸ ਹੋਣ ਜਾ ਰਿਹਾ ਹੈ, ਉਹ ਹਜੇ ਪੈਂਡਿੰਗ ਹੈ। ਜੋ ਸੁਪਰੀਮ ਕੋਰਟ ਦੇ ਆਰਡਰ ਦੇ ਉੱਤੇ ਸਾਰੀ ਗੱਲਬਾਤ ਹੋਣੀ ਹੈ। ਜੇ ਉਹ ਬਿੱਲ ਪਾਸ ਹੋ ਜਾਂਦਾ ਤਾਂ ਸਾਰੀ ਪਾਵਰ ਐਲਜੀ ਕੋਲ ਚਲੀ ਜਾਂਦੀ ਹੈ। ਵੈਸੇ ਦਿੱਲੀ ਦੇ ਵਿੱਚ ਪਤਾ ਪਹਿਲਾਂ ਕੀ ਰਿਹਾ ਹੈਗਾ, ਦਿੱਲੀ ਵਿੱਚ ਜਿੰਨੇ ਵੀ ਮੁੱਖ ਮੰਤਰੀ ਰਹੇ ਆ ਉਹਨਾਂ ਨੇ ਖਾਸ ਤੌਰ 'ਤੇ ਆਪ ਹੀ ਕੰਮ ਕੀਤਾ ਵਾ, ਕੇਂਦਰ ਨੇ ਦਖਲਅੰਦਾਜ਼ੀ ਨਹੀਂ ਕੀਤੀ। ਸ਼ੀਲਾ ਦੀਕਸ਼ਿਤ ਜੀ ਜਦੋਂ ਮੁੱਖ ਮੰਤਰੀ ਰਹੇ ਆ, ਉਹਨਾਂ ਨੇ ਖਾਸ ਤੌਰ 'ਤੇ ਆਪ ਕੰਮ ਕੀਤਾ। ਉਦੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਗਵਰਨਰ ਨੂੰ ਦੇਤੀ ਪਾਵਰ। ਉਹ ਗਵਰਨਰ ਪਹਿਲੇ ਗਵਰਨਰ ਨਹੀਂ ਸੀ ਕੰਮ ਕਰਦੇ, ਹੁਣ ਗਵਰਨਰ ਨੂੰ ਕੀਤਾ। ਪੰਜਾਬ 'ਚ ਵੀ ਇਸੇ ਤਰ੍ਹਾਂ ਲੱਤ ਅੜਾਉਂਦੇ ਰਹੇ ਗਵਰਨਰ ਜਿਹੜੇ ਇੱਥੇ ਸੀਗੇ, ਇਸੇ ਤਰ੍ਹਾਂ ਮੁੱਖ ਮੰਤਰੀ ਨਾਲ ਉਹਦੇ 'ਤੇ ਜਿੰਨੇ ਉਹਨਾਂ ਦੇ ਜਾਂਦੇ ਸੀ ਮਸਲੇ, ਉਹਨਾਂ 'ਤੇ ਰੋਕ ਲਾ ਦਿੰਦੇ ਸੀ। ਜਿੱਥੇ ਜਿੱਥੇ ਵੀ ਗਵਰਨਰ ਬੈਠੇ ਸੀ, ਉਹਨਾਂ ਨੂੰ ਇਹ ਸੈਂਟਰ ਨੇ ਕਿਹਾ ਸੀਗਾ ਕਿ ਤੁਸੀਂ ਵੀ ਆਪਣਾ ਦਖਲਅੰਦਾਜ਼ੀ ਕਰੋ, ਤੁਸੀਂ ਵੀ ਇਸ ਗੱਲ ਨੂੰ, ਫਾਈਲਾਂ ਗਵਰਨਰ ਕੋਲ ਆਉਣਗੀਆਂ। ਜਿਹੜੀ ਫਾਈਲ ਹੈ, ਜਿੱਦਾਂ ਸਾਡੀਆਂ ਫਾਈਲਾਂ ਜਿਹੜੀਆਂ ਪਾਰਲੀਮੈਂਟ ਦੀਆਂ ਫਾਈਲਾਂ ਜਿਹੜੀਆਂ ਜਾਂ ਲੋਕ ਸਭਾ ਦੀਆਂ ਫਾਈਲਾਂ ਜਾਂਦੀਆਂ ਵਾ ਪ੍ਰੈਜ਼ੀਡੈਂਟ ਕੋਲ, ਰਾਸ਼ਟਰਪਤੀ ਕੋਲ, ਪੰਜਾਬ ਦੀਆਂ ਜਾਂ ਸੂਬਿਆਂ ਦੀਆਂ ਜਿਹੜੀਆਂ ਫਾਈਲਾਂ ਜਾਣਗੀਆਂ ਅਪਰੂਵਲ ਲਈ, ਜਾਂ ਕੋਈ ਅਹੁਦੇਦਾਰਾਂ ਨੂੰ ਚੁਣਨ ਲਈ, ਜਾਂ ਕਿਸੇ ਵਾਈਸ ਚਾਂਸਲਰ ਨੂੰ ਚੁਣਨ ਲਈ। ਉਹਦਾ ਵੀ ਵਾਈਸ ਚਾਂਸਲਰ ਜਿਹੜੇ ਵੀਸੀ ਆਪਣਾ, ਇਹਨਾਂ ਦਾ ਰੌਲਾ ਪਿਆ ਰਿਹਾ, ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ, ਪੰਜਾਬ ਯੂਨੀਵਰਸਿਟੀ ਦੇ, ਔਰ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਵੀਸੀ, ਉਹਨਾਂ ਦਾ ਵੀ ਝਗੜਾ ਰਿਹਾ। ਉਹਦੇ ਵਿੱਚ ਇਨਵੋਲਵਮੈਂਟ ਰਹੀ ਗਵਰਨਰ ਦੀ। ਔਰ ਇਹਦੇ ਵਿੱਚ ਜੋ ਪਿਛਲੇ ਇਤਿਹਾਸ ਨੂੰ ਅਸੀਂ ਫੋਲੀਏ, ਜੋ 1947 ਤੋਂ ਲੈ ਕੇ ਦਿੱਲੀ ਕੇਂਦਰ ਜਿਹੜਾ ਪ੍ਰਸ਼ਾਸਨ ਰਿਹਾ ਹੈਗਾ, ਇਹਦੇ ਨਾਲ ਜਿੰਨੇ ਵੀ ਜਿਹੜੇ ਸੂਬੇ ਹੈਗੇ ਨੇ, ਉਹਨਾਂ ਵਿੱਚ ਜਿੰਨੇ ਕੇਂਦਰੀ ਵਾਲੇ ਕੇਂਦਰ ਨਾਲ ਜੁੜੇ ਨੇ, ਉਹਨਾਂ ਵਿੱਚ ਇਹੀ ਰਿਹਾ। J&K 'ਚ ਵੀ ਇਹੀ ਰੌਲਾ ਰਿਹਾ। ਦੇਖੋ, ਇੱਕ ਤਾਂ ਇਹ ਡਬਲ ਇੰਜਨ ਸਰਕਾਰ ਦਾ ਇੱਕ ਨਵਾਂ ਕੰਮ ਸ਼ੁਰੂ ਹੋਇਆ ਹੈ ਕਿ ਡਬਲ ਇੰਜਨ ਸਰਕਾਰ ਚਾਹੀਦੀ ਹੈ। ਇੱਕ ਤਾਂ ਇਹ ਨਵੀਂ ਚੀਜ਼ ਹੈ, ਔਰ ਦੂਜੀ ਗੱਲ ਜਿਹੜੀ ਸੰਵਿਧਾਨ ਦੇ ਮੁਤਾਬਿਕ ਅਸੀਂ ਦੇਖਦੇ ਹਾਂ ਕਿ ਪਾਵਰ ਨੂੰ ਡੀਸੈਂਟਰਲਾਈਜ਼ ਕਰੋ, ਕਿ ਪਾਵਰਸ ਖਿੰਡੀਆਂ ਹੋਈਆਂ ਹੋਣੀਆਂ ਚਾਹੀਦੀਆਂ ਨੇ। ਕਿਉਂਕਿ ਜੇ ਆਪਾਂ ਸੈਂਟਰਲਾਈਜ਼ ਕਰਾਂਗੇ ਤਾਂ ਪੰਚਾਇਤਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਜਿਹੜੀਆਂ ਪੰਚਾਇਤਾਂ ਬੈਠੀਆਂ ਨੇ, ਇਹ ਸੈਂਟਰਲਾਈਜ਼ ਹੁੰਦਾ ਪਿਆ। ਆਪਾਂ ਜਦੋਂ ਡੀਸੈਂਟਰਲਾਈਜ਼ ਕਰਾਂਗੇ ਤਾਂ ਹਰੇਕ ਬੰਦੇ ਕੋਲ ਪਾਵਰ ਹੋਏਗੀ, ਹਰ ਬੰਦਾ ਦੇਸ਼ ਦੇ ਵਾਸਤੇ ਕੰਮ ਕਰ ਰਿਹਾ ਹੈ। ਇਹਨੂੰ ਕਹਿੰਦੇ ਆ ਕੇਂਦਰੀਕਰਨ ਤਾਂ ਵਿਕੇਂਦਰੀਕਰਨ। ਔਰ ਬਿਜ਼ਨਸ ਦਾ ਵੀ ਇਹੀ ਰੂਲ ਹੈ ਕਿ ਜਿਹੜਾ CEO ਬੈਠਾ ਹੈ ਉੱਤੇ ਕੰਪਨੀ ਦਾ, ਜੇ ਉਹ ਕਵੇ ਕਿ ਸਾਰੇ ਕੰਮ ਮੈਂ ਹੀ ਕਰੂੰਗਾ ਤਾਂ ਫਿਰ ਟੀਮ ਦਾ ਕੀ ਮਤਲਬ ਰਹਿ ਗਿਆ? ਟੀਮ ਕਿਹੜਾ ਕੰਮ ਕਰੇਗੀ? ਔਰ ਇੱਕ ਬੰਦਾ ਸਾਰੇ ਕੰਮ ਨਹੀਂ ਕਰ ਸਕਦਾ, ਟੀਮ ਚਾਹੀਦੀ ਹੈ। ਕੱਲਾ ਤਾਂ 2-11 ਇੱਕ ਦਿਮਾਗ ਇੱਕੋ ਹੀ ਹੁੰਦਾ, ਬਾਕੀ ਜਦੋਂ ਮਿਲ ਕੇ ਗੱਲ ਕਰਦੇ ਆ ਤਾਂ ਉਹ ਪੂਰੀ ਟੀਮ ਹੈ। ਔਰ ਟੀਮ ਦੇ ਨਾਲ ਮੀਟਿੰਗਸ ਹੋਣ, ਟੀਮ ਦੇ ਨਾਲ ਮੰਥਲੀ, ਵੀਕਲੀ, ਜਿੱਦਾਂ ਠੀਕ ਸਮਝੋ ਮੀਟਿੰਗਸ ਹੋਣ।
ਔਰ ਟੀਮ ਨੂੰ ਇਨਸਟਰਕਸ਼ਨਸ ਹੋਣ। ਇਨਸਟਰਕਸ਼ਨਸ ਕੀ ਕਿ ਬੈਠ ਕੇ ਸਾਰੇ ਫੈਸਲਾ ਕਰੀਏ, ਕਿਉਂਕਿ ਡੈਮੋਕ੍ਰੇਸੀ ਹੈ, ਲੋਕਤੰਤਰ ਹੈ। ਤੁਹਾਡਾ ਦਿਮਾਗ ਕੀ ਕਹਿੰਦਾ, ਮੇਰਾ ਦਿਮਾਗ ਕੀ ਕਹਿੰਦਾ, ਉਹਨਾਂ ਦਾ ਦਿਮਾਗ ਕੀ ਕਹਿੰਦਾ, ਸਭ ਮਿਲ ਕੇ ਕੰਮ ਕਰੀਏ ਤਾਂ ਦੇਸ਼ ਨੂੰ ਖੁਸ਼ਹਾਲ ਬਣਾਈਏ। ਤਾਂ ਇਹ ਹੈ ਡੈਮੋਕ੍ਰੇਸੀ। ਔਰ ਐਕਸਪਰਟ ਕਹਿੰਦੇ ਨੇ ਕਿ ਅਸੀਂ ਇੱਧਰੋਂ ਜਾ ਰਹੇ ਹਾਂ ਡਿਕਟੇਟਰਸ਼ਿਪ ਵੱਲ, ਔਰ ਇਸ ਕਰਕੇ ਡੈਮੋਕ੍ਰੇਸੀ ਦਾ ਮਤਲਬ ਕੀ ਰਹਿ ਜਾਏਗਾ, ਇਹ ਥੋੜਾ ਰਿਸਕੀ ਹੁੰਦਾ ਜਾ ਰਿਹਾ, ਖਤਰੇ 'ਚ ਹੁੰਦਾ ਜਾ ਰਿਹਾ ਸੰਵਿਧਾਨ ਦੇ ਮੁਤਾਬਿਕ। ਇਹਦੇ ਉੱਤੇ ਸੋਚਣ ਦੀ ਲੋੜ ਹੈ। ਇਹ ਜੋ ਐਕਸਪਰਟਸ ਮੰਨਦੇ ਨੇ ਉਹ ਉਹਨਾਂ ਦੀ ਰਾਏ ਹੈ ਜੀ। ਹੁਣ ਅਗਲੀ ਗੱਲ ਆਪਾਂ ਲੈ ਕੇ ਚੱਲਦੇ ਹਾਂ ਪੰਜਾਬ ਦੀ। ਇੱਕ ਤਾਂ ਪੰਜਾਬ ਦੇ ਵਿੱਚ ਖੇਤੀਬਾੜੀ ਦੀ ਜਿਹੜੀ ਨੀਤੀ ਬਣਨੀ ਹੈ, ਕਿਉਂਕਿ ਬੇਸਿਕਲੀ ਖੇਤੀਬਾੜੀ ਆਧਾਰਿਤ ਹੈ ਸਾਡਾ ਸੂਬਾ। ਖੇਤੀਬਾੜੀ ਦਾ ਕੀ ਪਲੈਨਿੰਗ ਹੋਏਗੀ, ਉਹਦੇ ਵਾਸਤੇ ਸਾਰੇ ਐਕਸਪਰਟਸ ਇਕੱਠੇ ਹੋ ਰਹੇ ਨੇ, ਜਿਹੜੇ ਐਗਰੀਕਲਚਰ ਦੇ ਸਾਇੰਟਿਸਟ ਵੀ ਨੇ, ਇਕੋਨੋਮਿਸਟ ਵੀ ਨੇ। ਤੇ ਨਾਲ ਪੰਜਾਬ ਦੇ ਮੌਸਮ ਦੀ ਵੀ ਗੱਲ ਕਰਦੇ ਹਾਂ ਕਿ ਭਾਰੀ ਮੀਂਹ ਪੈ ਰਿਹਾ, ਗੜੇ ਪੈ ਰਹੇ ਨੇ। ਠੀਕ ਹੈ, ਗਰਮੀ ਤੋਂ ਰਾਹਤ ਮਿਲ ਰਹੀ ਹੈ ਕਿਉਂਕਿ ਮੀਂਹ ਦਾ ਸਾਰਾ ਸੰਬੰਧ ਖੇਤੀਬਾੜੀ ਨਾਲ ਹੈ। ਇਸ ਕਰਕੇ ਆਪਾਂ ਇਹ ਦੋਵੇਂ ਗੱਲਾਂ ਜੋੜ ਕੇ ਇਹ ਆਖਰੀ ਮਸਲਾ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਦਾ। ਪੰਜਾਬ ਸਰਕਾਰ ਨੇ ਹੁਣੇ ਅਨਾਉਂਸ ਕੀਤਾ ਸੀਗਾ ਕਿ ਜਿਹੜਾ ਖੇਤੀ ਸੂਬਾ ਹੈ ਪੰਜਾਬ, ਇਹਦਾ ਅਸੀਂ ਖੇਤੀਬਾੜੀ ਨੀਤੀ ਤਿਆਰ ਕਰ ਰਹੇ ਹਾਂ। ਉਹਦੇ ਵਿੱਚ ਇਹਨਾਂ ਨੇ ਸਲਾਹਕਾਰ ਬੋਰਡ ਬਣਾਇਆ, ਜਿਹਦੇ ਵਿੱਚ ਖੇਤੀ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੇ, ਔਰ ਉਸ ਤੋਂ ਬਾਅਦ ਬਾਕੀ ਯੂਨੀਵਰਸਿਟੀਆਂ ਦੇ ਜਿਹੜੇ ਵੀ ਵਾਈਸ ਚਾਂਸਲਰ ਆ, ਔਰ ਉਹਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਜਿਹੜੇ ਅਗਾਂਹ ਵਧੂ ਸਰਪੰਚ ਵੀ ਨੇ, ਜਾਂ ਜਿਹੜੇ ਖੇਤੀਬਾੜੀ ਨੂੰ ਪੜ੍ਹੇ ਲਿਖੇ ਮੁੰਡੇ ਜਾਣਦੇ ਆ, ਉਹਨਾਂ ਨੂੰ ਵੀ ਵਿੱਚੇ ਲਿਆ। ਵਿੱਚ ਇੱਕ ਪਿੰਡ 'ਚੋਂ ਇਹ ਬੜਾ ਵੱਡਾ ਇੱਕ ਬੋਰਡ ਬਣਾ ਲਿਆ ਸੀ। ਉਹਦੇ ਵਿੱਚ ਇਹਨਾਂ ਨੇ ਖੇਤੀ ਨੀਤੀ ਨੂੰ ਜਿਹੜਾ ਅੱਗੇ ਇੱਕ ਦੇਣਾ ਸੀ ਹਲਾਰਾ, ਉਹਦੇ ਲਈ ਇੱਕ ਇਹਨਾਂ ਨੇ ਬਣਾਇਆ ਬੋਰਡ, ਔਰ ਇਹਦੇ ਬਹੁਤ ਛੇਤੀ ਇਹਦੇ ਅਪਲਾਈ ਕਰ ਰਹੇ ਆ। ਪਰ ਉਹਦੇ ਵਿੱਚ ਇਹਨਾਂ ਨੇ ਕਹਿਤਾ ਸੀ ਕਿ ਜਿਹੜੀ ਖੇਤੀ ਦੇ ਵਿੱਚ ਬਦਲਾਅ ਕਰਨ ਦੀਆਂ ਗੱਲਾਂ ਨੇ, ਇੱਕ ਤਾਂ ਝੋਨੇ 'ਤੇ ਇਹਨਾਂ ਨੇ ਰੋਕ ਲਾਉਣ ਲਈ ਕਿਹਾ ਸੀ। ਹੁਣ ਜੂਨ ਦਾ ਮਹੀਨਾ ਆ ਗਿਆ, ਝੋਨਾ ਸ਼ੁਰੂ ਹੋ ਜਾਣਾ। ਇਹਨਾਂ ਕਿਹਾ ਸੀ ਉਹ 'ਚ ਬਦਲੀ ਜਿਹੜਾ ਕੋਈ ਸਬਸਟੀਚਿਊਟ ਉਹਦੇ 'ਤੇ ਕੋਈ ਲਿਆਵੇ, ਕੋਈ ਖੇਤੀ ਉਹ ਕੋਈ ਉਹਦੇ 'ਚ ਹੋਰ ਫਸਲ ਦਿੱਤੀ ਜਾਊਗੀ, ਜਿਹਦੇ 'ਤੇ ਉਹਦਾ MSP ਔਰ ਉਹਦਾ ਜਿਹੜਾ ਸਮਰਥਨ ਮੁੱਲ ਵੀ ਦਿੱਤਾ ਜਾਊਗਾ। ਉਹ ਵੀ ਇੱਕ ਇਹਨਾਂ ਨੇ ਬਣਾ ਲਿਆ ਨੀਤੀ ਯੋਗ ਦੇ ਵਿੱਚ ਕਿ ਪੰਜਾਬ ਘੱਟੋ ਘੱਟ 'ਤੇ ਗੱਲ ਕਰੂਗਾ। ਦੂਜੀ ਗੱਲ ਇਹਨਾਂ ਕਹੀ ਸੀ ਗੰਨੇ ਦੀ ਜਿਹੜੀ ਖੇਤੀ ਹੈਗੀ ਹੈ ਨਾ, ਉਹਦੇ ਵਿੱਚ ਜਿਹੜਾ ਇਹਨਾਂ ਦਾ ਪੈਸਾ ਰਹਿ ਜਾਂਦਾ, ਜਿਹੜੀ ਗੰਨਾ ਉਹਨਾਂ ਦਾ ਲੈ ਜਾਂਦੇ ਆ ਆਪਣੇ ਜਿੱਥੇ ਖੰਡ ਬਣਦੀ ਆ ਮਿੱਲਾਂ 'ਤੇ, ਜਿਹੜੀਆਂ ਖੰਡ ਮਿੱਲਾਂ 'ਤੇ ਜਾਂਦੇ, ਉਹਨਾਂ ਦਾ ਪੈਸਾ ਫਿਰ ਦਿੱਤਾ ਨਹੀਂ ਜਾਂਦਾ। ਇਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਜੂਨ ਤੋਂ ਪਹਿਲਾਂ ਜਿਹੜਾ ਬਾਕੀ ਪੈਂਡਿੰਗ ਇਹਨਾਂ ਦੀ ਪੇਮੈਂਟ ਆ ਉਹਨਾਂ ਦੇ ਅਕਾਊਂਟ 'ਚ ਚਲੇ ਜਾਊਗੀ। ਇਹਨਾਂ ਦੇ ਜਿਹੜਾ ਇਸ ਵੇਲੇ ਖੇਤੀਬਾੜੀ ਮੰਤਰੀ, ਪੰਚਾਇਤ ਮੰਤਰੀ ਨੇ, ਉਹਨਾਂ ਨੇ ਕਹਿ ਦਿੱਤਾ। ਔਰ ਇਹਦੇ ਵਿੱਚ ਕਿਸਾਨਾਂ ਨਾਲ ਇਹਨਾਂ ਦੇ ਕਿਸਾਨਾਂ ਦੇ ਰਿਪਰੈਜ਼ੈਂਟੇਟਿਵ ਵੀ ਲਏ ਆ, ਨੁਮਾਇੰਦੇ ਲੈ ਲਏ ਆ। ਔਰ ਉਹਨਾਂ ਨੇ ਕਹਿਤਾ ਵੀ ਕਿਸਾਨਾਂ ਨੂੰ ਚਾਹੀਦਾ ਹੈਗਾ ਕਿ ਉਹ ਫਸਲਾਂ ਉਹ ਬੀਜਣ ਜਿਸ 'ਚ ਪਾਣੀ ਦੀ ਜ਼ਿਆਦਾ ਵਰਤੋਂ ਨਾ ਕੀਤੀ ਜਾਵੇ। ਪਾਣੀ ਥੱਲੇੋਂ ਧਰਤੀ 'ਤੇ ਖਾਲੀ ਹੋ ਰਹੀ ਆ, ਪੱਥਰ ਰਹਿ ਗਏ ਥੱਲੇ, ਪਾਣੀ ਜ਼ਮੀਨ ਘੱਟ ਗਿਆ ਗਾ। ਪੀਣ ਜੋਗਾ ਪਾਣੀ ਤਾਂ ਕਹਿੰਦੇ ਰਹਿਣ ਦਿਓ ਜਿਹੜੇ ਸਾਇੰਟਿਸਟ ਨੇ। ਕੁਝ ਯੂਰੇਨੀਅਮ ਪਾਣੀ ਵਿੱਚ ਰਲ ਗਿਆ। ਤਰਨਤਾਰਨ ਦਾ ਏਰੀਆ, ਅੰਮ੍ਰਿਤਸਰ ਦਾ ਏਰੀਆ, ਬਾਰਡਰ ਦਾ ਏਰੀਆ ਜਿਹੜਾ, ਉਹਦੇ ਵਿੱਚ ਪਾਣੀ ਯੂਰੇਨੀਅਮ ਆਇਆ, ਟੈਸਟ ਹੋਇਆ ਪਾਣੀ ਦੇ, ਔਰ ਉਹਨੂੰ ਹੀ ਦੂਰ ਕਰਨ ਲਈ ਇਹਨਾਂ ਨੇ ਸਾਇੰਟਿਸਟ ਲਾ ਦਿੱਤੇ ਉੱਥੇ। ਔਰ ਉਹਦੇ ਵਿੱਚ ਜਿੰਨੇ ਪ੍ਰਯੋਗਸ਼ਾਲਾ ਨੇ, ਜਿਹੜੀਆਂ ਲੈਬੋਰਟਰੀ ਹੈਗੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਉਹਦੇ 'ਚ ਕੰਮ ਚੱਲ ਪਿਆ। ਔਰ ਜਿਹੜੇ ਆਪਣੇ ਮੁੱਖ ਮੰਤਰੀ ਆ, 2-3 ਵਾਰੀ ਆਪ ਖੁਦ ਗਏ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ, ਉਹਨਾਂ ਨਾਲ ਜਿਹੜੇ ਸਲਾਹ ਮਸ਼ਵਰਾ ਕੀਤਾ, ਜਿਹੜੇ ਬਰੀਡਰ ਨੇ ਉੱਥੋਂ ਦੇ ਜਾਂ ਜਿਹੜੇ ਸਾਇੰਟਿਸਟ ਨੇ ਉੱਥੋਂ ਦੇ, ਉਹਨਾਂ ਨਾਲ ਕੀਤਾ ਗੱਲਬਾਤ। ਹੁਣ ਦੇਖੋ ਜੇ ਪੰਜਾਬ ਦੀ ਖੇਤੀ ਉੱਪਰ ਚੱਲ ਜੀ, ਉਪਜ ਵੱਧ ਜਾਂਦੀ ਆ, ਪਾਣੀ ਦੀ ਘਾਟ ਥੋੜ੍ਹੀ ਜਿਹੀ ਦੂਰ ਹੋ ਜੂਗੀ, ਇਸ ਦੇ ਨਾਲ ਫਿਰ ਪੰਜਾਬ ਦੇ ਕਿਸਾਨ ਵੀ ਖੁਸ਼ ਹੋ ਜਾਣਗੇ। ਪੰਜਾਬ ਦਾ ਕਿਸਾਨ ਖੁਸ਼ ਹੈ ਤੇ ਹਿੰਦੁਸਤਾਨ ਪੂਰਾ ਖੁਸ਼ ਹੈ, ਕਿਉਂਕਿ ਖੇਤੀਬਾੜੀ ਦਾ ਸਾਰਾ ਭਾਰ ਉਹਦੇ ਮੋਢਿਆਂ 'ਤੇ ਹੈਗਾ। ਔਰ ਦੂਜੀ ਪਾਸੇ ਇਹਨਾਂ ਨੇ ਕਿਹਾ ਜਿਹੜੀ ਵਿਪਤਾ ਆ ਜਾਂਦੀ ਆ ਜਾਂ ਜਦੋਂ ਕੋਈ ਕੁਦਰਤੀ ਆਫਤ ਆ ਜਾਂਦੀ ਹੈ, ਉਹਦੇ ਵਿੱਚ ਸਟੈਂਡਿੰਗ ਕ੍ਰੌਪ ਜਿਹੜੀ ਹੁੰਦੀ ਖੜੀ ਫਸਲ, ਉਹਦਾ ਬੀਮਾ ਹੋਣਾ ਬਹੁਤ ਜ਼ਰੂਰੀ ਆ। ਕਿਸਾਨਾਂ ਨੂੰ ਚਾਹੀਦਾ ਉਹ ਫਸਲ ਦੇ ਵਿੱਚ ਬੀਮਾ ਕਰਾਉਣ, ਕਿਉਂਕਿ ਐਤਕੀ ਜਿਹੜੀ ਪਾਣੀ ਮੀਂਹ ਬਹੁਤ ਪਿਆ ਅਤੇ ਕਣਕਾਂ ਡਿੱਗ ਪਈਆਂ, ਕਣਕਾਂ ਵਿਛ ਗਈਆਂ, ਬਹੁਤ ਨੁਕਸਾਨ ਹੋਇਆ, ਬਹੁਤ ਨੁਕਸਾਨ। ਫਿਰ ਉਹਦਾ ਪੈਦਾਵਾਰ 'ਚ ਵੀ ਝਾੜ ਘਟ ਗਿਆ। ਜਦੋਂ ਝਾੜ ਦਾ ਵਿੱਚੋਂ ਲਿਆ ਤਾਂ ਕਣਕਾਂ ਕਾਲੀਆਂ ਸੀਗੀਆਂ, ਰੋਟੀਆਂ ਦੀਆਂ ਥੋੜ੍ਹੀ ਜਿਹੀ ਬਲੈਕ ਬਣਦੀਆਂ ਸੀਗੀਆਂ। ਫਿਰ ਇਹਨਾਂ ਨੇ ਕਿਹਾ ਮੀਂਹ ਜਦੋਂ ਪੈਂਦਾ ਸਾਰਾ ਕੁਝ ਹੁੰਦਾ, ਉਹਦੇ ਵਿੱਚ ਜਿਹੜੀ ਕੁਦਰਤੀ ਆਫਤਾਂ ਆਉਂਦੀਆਂ ਉਹਦਾ ਸਾਰਾ ਮੁਆਵਜ਼ਾ ਸਰਕਾਰ ਦਊ। ਇਹਦੇ ਵਿੱਚ ਕੁਦਰਤੀ ਆਫਤਾਂ ਦੇ ਵਾਸਤੇ ਸੇਮ ਸਟ੍ਰੈਟਜੀ ਹੈ ਜਿਹੜੀ ਹਰ ਫੀਲਡ ਦੇ ਵਿੱਚ ਹੈ, ਪੂਰੀ ਦੁਨੀਆ ਦੇ ਵਿੱਚ ਹੈ। ਇੱਕ ਤਾਂ ਇਹ ਹੈ ਕਿ ਤੁਹਾਨੂੰ ਜਿਹੜਾ ਪਤਾ ਹੈ ਕਿ ਕੁਦਰਤੀ ਆਫਤਾ ਕਿੱਦਾਂ ਦੀ ਹੁੰਦੀ ਹਰ ਖੇਤਰ ਦੀ, ਉਹਦੇ ਬਾਰੇ ਹਰ ਸਾਲ ਆਉਂਦੀ, ਉਹਦੇ ਬਾਰੇ ਪੂਰੀ ਜਾਣਕਾਰੀ। ਨੰਬਰ 1 ਪਹਿਲਾ ਸਟੈਪ ਤੁਹਾਨੂੰ ਪਹਿਲਾਂ ਤੋਂ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਕਿ ਕੁਦਰਤੀ ਆਫਤਾ ਆਏਗੀ ਤੇ ਅਸੀਂ ਉਹਨਾਂ ਨਾਲ ਕਿਵੇਂ ਨਜਿੱਠਣਾ ਹੈ। ਨੰਬਰ 1। ਨੰਬਰ 2 ਕੁਦਰਤੀ ਆਫਤਾ ਆ ਗਈ ਤੇ ਉਸ ਦੌਰਾਨ ਅਸੀਂ ਕੀ ਕੁਝ ਕਰਨਾ ਹੈ, ਕਿਵੇਂ ਨਜਿੱਠਣਾ ਹੈ। ਨੰਬਰ 3 ਤਿੰਨ ਸਟੈਪ ਨੇ ਨਾ। ਪਹਿਲਾ ਸਟੈਪ ਇਹ ਹੈ ਕਿ ਤੁਸੀਂ ਪਹਿਲਾਂ ਕੀ ਤਿਆਰੀ ਕਰਕੇ ਰੱਖੀ ਹੈ। ਦੂਜੀ, ਆਫਤਾ ਆ ਗਈ ਤੇ ਹੁਣ ਤੁਸੀਂ ਕੀ ਕਰ ਸਕਦੇ ਹੋ, ਉਹ ਕਰਦੇ ਪਏ ਹੋ। ਨੰਬਰ 3 ਜਦੋਂ ਆਫਤਾ ਚਲੀ ਗਈ ਤੇ ਆਪਣੇ ਪਿੱਛੇ ਕਿਹੜੀ ਤਬਾਹੀ ਛੱਡ ਕੇ ਗਈ ਹੈ, ਉਸ ਤਬਾਹੀ ਨਾਲ ਕਿਵੇਂ ਨਜਿੱਠਣਾ ਹੈ ਤੇ ਮੁੜ ਤੋਂ ਤਰੱਕੀ ਦੀ ਰਾਹ ਤੇ ਕਿਵੇਂ ਜਾਣਾ ਹੈ।
ਇਹ 3 ਸਟੈਪਸ ਦੇ ਵਿੱਚ ਤੁਸੀਂ ਤਬਾਹੀ ਦੇ ਵਾਸਤੇ ਜੋ ਕੁਦਰਤੀ ਆਫਤਾਂ ਹੁੰਦੀ ਪੂਰੀ ਦੁਨੀਆ ਦੇ ਵਿੱਚ ਇਹੀ ਸਟ੍ਰੈਟਜੀ ਹੁੰਦੀ ਹੈ। ਔਰ ਜਿਹੜੀ ਇਹ ਪਲੈਨਿੰਗ ਕਮਿਸ਼ਨ ਬਣਦਾ ਪਿਆ ਜਾਂ ਜੋ ਪਲੈਨਿੰਗ ਕਰਨ ਵਾਸਤੇ ਕਮੇਟੀ ਬਣਦੀ ਪਈ ਹੈ, ਉਹਨਾਂ ਨੂੰ ਇਹ ਚਾਹੀਦਾ ਕਿ ਕੁਦਰਤੀ ਆਫਤਾਂ ਦੇ ਨਾਲ ਰੋਜ਼ ਰੈਗੂਲਰ ਕਿੱਦਾਂ ਪ੍ਰੋਗਰੈਸ ਕਰਨਾ ਹੈ। ਕਿਸਾਨਾਂ ਦੇ ਕਰਜ਼ੇ ਨੇ, ਕਿਸਾਨਾਂ ਦੀਆਂ ਮੁਸ਼ਕਲਾਂ ਨੇ, ਖੇਤੀਬਾੜੀ ਦੀਆਂ ਮੁਸ਼ਕਲਾਂ ਨੇ, ਕੈਮੀਕਲ ਬੇਸਡ ਖੇਤੀ ਹੈ, ਤਮਾਮ ਮੁਸ਼ਕਲਾਂ ਦਾ ਹੱਲ ਕਿਵੇਂ ਕਰਨਾ ਹੈ। ਕਿਉਂਕਿ ਜੇ ਖੇਤੀ ਦੀ ਨੀਤੀ ਬਣਾਉਣ ਲੱਗੇ ਹੋ ਤਾਂ ਫਿਰ ਸ਼ੁਰੂ ਤੋਂ ਸ਼ੁਰੂ ਹੋ ਜਾਓ ਔਰ ਵਧੀਆ ਤਰੀਕੇ ਨਾਲ ਨੀਤੀ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਨਾ ਸਸਟੇਨੇਬਲ ਡਿਵੈਲਪਮੈਂਟ, ਉਹ ਤਰੱਕੀ ਜਿਹੜੀ ਚੱਲਦੀ ਰਵੇ ਸਮੇਂ ਦੇ ਨਾਲ ਅੱਗੇ ਵੱਧਦੀ ਰਵੇ, ਵਿਕਾਸ ਵੱਧਦਾ ਰਵੇ, ਉਸ ਚੀਜ਼ ਨੂੰ ਧਿਆਨ 'ਚ ਰੱਖ ਕੇ ਬਣਾਇਆ ਜਾਵੇ। ਵੈਸੇ ਇਹਨਾਂ ਨੇ ਸਲਾਹਕਾਰ ਬੋਰਡ ਬਣਾ ਲਿਆ, ਉਹਦੇ 'ਚ ਹਰ ਤਰ੍ਹਾਂ ਦਾ ਬੰਦਾ ਪਾਇਆ ਉਹਨਾਂ ਨੇ। ਜੇਕਰ ਕਿ ਜੇ ਅਸੀਂ ਸਮਝ ਲਈਏ ਕਿ ਮੰਤਰੀ ਸਾਰਾ ਡਿਸਾਈਡ ਕਰ ਲੂਗਾ, ਉਹ ਨਹੀਂ ਹੋ ਸਕਦਾ। ਜੇ ਕਹੀਏ ਮੁੱਖ ਮੰਤਰੀ ਡਿਸਾਈਡ ਕਰ ਲੂਗਾ, ਨਹੀਂ ਹੋ ਸਕਦਾ। ਜਿਹਦੇ ਵਿੱਚ ਸਭ ਤੋਂ ਵੱਧ ਸਿਆਣਾ ਕੌਣ? ਕਿਸਾਨ ਜਿਹੜਾ ਪ੍ਰੈਕਟੀਕਲ ਤੌਰ ਤੇ ਕੰਮ ਕਰ ਰਿਹਾ, ਉਹਨੂੰ ਪੁੱਛੋ। ਉਹ ਹਵਾ ਮਿੱਟੀ ਸੁੱਟ ਕੇ ਦੱਸ ਦਿੰਦਾ ਹੁੰਦਾ ਕਿ ਇਸ ਵੇਲੇ ਹਵਾ ਆ ਰਹੀ ਹੈ, ਪੂਰਾ ਵਗ ਰਿਹਾ, ਮੀਂਹ ਆ ਗਿਆ ਲੈ। ਬਿਲਕੁਲ ਸਹੀ ਆ। ਇਹ ਨਹੀਂ ਕਿ ਮਟੀਰੀਓਲੋਜੀਕਲ ਡਿਪਾਰਟਮੈਂਟ ਕੱਲਾ ਕਹਿੰਦਾ, ਉਹਨਾਂ ਨੂੰ ਪਤਾ ਹੁੰਦਾ ਕਿੱਧਰੋਂ ਆਫਤ ਆਉਣੀ, ਕੀ ਕੁਝ ਹੋਣਾ। ਕਿਸਾਨ ਜ਼ਿਆਦਾ ਸੂਝਵਾਨ ਆ, ਬਾਕੀ ਲੋਕਾਂ ਨੂੰ ਸੂਝਵਾਨ ਇਹ ਹੈ ਕਿ ਕਿਸਾਨ ਦੀਆਂ ਸਮੱਸਿਆਵਾਂ ਨੇ, ਇਸ ਕਰਕੇ ਜਿਹਦੀਆਂ ਸਮੱਸਿਆਵਾਂ ਨੇ ਉਹਨੂੰ ਪੁੱਛੋ ਬਈ ਜਿਹੜੀ ਸਮੱਸਿਆ ਕੀ ਹੈ, ਉਹਦਾ ਹੱਲ ਕੀ ਹੈ। ਕਿਸਾਨ ਨੂੰ ਪੁੱਛੋ ਕਿਸਾਨ ਦੀ ਸਮੱਸਿਆ, ਔਰ ਕਿਸਾਨ ਦੀ ਸਮੱਸਿਆ ਦਾ ਹੱਲ ਕਿਸਾਨ ਆਪ ਦੱਸੂਗਾ। ਬਿਲਕੁਲ ਸਮਾਂ ਹੋ ਗਿਆ, ਹੁਣ ਸਮਾਂ ਹੋ ਗਿਆ, ਆਪਾਂ ਚੱਲੀਏ। ਤੇ ਸਾਨੂੰ ਆਪਣੇ ਵਿਚਾਰ ਜ਼ਰੂਰ ਇਨਬਾਕਸ ਕਰਿਆ ਕਰੋ। ਸਾਡਾ ਜੋ ਚੈਨਲ ਹੈ ਪੰਜਾਬ ਮੇਲ USA TV, ਸਬਸਕ੍ਰਾਈਬ ਕਰੋ, ਵਿਚਾਰ ਇਨਬਾਕਸ ਕਰੋ ਤੇ ਇਸੇ ਤਰ੍ਹਾਂ ਹੀ ਆਪਣਾ ਪਿਆਰ ਸਾਨੂੰ ਦਿੰਦੇ ਰਹੋ। ਬਹੁਤ ਬਹੁਤ ਸ਼ੁਕਰੀਆ। ਚੱਲੀਏ ਬਲਕਾਰ ਜੀ। ਜੀ ਜ਼ਰੂਰ ਜੀ। ਸਤਿ ਸ੍ਰੀ ਅਕਾਲ ਜੀ।